ਗੁਰਦਿਆਲ ਸਿੰਘ ਦਾ ਨੋਵਲ ਅੱਧ ਚਾਨਣੀ ਰਾਤ। ਪਹਿਲਾ ਕਾਂਡ, ਅਧੂਰਾ ਕਾਂਡ। ਕਿੱਥੇ ਜਾਣਾ ਸਿੰਘ ਨੇ? ਇੱਥੇ ਹੀ। ਇੱਥੇ ਕਿੱਥੇ? ਆ ਅਗਲੇ ਪਿੰਡ। ਮਗਰਲਾ ਬੰਦਾ ਗੁੱਜਾ ਜਿਹਾ ਹੱਸਿਆ, ਪਰ ਅਗਲੇ ਨੇ ਕੋਈ ਗੁੱਸਾ ਗਿਲਾ ਨਾ ਕੀਤਾ, ਨਾ ਹੀ ਪਿਛਾਂ ਮੁੜ ਕੇ ਝਾਕਿਆ। ਗੱਡੀ ਹੁਣ ਤਾਂ ਬਾਹਲੇ ਹਨੇਰੇ ਆਉਣ ਲੱਗ ਗਈ। ਇਸ ਵੇਲੇ ਜੇ ਕਿਸੇ ਨੇ ਦੂਰ ਦੀ ਵਾਟ ਜਾਣਾ ਹੋਵੇ ਤਾਂ ਔਖਾ ਹੈ। ਪਾਲੇ ਨਾਲ ਤਾਂ ਹੁਣੇ ਕੋਕੜਾ ਹੋਈ ਜਾਂਦੇ ਆ। ਮਗਰਲਾ ਬੰਦਾ ਆਪ ਮੁਹਾਰਾ ਹੀ ਬੋਲਦਾ ਤੁਰਿਆ ਆ ਰਿਹਾ ਸੀ। ਫਿਰ ਉਬੜਵਾਏ ਮੁਰਲੇ ਬੰਦੇ ਨੂੰ ਉਸ ਪੁੱਛਿਆ, ਤੂੰ ਬਾਈ ਕਿਤੇ ਨਿਧਾਨਾ ਤਾਂ ਨਹੀਂ? ਧੂਰਕੋਟ ਵਾਲਾ? ਨਹੀਂ। ਅਜੇ ਆ ਬੇਲਹਾਜਾ ਤੇ ਰੁੱਖਾ ਜਵਾਬ ਮਗਰਲੇ ਨੂੰ ਸ਼ਾਇਦ ਚੁੱਭ ਗਿਆ। ਉਹ ਇੱਕਦਮ ਚੁੱਪ ਕਰ ਗਿਆ ਤੇ ਅਗਲੇ ਦੀ ਗੁਰਗਾਬੀ ਦੀ ਖੜਿਪ ਸੁਣਦਾ ਰਤਾ ਵਿੱਥ ਪਾ ਕੇ ਤੁਰਨ ਲੱਗ ਪਿਆ। ਉਹਨੂੰ ਕੁਝ ਸ਼ੱਕ ਵੀ ਪੈ ਗਿਆ। ਲੱਗਦਾ ਸੀ ਕਿ ਮੁਰਲਾ ਬੰਦਾ ਸ਼ਾਇਦ ਮਾੜਾ ਬੰਦਾ ਹੀ ਹੋਵੇ। ਮੈਂ ਤਾਂ ਬਾਈ ਸਿਆਂ ਹਾਂ ਕੋਠਿਆਂ ਤਾਂ ਹੀ ਜਾਣਾ। ਜੇ ਤੇਰੀ ਵਾਟ ਦੂਰ ਦੀ ਹੈ ਤਾਂ ਤੂੰ ਵੀ ਇੱਥੇ ਹੀ ਰਹਿ ਪੈ, ਤੜਕੇ ਜਾਂਦਾ ਰਹੀ ਹੈਂ। ਬਸ ਮਿਹਰਬਾਨੀ। ਆਵਾਜ਼ 'ਚ ਪਹਿਲਾਂ ਵਰਗਾ ਹੀ ਰੁਖੇਵਾਂ ਵੇਖ ਕੇ ਮਗਰਲਾ ਬੰਦਾ ਹੋਰ ਸ਼ੱਕੀ ਹੋ ਗਿਆ, ਪਰ ਉਹਨੇ ਬੇਪਰਵਾਹੀ ਨਾਲ ਆਪ ਮੁਹਾਰਿਆਂ ਇੱਕ ਸ਼ਬਦ ਗਾਉਣਾ ਸ਼ੁਰੂ ਕਰ ਦਿੱਤਾ ਤੇ ਹੌਲੀ ਹੌਲੀ ਉਹਨਾਂ ਦੀ ਵਿੱਥ ਹੋਰ ਵੱਧ ਗਈ। ਭੀੜੀਆਂ ਸੁਣੀ ਦੀਆਂ ਗਲੀਆਂ ਜਿੱਥੋਂ ਦੀ ਜੰਮ ਲੈ ਕੇ ਜਾਣਗੇ, ਬਈ ਲੈ ਕੇ ਜਾਣਗੇ, ਉੱਚੀ ਆਵਾਜ਼ 'ਚ ਗਾਉਣ ਲੱਗ ਪਿਆ। ਗਾਂ ਕੱਸੀ ਆਈ। ਉੱਥੋਂ ਪਾਟ ਦੀ ਡੰਡੀ ਮੁੜਦਿਆਂ ਮਗਰਲੇ ਬੰਦੇ ਨੇ ਉੱਚੀ ਸਾਰੀ ਫੇਰ ਆਵਾਜ਼ ਮਾਰੀ, ਪਰ ਐਤਕੀ ਉਹਦੀ ਆਵਾਜ਼ ਵਿੱਚ ਬੜਾ ਕਰਾਰ ਤੇ ਰਤਾ ਵਿਅੰਗ ਦਾ ਰਲਾ ਵੀ ਸੀ। ਆ ਫਿਰ ਬਾਈ ਰਹਿ ਪੈ ਇੱਥੇ ਹੀ, ਕਿੱਥੇ ਹੁਣ ਅੱਧੀ ਰਾਤ ਠੇਡੇ ਖਾਂਦਾ ਜਾਏਗਾ? ਅਗਲਾ ਚੁੱਪ ਕਰਕੇ ਤੁਰਿਆ ਗਿਆ। ਉਹਨੂੰ ਪਤਾ ਨਹੀਂ ਕਿਉਂ ਉਸ ਬੰਦੇ ਦੇ ਕਮਲ ਜਿਹੇ ਤੇ ਹੁਣ ਐਵੇਂ ਗੁੱਸਾ ਆਉਣ ਲੱਗ ਪਿਆ ਸੀ, ਪਰ ਆਪੇ ਹੀ ਇਹ ਗੁੱਸਾ ਉਪਰਾ ਜਿਹਾ ਲੱਗਿਆ। ਆਪਣੇ ਇੰਨਾ ਬਦਲ ਜਾਣ ਦਾ ਅਹਿਸਾਸ ਉਹਨੂੰ ਐਡਾ ਤਿੱਖਾ ਹੋ ਗਿਆ ਲੱਗਦਾ ਸੀ ਕਿ ਜਦੋਂ ਦਾ ਜੇਲ੍ਹ ਦੇ ਬੂਹਿਓਂ ਬਾਹਰ ਨਿਕਲਿਆ ਸੀ, ਪੈਰ ਉੱਤੇ ਇਸੇ ਗੱਲ ਦਾ ਅਹਿਸਾਸ ਹੁੰਦਾ ਰਿਹਾ ਸੀ। ਬਾਊ ਤੋਂ ਟਿਕਟ ਮੰਗਣ ਲੱਗਿਆ, ਡੱਬੇ 'ਚ ਚੜ੍ਹਨ ਲੱਗਿਆ ਤੇ ਫਿਰ ਬੈਠਣ ਲੱਗਿਆ। ਇੰਝ ਹੀ ਓਪਰਾ ਲੱਗਦਾ ਰਿਹਾ ਸੀ। ਹਰੇਕ ਬੰਦੇ ਵਾਲੇ ਇਉਂ ਵੇਖਦਾ ਜਿਵੇਂ ਸਾਰੇ ਸ਼ੱਕੀ ਨਜ਼ਰਾਂ ਨਾਲ ਉਸੇ ਵੱਲ ਹੀ ਵੇਖ ਰਹੇ ਹੋਣ। ਹਰੇਕ ਅੱਖ ਦੀ ਚੋਭ ਉਹਨੂੰ ਆਪਣੇ ਪਿੰਡੇ ਤੇ ਮਹਿਸੂਸ ਹੁੰਦੀ ਰਹੀ ਸੀ। ਆਪਣੀ ਝਾਕਣੀ ਵੀ ਉਹਨੂੰ ਢਾਂਡਿਆਂ ਵਰਗੀ ਜਾਪਦੀ ਸੀ। ਜਦੋਂ ਦਾ ਗੱਡੀ ਚੜ੍ਹਿਆ ਸੀ, ਆਥਣ ਤਾਈਂ ਉਹਨੂੰ ਇਉਂ ਲੱਗੀ ਗਿਆ ਕਿ ਉਹਨੂੰ ਲੋਕਾਂ ਨਾਲ ਬੋਲਣਾ ਭੁੱਲ ਗਿਆ ਸੀ। ਮਾਨਾਂ ਵਾਲੀ ਛੱਪੜੀ ਕੋਲ ਆ ਕੇ ਮੂੰਹ ਤੋਂ ਕੰਬਲ ਲਾਇਆ ਤੇ ਨਿਗਾਹ ਉੱਚੀ ਕਰਕੇ ਖੱਬੇ ਪਾਸੇ ਛੱਪੜੀ ਵੱਲ ਵੇਖਿਆ। ਉਹਦੇ ਪਾਸੀਂ ਖੜੋਤੇ ਰੁੱਖਾਂ ਵਿੱਚੋਂ ਹੁਣ ਇੱਕੋ ਤ੍ਰਿਵੈਣੀ ਰਹਿ ਗਈ ਸੀ। ਪਾਸੀਂ ਉੱਚੀਆਂ ਟਿੱਬੀਆਂ ਕਿਧਰੇ ਨਹੀਂ ਸਨ ਦਿਸਦੀਆਂ। ਸਾਰੇ ਉੱਚੇ ਨੀਵੇਂ ਵਾਹਣ ਲੋਕਾਂ ਨੇ ਹਥੇਲੀ ਵਾਂਗ ਪੱਧਰ ਕਰ ਲਏ ਹੋਏ ਸਨ, ਪਰ ਇਹਦਾ ਅੰਦਾਜ਼ਾ ਹੋ ਜਾਣ ਮਗਰੋਂ ਵੀ ਸਾਰੀ ਧਰਤੀ ਬੜੀ ਓਪਰੀ ਲੱਗੀ। ਇੱਕਦਮ ਉਹ ਰੁਕਿਆ ਤੇ ਬਿੰਦ ਦਾ ਬਿੰਦ ਪਿੱਛੇ ਭੌਂ ਕੇ ਵੇਖਣ ਲੱਗ ਪਿਆ। ਮੰਡੀ ਦੀ ਬਿਜਲੀ ਦੀ ਲੋ ਤੇ ਸਟੇਸ਼ਨ ਵਾਲਾ ਵੱਡਾ ਗੈਸ ਵੇਖ ਕੇ ਤਸੱਲੀ ਹੋ ਗਈ ਕਿ ਠੀਕ ਰਾਹ ਹੀ ਜਾ ਰਿਹਾ ਸੀ। ਫਿਰ ਤ੍ਰਿਵੈਣੀ ਵੱਲ ਵੇਖਿਆ। ਨਿੰਮ ਪਹਿਲਾਂ ਨਾਲੋਂ ਭਾਰਾ ਹੋ ਗਿਆ ਸੀ, ਪਰ ਬੋੜ ਤੇ ਪਿੱਪਲ ਅਜੇ ਵੀ ਓਡੇ ਹੀ ਦਿਸਦੇ ਸਨ। ਅਗਾਂਹ ਤੁਰਿਆ ਤਾਂ ਸਿਰ ਨੂੰ ਝਟਕਾ ਜਿਹਾ ਵੱਜਿਆ। ਇੰਜ ਲੱਗਿਆ ਜਿਵੇਂ ਉਹਦੀ ਸੋਚ ਟਿਕਾਣਿਓਂ ਹਿੱਲ ਗਈ ਹੋਵੇ। ਇਉਂ ਸ਼ੱਕ ਪੈਣ ਦਾ ਹੋਰ ਕੀ ਮਤਲਬ ਸੀ? 18-17 ਵਰ੍ਹੇ ਉਹ ਇਸ ਰਾਹ ਆਉਂਦਾ ਜਾਂਦਾ ਰਿਹਾ ਸੀ, ਦਾਣੇ ਵੇਚਣ, ਸੌਦਾ ਲੈਣ, ਤਰੀਕਾਂ ਭੁਗਤਣ ਤੇ ਘਰ ਦੇ ਹੋਰ ਕੰਮੀ ਧੰਦੀ, ਤੇ ਇਸ ਰਾਹ ਬਾਰੇ ਭੁਲੇਖਾ ਕਿਵੇਂ ਪੈ ਸਕਦਾ ਸੀ? ਬੜੀ ਹਾਸੋਹੀਣੀ ਤੇ ਅਜੀਬ ਗੱਲ ਸੀ। ਵਾਹ ਬਈ! ਸਿਰ ਮਾਰਦਿਆਂ ਉਹਨੇ ਮਨ ਨੂੰ ਜਿਵੇਂ ਝਿੜਕਿਆ ਤੇ ਗਾਂਹ ਤੁਰ ਪਿਆ। ਹਨੇਰਾ ਹੋਰ ਸੰਘਣਾ ਹੋ ਗਿਆ। ਚੌਥ ਦਾ ਚੰਦ ਪਿੱਠ ਪਿੱਛੇ ਸੀ ਤੇ ਉਹਦੇ ਨਾ ਹੋਏ ਚਾਨਣ ਨਾਲ ਰਾਹ ਦੀ ਠਰੀ ਧੂੜ ਉੱਤੇ ਅੱਗੇ ਤੁਰਿਆ ਜਾਂਦਾ ਕਸਮੈਲੀ ਚਾਨਣੀ ਵਰਗਾ ਹੀ ਨਾ ਹੋਇਆ ਜਿਹਾ ਪਰਛਾਵਾਂ ਭੂਤ ਵਰਗਾ ਲੱਗਿਆ। ਐਵੇਂ ਧਿਆਨ ਇਸ ਵਾਰੀ ਪਰਛਾਵੇਂ ਤੇ ਜਾ ਪਿਆ। ਫਿਰ ਪਤਾ ਨਹੀਂ ਆਪ ਮੁਹਾਰਾ ਹੀ ਕਿਹੜੇ ਵਹਿਣਾਂ 'ਚ ਵਹਿੰਦਾ ਤੁਰਿਆ ਗਿਆ। ਸਭ ਤੋਂ ਵੱਧ ਨਾਲ ਦੀ ਕੋਠੜੀ ਵਾਲਾ ਘੁੱਦਾ ਟੁੰਡਾ ਯਾਦ ਆਉਂਦਾ ਸੀ। ਜਿਉਂ ਤੜਕੇ ਦਾਤਣ ਕਰ ਲੱਗਿਆ ਹਸਾਉਣ ਲੱਗਦਾ, ਅੱਧੀ ਰਾਤ ਤਾਈਂ ਵੱਖੀਆਂ ਕਰਕਾਈ ਰੱਖਦਾ, ਆਪ ਵੀ ਖਿੜਿਆ ਰਹਿੰਦਾ। ਮਖੌਲ ਤੋਂ ਬਿਨਾਂ ਉਹਨੂੰ ਕੋਈ ਗੱਲ ਔੜਦੀ ਨਹੀਂ ਸੀ। ਚੌੜ ਇੰਨੀ ਕਰਦਾ ਕਿ ਅੱਧੀ ਦਾੜੀ ਬੱਗੀ ਹੋ ਚੱਲੀ ਸੀ, ਪਰ ਨਿਆਣਿਆਂ ਵਾਂਗ ਦੂਜਿਆਂ ਨੂੰ ਵੀ ਸ਼ੱਕਰ ਭਿੱਜੀ ਖੇਡਣ ਲਾ ਲੈਂਦਾ। ਉਹ ਤੋਂ ਵਰ੍ਹਾ ਪਹਿਲਾਂ ਜੇਲ੍ਹ 'ਚ ਆਇਆ ਸੀ ਤੇ ਅਜੇ 2 ਵਰ੍ਹੇ ਸ਼ਾਇਦ ਹੋਰ ਕੱਟਣੇ ਸਨ। 20 ਸਾਲਾ ਸੀ ਜੇਲ੍ਹ ਦਾ ਨੰਬਰਦਾਰ, ਪਰ ਕਦੇ ਉਦਾਸੀ ਨਹੀਂ ਸੀ ਧਾਰੀ। ਦੇਖ ਬੇਲੀਆ, ਜਦੋਂ ਘਰ ਦੀ ਗੱਲ ਛਿੜਦੀ ਤਾਂ ਟੁੰਡਾ ਆਪਣੇ ਹਸਾਉਣੇ ਰੌਣ 'ਚ ਸਿਰ ਮਾਰਦਿਆਂ ਕਹਿੰਦਾ, ਆਪਾਂ ਤਾਂ ਨਾਨਕੀ ਆਏ ਆਂ, ਨਾ ਕਮਾਉਣ ਦਾ ਫਿਕਰ, ਨਾ ਕਿਸੇ ਜਵਾਕ ਦੇ ਝੱਗੇ ਜਾਮੇ ਤੇ ਜੁੱਤੀ ਜੋੜੇ ਦੀ ਚਿੰਤਾ। ਵੇਖ ਲੈ ਪ੍ਰਾਹੁਣਿਆਂ ਵਾਂਗੂ ਰਹੀਦਾ। ਘਰੇ ਹੋਈਏ ਮਿੱਟੀ ਨਾਲ ਮਿੱਟੀ ਹੋਏ,
ਧੂਸ ਬਣੇ ਰਹੀਏ। ਪੋਹ ਮਾਘ ਦੀਆਂ ਰਾਤਾਂ ਨੂੰ ਪਾਣੀ ਲਾਈਏ, ਉਹੀ ਘੂਰ ਨਿਕਲ ਜਾਂਦਾ ਹੈ। ਇੱਥੇ ਅੰਗਰੇਜ਼ ਬਣੇ ਰਹੀਦਾ। ਟਾਈਮ ਸਿਰ ਖਾਓ, ਟਾਈਮ ਸਿਰ ਉੱਠੋ, ਸੰਮੋ, ਟਾਈਮ ਸਿਰ ਕੰਮ ਕਰ। ਹੋਰ ਬੰਦਾ ਕੀ ਵੰਝ ਭਾਲਦਾ ਹੈ? ਨਾਲੇ ਫਿਕਰ ਕਰੀਏ ਕਾਹਦਾ? ਤੀਵੀਂ ਸੀ ਟੁੱਟੀ ਭੱਜੀ, ਉਹ ਆਪਣੇ ਇੱਥੇ ਆਉਣ ਮਗਰੋਂ ਸਾਡੇ ਛੋਟੂ ਨੇ ਸਾਂਭ ਲਈ। ਮੈਨੂੰ ਇੱਥੇ ਕੋਈ ਪਿੰਡ ਦਾ ਬੰਦਾ ਤੀਜੇ ਮਹੀਨੇ ਹੀ ਦੱਸ ਗਿਆ ਸੀ ਤੇ ਫਿਰ ਛੋਟੂ ਸੰਗ ਦਾ 6 ਮਹੀਨੇ ਮੁਲਾਕਾਤ ਹੀ ਕਰਨ ਨਹੀਂ ਆਇਆ। ਮੈਂ ਸੁਨੇਹਾ ਭੇਜਿਆ ਵੀ ਕਮਲਿਆ ਬੰਦਿਆ, ਮੈਂ ਤਾਂ ਸਗੋਂ ਖੁਸ਼ ਹਾਂ ਵੀ ਘਰ ਦੀ ਇੱਜ਼ਤ ਘਰੇ ਰਹਿ ਗਈ। ਜੇ ਲੋਕਾਂ ਦੇ ਕੰਧਾਂ ਕੋਲੇ ਟੱਪਦੀ ਫਿਰਦੀ ਫੇਰ ਆਪਣੀ ਕੋਈ ਸਭਾ ਹੋਣੀ ਸੀ। ਤਾਂ ਭਾਈ ਉਹ ਫੇਰ ਮੁਲਾਕਾਤਾਂ ਕਰਨ ਵਾਸਤੇ ਆਉਣ ਜਾਣ ਲੱਗਿਆ। ਹੁਣ ਤਾਂ ਰਕਾਨ ਆਪ ਵੀ ਆ ਜਾਂਦੀ ਹੈ। ਪਹਿਲੀ ਦੂਜੀ ਵਾਰੀ ਆਈ ਤਾਂ ਉੱਤੇ ਹਰੇ ਗੁਲਾਬੀ ਪੱਟ ਨਾਲ ਕੱਢਿਆ ਬਾਗ ਲਿਆ ਵਿਆ ਤੇ ਵੇਲੀਆਂ ਵਿਹੋਲੀਆਂ ਵਾਂਗੂ ਡੂਢ ਹੱਥ ਲੰਮਾ ਘੁੰਡ ਕੱਢ ਕੇ ਖੜੋ ਗਈ। ਮੈਂ ਕਿਹੜਾ ਅੱਗੋਂ ਖੈਰ ਹੱਥਾ ਸੀ। ਮੈਂ ਕਿਹਾ ਭਾਗ ਮੰਨੇ, ਹੁਣ ਜੇਠ ਦੇ ਪੈਰੀ ਹੱਥ ਵੀ ਲਾ ਦੇ। ਹੱਸ ਪਈ। ਹੁਣ ਤਾਂ ਸੁੱਖ ਨਾਲ 2 ਮੁੰਡੇ ਆ ਹੀਰਿਆਂ ਵਰਗੇ, ਮੌਜਾਂ ਕਰਦੇ ਆ ਤੇ ਆਪਾਂ ਇੱਧਰ ਐਸ਼ ਕਰਦੇ ਆ। ਬਸ ਗੱਡੀ ਰਿੜੀ ਜਾਂਦੀ ਐ, ਉਹ ਵੀ ਆਪਣੇ ਤੇ ਮਹਿਲ ਵੀ ਆਪਣੇ। ਕਿਹੋ ਜਿਹੇ ਬੰਦੇ ਦੁਨੀਆ 'ਚ ਪਏ ਐ, ਉਹਨੇ ਸੋਚਿਆ ਤੇ ਫਿਰ ਨਾਲ ਦੀ ਨਾਲ ਚਿੱਤ ਉਦਾਸ ਹੋ ਗਿਆ। ਕਾਰਨ ਕੋਈ ਸਮਝ ਨਹੀਂ ਪਿਆ। ਬਸ ਇਉਂ ਲੱਗਦਾ ਸੀ ਜਿਵੇਂ ਜੇਲ੍ਹ ਵਾਲੇ ਬੇਲੀਆਂ ਨਾਲੋਂ ਵਿਛੜਨ ਦਾ ਦੁੱਖ ਹੋ ਰਿਹਾ ਹੋਵੇ। ਟੁੰਡੇ ਨੇ ਜਦੋਂ ਹਾਸੀ ਹਾਸੀ 'ਚ ਆਖਿਆ ਸੀ, ਵਾਹਿਗੁਰੂ ਮੈਨੂੰ ਤੈਨੂੰ ਫੇਰ ਨਾਨਕੀ ਲਿਆਵੇ, ਐਵੇਂ ਨਾ ਗੁੱਸਾ ਮੰਨ ਜੀ, ਇੱਥੋਂ ਨਾਲ ਦੀ ਮੌਜ ਸੱਚੀ ਨਹੀਂ ਮਿਲਦੀ ਕਿਤੇ। ਉਦੋਂ ਉਹਨੂੰ ਸਾਰੇ ਜੇਲ੍ਹ ਸਾਥੀਆਂ ਦਾ ਮੂੰਹ ਹੋਰ ਵੀ ਵਧੇਰੇ ਆਇਆ ਸੀ। ਜੇਲ੍ਹ ਸਾਥੀਆਂ ਦਾ ਮੋਹ ਹੋਰ ਵੀ ਵਧੇਰੇ ਆਇਆ ਸੀ। ਇੱਕ ਵਾਰੀ ਤਾਂ ਧਾਹਾਂ ਮਾਰ ਕੇ ਰੋਣ ਨੂੰ ਵੀ ਮਨ ਉੱਛਲ ਪਿਆ ਸੀ। ਆਪਣੀ ਇਹ ਹਾਲਤ ਉਹਨੂੰ ਬੜੀ ਉਪਰੀ ਲੱਗੀ। ਕੋਈ ਬੰਦਾ ਘਰ ਮੁੜਦਿਆਂ ਵੀ ਇਉਂ ਉਦਾਸ ਹੋ ਸਕਦਾ। ਮੰਡੀਓਂ ਘਰ ਨੂੰ ਮੁੜਦਿਆਂ ਤਾਂ ਉਹਨਾਂ ਦਾ ਨਾਰਾ ਬਲਦ ਵੀ ਸਾਰੇ ਰਾਹ ਲੀਹਾਂ ਪਾੜਦਾ ਤੁਰਿਆ ਆਉਂਦਾ ਹੁੰਦਾ ਸੀ, ਚਾਹੇ ਕਿੰਨਾ ਥੱਕਿਆ ਕਿੰਨਾ ਭੁੱਖਾ ਹੁੰਦਾ, ਪਰ ਦੂਜੇ ਬਲਦ ਨੂੰ ਫੇਰ ਵੀ ਦਬਾਈ ਰੱਖਦਾ। ਜਿੱਥੇ ਕਿਤੇ ਪੁਲ ਦੀ ਜਾਂ ਰਾਹ ਦੀ ਢਲਕ ਆ ਜਾਂਦੀ ਉੱਥੇ ਘੋੜੇ ਵਾਂਗ ਭੱਜ ਤੁਰਦਾ, ਨੱਥ ਵੀ ਨਹੀਂ ਸੀ ਸੰਭਾਲਣ ਦਿੰਦਾ। ਤੇ ਉਹਨੇ ਇੱਕ ਵਾਰ ਤਾਂ ਸਿਰ ਚੁੱਕ ਕੇ ਵੇਖਿਆ। ਢਿੰਗੜ ਪਿੰਡ ਦਾ ਨੇੜਾ ਸੀ। ਬਾਹਰ ਨਾਂਗੇ ਸੰਤਾਂ ਦੇ ਡੇਰੇ ਦੁਆਲੇ ਲੱਗੀਆਂ ਉੱਚੀਆਂ ਟਾਹਲੀਆਂ, ਨਿੰਮ ਤੇ ਕਿੱਕਰਾਂ ਦਾ ਦ੍ਰਿਸ਼ ਬੜਾ ਅਜੀਬ ਲੱਗਦਾ ਸੀ। ਪਿੰਡ ਦੇ ਭੌਂਕਦੇ ਕੁੱਤੇ, ਕਿਤੇ ਕਿਤੇ ਦਿਸਦਾ ਦੀਵੇ ਲਾਲਟਨਾਂ ਦਾ ਚਾਨਣ ਤੇ ਇੱਕ ਕੋਠੇ ਤੇ ਕੱਚੇ ਚੁਬਾਰੇ ਮੂਹਰੇ ਮੱਚਦੀ ਅੱਗ ਦੀਆਂ ਲਾਟਾਂ। ਸਭ ਕੁਝ ਉਪਰਾ ਉਪਰਾ ਸੀ, ਬਿਲਕੁਲ ਇੰਜ ਜਿਵੇਂ ਨਿੱਕੇ ਹੁੰਦਿਆਂ ਬਾਤਾਂ ਸੁਣਨ ਵੇਲੇ ਕਲਪਨਾ ਵਿੱਚ ਕਿਸੇ ਪਿੰਡ ਦਾ ਦ੍ਰਿਸ਼ ਚਿਤਵਦਾ ਹੁੰਦਾ ਸੀ। ਰਾਹ ਸਿੱਧਾ ਪਿੰਡ ਵਿੱਚੋਂ ਦੀ ਲੰਘਦਾ ਸੀ। ਫਿਰਨੀ ਉੱਤੇ ਜਾਓ ਤਾਂ ਖਾਸਾ ਵਿੰਗ ਪੈਂਦਾ ਸੀ। ਸਾਰੇ ਰਾਹੀ ਪਾਂਦੀ ਪਿੰਡ ਦੇ ਵਿੱਚੋਂ ਦੀ ਲੰਘਦੇ ਸਨ। ਸਿਰਫ ਗੱਡੇ ਭੇਡੇ ਹੀ ਫਿਰਨੀ ਉੱਤੋਂ ਹੋ ਕੇ ਜਾਂਦੇ ਸਨ। ਪਰ ਉਹ ਫੇਰ ਵੀ ਉਤਲੀ ਫਿਰਨੀ ਵੱਲ ਮੁੜ ਪਿਆ। ਪਿੰਡੋਂ 2 ਵਾਹਣ ਉਰਾਂ ਹੀ ਕੰਬਲ ਮੂੰਹ ਦੁਆਲੇ ਵਲੇਟ ਲਿਆ। ਫਿਰਨੀ ਤੇ ਤੁਰਿਆ ਜਾਂਦਾ ਵੀ ਉਹਨੇ ਤਰੈ ਕੇ ਕਈ ਵਾਰੀ ਉਹ ਮੁੜ ਕੇ ਪਿਛਾਂ ਤੱਕਿਆ, ਜਿਵੇਂ ਮਗਰ ਲੱਗੇ ਕਿਸੇ ਬੰਦੇ ਦਾ ਸ਼ੱਕ ਹੋਵੇ। ਇਸ ਪਿੰਡੋਂ ਕੋਹ ਗਾਂ ਉਹਨਾਂ ਦੇ ਪਿੰਡ ਦੀ ਜੂਹ ਲੱਗ ਜਾਂਦੀ ਸੀ। ਪਿੰਡੋਂ 2-3 ਵਾਹਣ ਬਾਹਰ ਉਹਦੀ ਉਦਾਸੀ ਇਸ ਵਾਰ ਤਾਂ ਉੱਕਾ ਉੱਡ ਪੁੱਡ ਗਈ। ਇਉਂ ਲੱਗਣ ਲੱਗ ਪਿਆ ਜਿਵੇਂ ਪੈਰਾਂ ਹੇਠ ਕੋਈ ਮੁੱਠਾਂ ਭਰ ਭਰ ਕੱਤੇ ਦੀ ਮੱਠੀ ਮੱਠੀ ਠੰਡ ਵਿੱਚ ਸਰਵੀ ਭੁਰਭੁਰੀ ਨਿੱਘੀ ਮਿੱਟੀ ਖਿਲਾਰ ਰਿਹਾ ਹੋਵੇ। ਉਹਨਾਂ ਦੇ ਖੇਤ ਦੀ ਮਿੱਟੀ ਵੀ ਕਈ ਚੀਜ਼ ਏ। ਕਹਿੰਦੇ ਬੰਦਾ ਵੀ ਮਿੱਟੀ ਦਾ ਹੀ ਬਣਿਆ, ਮਿੱਟੀ 'ਚ ਹੀ ਰਲ ਜਾਂਦਾ। ਸ਼ਾਇਦ ਇਸੇ ਕਰਕੇ ਇਸ ਨਾਲ ਇੰਨਾ ਮੋਹ ਹੁੰਦਾ ਹੋਵੇ। ਮਨ ਰਤਾ ਟਹਿਕ ਪਿਆ ਸੀ। ਸਾਹਮਣੇ ਕੱਸੀ ਦੀਆਂ ਪੜੀਆਂ ਪੌਣ ਕੱਢਣ ਨਾਲ ਹੋਰ ਉੱਚੀਆਂ ਹੋ ਗਈਆਂ ਲੱਗਦੀਆਂ ਸਨ, ਨਿੱਕੀਆਂ ਨਿੱਕੀਆਂ ਪਹਾੜੀਆਂ ਵਰਗੀਆਂ। ਪਰ ਉਹਨਾਂ ਉੱਤੇ ਜਿਹੜੀਆਂ ਕਿੱਕਰਾਂ ਖੜੋਤੀਆਂ ਹੁੰਦੀਆਂ ਸਨ, ਉਹਨਾਂ 'ਚ ਕੋਈ ਨਹੀਂ ਸੀ ਦਿਸਦੀ। ਪਰਾਂ ਝੰਡੇ ਕੇ ਖੇਤ ਕੋਲ ਇੱਕ ਮਰਨਾਊ ਜਿਹੀ ਬੇਰੀ ਰਹਿ ਗਈ ਸੀ। ਘੁੰਨੀਆਂ ਪੜੀਆਂ ਹੋਰ ਵੀ ਉਪਰੀਆਂ ਲੱਗਦੀਆਂ ਸਨ, ਪਰ ਕੱਸੀ ਉਹ ਸੀ ਜਿਸ ਨਾਲ ਬਚਪਨ ਤੋਂ ਲੈ ਕੇ ਡੂੰਘੀ ਸਾਂਝ ਰਹੀ ਸੀ। ਸੱਜੇ ਪਾਸਿਓਂ ਇੱਕ ਟਟੀਰੀ ਟਿਆਂਕ ਦੀ ਲੰਘੀ ਤੇ ਕੱਸੀ ਵਾਲੀ ਕੱਲਮ ਕੱਲੀ ਬੇਰੀ ਵੱਲ ਉੱਡਦੀ ਹਨੇਰੇ ਦੀ ਚੁੱਪ ਨੂੰ ਕੱਚ ਦੇ ਗਲਾਸ ਵਾਂਗ ਤਿੜਕਾ ਆ ਗਈ। ਇਸ ਨਾਲ ਅੰਦਰੋਂ ਸਹਿਮ ਜਿਹਾ ਪੈਦਾ ਹੋਇਆ ਤੇ ਸਿਰ ਤੋਂ ਪੈਰਾਂ ਤਾਈਂ ਝਰਨਾਹਟ ਛਿੜ ਗਈ। ਅਗਾਂਹ ਉਹਨਾਂ ਦੇ ਖੇਤ ਸਨ। ਡੰਡੀ ਉਹਨਾਂ ਦੇ ਖਾਲ ਕੋਲੋਂ ਦੀ ਲੰਘਦੀ ਸੀ। ਰਾਹ ਉੱਤੋਂ ਦੀ ਵਿੰਗ ਬੜਾ ਪੈਂਦਾ ਸੀ। ਜਿੱਥੋਂ ਡੰਡੀ ਪਾਟਦੀ ਸੀ ਉੱਥੋਂ 20 ਕਰਮਾਂ ਉਰਾਹੀਂ ਉਹਦਾ ਦਿਲ ਰਤਾ ਤੇਜ਼ ਧੜਕਣ ਲੱਗ ਪਿਆ ਤੇ ਮੋਢੇ ਤੇ ਟੰਗੇ ਫੁੱਲਾਂ ਵਾਲੇ ਝੋਲੇ ਦੀ ਤਣੀ ਹੇਠ ਖਿਸਕ ਆਈ। ਖੜੋ ਕੇ ਝੋਲਾ ਸੂਤ ਕੀਤਾ ਤੇ ਉਸ ਵਿੱਚ ਲਿਆਂਦੇ ਕੁਝ ਪੁਰਾਣੇ ਕੱਪੜੇ ਤੇ ਨਿਆਣਿਆਂ ਦੇ ਖਿਡੌਣੇ ਟੋਹ ਕੇ ਵੇਖਣ ਲੱਗ ਪਿਆ। ਕੰਬਲ ਦੀ ਬੁੱਕਲ ਮੁੜ ਸੂਤ ਕੀਤੀ ਤੇ ਜੁੱਤੀ 'ਚ ਪਿਆ ਰਾਹ ਦਾ ਠਰਿਆ ਰੇਤਾ ਝਾੜ ਕੇ ਮੁੜ ਤੁਰਿਆ ਤਾਂ ਡੰਡੀ ਕੋਲ ਆ ਕੇ ਉਧਰ ਮੁੜਨ ਨੂੰ ਚਿੱਤ ਨਹੀਂ ਮੰਨਿਆ। ਪਰ 2 ਕਰਮਾਂ
ਚਾਲ ਜ਼ਰੂਰ ਮੱਠੀ ਪੈ ਗਈ। ਉਂਝ ਤੁਰਿਆ ਸਿੱਧੇ ਰਾਹ ਹੀ ਗਿਆ। ਕੱਸੀ ਟੱਪ ਕੇ ਰਾਹ ਜਿਵੇਂ ਬਿਲਕੁਲ ਬਦਲ ਗਿਆ, ਸਿੱਧਾ ਸਪਾਟ। ਨਾ ਪਾਸੀਓਂ ਪੜੀਆਂ ਸਨ, ਨਾ ਪੁਰਾਣੇ ਝਾੜ ਮੱਲੇ। ਉਂਝ ਵੀ ਇਉਂ ਲੱਗਦਾ ਸੀ ਜਿਵੇਂ ਭੂਰੀ ਕਾਲੀ ਸੜਕ ਬਣਾਈ ਹੋਈ ਹੋਵੇ ਦੋਹੀਂ ਪਾਸੇ। ਪਿੰਡ ਤਾਈਂ ਕੋਈ ਦਰਖਤ ਨਹੀਂ ਸੀ ਦਿਸਦਾ। ਪੁਰਾਣੇ ਰਾਹ ਦਾ ਕਿਧਰੇ ਨਾਂ ਨਿਸ਼ਾਨ ਨਹੀਂ ਸੀ। ਮੁਰੱਬਾਬੰਦੀ ਵਿੱਚ ਹੀ ਸਭ ਅਦਲਾ ਬਦਲੀ ਹੋਈ ਲੱਗਦੀ ਸੀ। ਇਸ ਗੱਲ ਤੇ ਉਹਦਾ ਚਿੱਤ ਫੇਰ ਰਤਾ ਟਹਿਣਾ ਪੈ ਗਿਆ। ਗਿੱਟੇ ਠਰਨ ਕਾਰਨ ਪੈਰ ਜਿਵੇਂ ਥਿੜਕਣ ਲੱਗ ਪਏ ਸਨ। ਸੱਜੇ ਗੋਡੇ 'ਚ ਕਰਕ ਨਿਕਲ ਗਈ ਤੇ ਪੀੜ ਨਾਲ ਹੌਲੀ ਹੌਲੀ ਤੁਰਨ ਲੱਗ ਪਿਆ। ਪਿੰਡ ਵੱਲ ਗੌਰ ਨਾਲ ਤੱਕਿਆ ਤਾਂ ਸਭ ਕਾਸੇ ਨਾਲੋਂ ਹੀ ਉਪਰਾ ਲੱਗਿਆ। ਕੋਠਿਆਂ ਉੱਤੇ 6-7 ਥਾਈਂ ਦੀਵੇ ਜਗਦੇ ਦਿਸੇ। ਕਿੱਥੇ ਸਾਰੇ ਪਿੰਡ 'ਚ 3 ਚੁਬਾਰੇ ਹੁੰਦੇ ਸਨ। ਇੱਕ ਉਹਨਾਂ ਦਾ ਤੇ 2 ਪ੍ਰਤਾਪੇ ਦੇ ਦਿਆਲੇ ਕੇ ਪਰ ਕੱਚੇ। ਪਿੰਡ ਦਾ ਵਧਾ ਵੀ ਹੋਰ ਖਿਲ ਰਿਹਾ ਲੱਗਦਾ ਸੀ। ਇੱਧਰ ਰਾਹ ਵੱਲ ਕਿੰਨੇ ਹੀ ਘਰ ਨਵੇਂ ਪਏ ਹੋਏ ਸਨ। ਪਿੰਡ ਦੀ ਫਿਰਨੀ ਤੇ ਖੜੋਤੀਆਂ ਕਿੱਕਰਾਂ 'ਚ ਹੁਣ ਕੋਈ ਨਹੀਂ ਸੀ ਰਹੀ। ਬੋੜੇ ਖੂਹ ਵਾਲੇ ਪਿੱਪਲ ਦਾ ਸੰਘਣਾ ਪਰਿਵਾਰ 4 ਕੁ ਟਹਿਣੀਆਂ ਰਹਿ ਗਿਆ ਸੀ, ਜਿਵੇਂ ਖਰੈਤੀ ਬਾਣੀਏ ਦੇ ਸਿਰ ਤੋਂ ਵਾਲ ਝੜ ਗਏ ਹੋਣ। ਤੇ ਹੋਰ ਨੇੜੇ ਆ ਕੇ ਉਹਨੂੰ ਚਾਹੁੰਦੀ ਲੱਗ ਗਈ, ਜਿਵੇਂ ਸੱਚੀ ਕਿਸੇ ਹੋਰ ਪਿੰਡ ਆ ਗਿਆ ਹੋਵੇ। ਗੋਡਾ ਵਧੇਰੇ ਚਸਕਣ ਲੱਗ ਪਿਆ ਸੀ। ਪਲਕੂ ਮਗਰੋਂ ਇਉਂ ਲੱਗਿਆ ਜਿਵੇਂ ਪੈਰ ਧਰੀਕਦਾ ਤੁਰ ਰਿਹਾ ਹੋਵੇ। ਫਿਰ ਚਾਨਚੱਕ ਅੰਦਰੋਂ ਧੂਏ ਵਾਂਗ ਉੱਠ ਕੇ ਗੁਬਾਰ ਜਿਹਾ ਸਿਰ ਨੂੰ ਚੜ੍ਹਦਾ ਜਾਪਿਆ ਤੇ ਇੱਕ ਬੜਾ ਉਪਰਾ ਖਿਆਲ ਅੱਗ ਦੀ ਲਾਟ ਵਾਂਗ ਸਾਰੇ ਪਿੰਡੇ ਨੂੰ ਲੂਹ ਗਿਆ ਜਾਪਿਆ। ਕਿਸੇ ਨੂੰ ਇਸ ਗੱਲ ਦਾ ਕੋਈ ਖਿਆਲ ਨਹੀਂ ਕਿ ਅੱਜ ਆਉਣਾ। ਪਿਛਲੀ ਮੁਲਾਕਾਤ ਵੇਲੇ ਛੋਟੇ ਨੂੰ ਇਹ ਦਿਨ ਤੇ ਤਰੀਕ ਦੱਸੀ ਵੀ ਸੀ ਸ਼ਾਇਦ, ਪਰ ਜੇ ਨਹੀਂ ਸੀ ਦੱਸੀ ਤਾਂ ਪਤਾ ਕਰਨ ਦਾ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ। ਚਲੋ, ਕਿਸੇ ਤੋਂ ਉੱਥੇ ਨਹੀਂ ਸੀ ਅਪੜਿਆ ਗਿਆ ਤਾਂ ਇੱਥੇ ਸਟੇਸ਼ਨ ਤੇ ਤਾਂ ਕੋਈ ਆ ਜਾਂਦਾ। ਚਿੱਤ ਸੱਚੀ ਭੈੜਾ ਪੈ ਗਿਆ। ਫਿਰ ਅਚਾਨਕ ਉਸੇ ਵੇਲੇ ਆਪਣੀ ਟਿੱਬੀ ਵਾਲ ਬਾਹਲੇ ਘਰ ਦਾ ਚੇਤਾ ਆ ਗਿਆ। ਚਿੱਤ ਕੰਡੇ 'ਚ ਹੋ ਗਿਆ, ਜਿਵੇਂ ਕੋਈ ਪੁਰਾਣਾ ਮੇਲੀ ਮਿਲ ਪਿਆ ਹੋਵੇ। ਉੱਥੋਂ ਹੀ ਪਿੰਡੋਂ 3-4 ਵਾਹਣ ਬਾਹਰੋਂ ਖੇਤਾਂ ਵਾਲੀ ਇੱਕ ਡੰਡੀ ਪੈ ਕੇ ਉਹ ਟਿੱਬੀ ਵੱਲ ਮੁੜ ਪਿਆ। ਚਮਿਆਰਾਂ ਦੇ ਘਰਾਂ ਕੋਲੋਂ ਲੰਘਦਿਆਂ ਉਹਨੇ ਨਿਗਾਹ ਮਾਰੀ। ਸਾਰੇ ਘਰ ਉਵੇਂ ਦੀ ਉਵੇਂ ਕਾਇਮ ਸਨ। ਸਰਬਣ ਕਾਰੀਗਰ ਦੇ ਖਰਾਸ ਦਾ ਮਨਾ ਉਵੇਂ ਖੜੋਤਾ ਸੀ, ਪਰ ਖਰਾਸ ਪੁੱਟਿਆ ਗਿਆ ਸੀ। ਸਰਬਣ ਦੇ ਕਾਰਖਾਨੇ ਦੀ ਬਾਹਰਲੀ ਕੰਧ ਦਾ ਇੱਕ ਕੌਲਾ ਢਹਿ ਗਿਆ ਸੀ ਤੇ ਆਰਨ ਦੇ ਉੱਤੇ ਪਾਇਆ ਛੱਪਰ ਵੀ ਪਹਿਲਾਂ ਨਾਲੋਂ ਹੋਰ ਤਰ੍ਹਾਂ ਦਾ ਲੱਗਦਾ ਸੀ, ਪਰ ਇਹਨਾਂ 'ਚ ਓਪਰਾ ਕੁਝ ਨਹੀਂ ਸੀ। ਇੱਕ ਬੰਦਾ ਕਹੀ ਤੇ ਗੰਡਾਸੀ ਜਾਂ ਸ਼ਾਇਦ ਸਲੰਗਾ ਮੋਢੇ ਤੇ ਧਰੀ ਭੱਜਿਆ ਆਉਂਦਾ ਗਲੀਓਂ ਬਾਹਰ ਨਿਕਲਿਆ ਤੇ ਉਹਦੇ ਪਿਛਲੇ ਪਾਸਿਓਂ ਹੋ ਕੇ ਪਹਾੜ ਵਾਲੇ ਪਾਸੇ ਦੇ ਖੇਤਾਂ ਵੱਲ ਹੋ ਗਿਆ। ਉਹਦੀ ਭਾਜ ਕੁੰਡੇ ਕੇ ਗੱਜਣ ਵਰਗੀ ਸੀ। ਉਹ ਬੜਵਾਇਆ ਹੀ ਉਹ ਬੋਲ ਮਾਰਨ ਲੱਗਿਆ, ਪਰ ਨਾਲ ਦੀ ਨਾਲ ਕੋਈ ਹੋਰ ਖਿਆਲ ਆ ਗਿਆ ਤੇ ਚੁੱਪ ਕਰਕੇ ਉਸ ਵੱਲ ਵੇਖਣ ਲੱਗ ਪਿਆ। ਆਵਾਜ਼ ਨਹੀਂ ਮਾਰ ਸਕਿਆ ਸੀ ਤਾਂ ਉਹ ਗੱਜਣੀ ਰੇਰੂ ਵਾਲੇ ਖੇਤ ਵੱਲ ਮੁੜ ਗਿਆ ਸੀ। ਟਿੱਬੀ ਵਾਲਾ ਘਰ ਸਾਹਮਣੇ ਦਿਸਿਆ ਤਾਂ ਉਹਦੇ ਆਸੇ-ਪਾਸੇ ਕਪਾਹ ਨਰਮਾ ਵੇਖ ਕੇ ਉਹ ਠਠੰਬਰ ਗਿਆ। ਟਿੱਬੀ ਵੀ ਉੱਤੋਂ ਪੱਧਰੀ ਹੋਈ ਲੱਗਦੀ ਸੀ। ਉਹਨਾਂ ਦੀ ਨਿਆਈ ਦੀ ਵੱਟ ਵਾਲੀ ਟਾਹਲੀ ਤੇ ਨਿੰਮ ਦੋਏ ਕਿਧਰੇ ਨਹੀਂ ਸਨ ਦਿਸਦੇ। ਘਰ ਦੇ ਵਿਹੜੇ ਦੀ ਇੱਧਰਲੀ ਕੰਧ ਨਿੱਕੀ ਨਿੱਕੀ ਲੱਗਦੀ ਸੀ। ਇਹ ਵਿਹੜੇ ਵਿੱਚ ਖੜੋਤੇ ਨਿੰਮ ਦਾ ਪਰਿਵਾਰ ਬੋੜੇ ਖੂਹ ਵਾਲੇ ਪਿੱਪਲ ਵਾਂਗ ਹੀ 4 ਕੁ ਟਾਹਣੀਆਂ ਰਹਿ ਗਿਆ ਸੀ। ਜਿਉਂ-ਜਿਉਂ ਨੇੜੇ ਤੁਰਿਆ ਗਿਆ, ਚਿੱਤ ਹੋਰ ਕਾਲਾ ਪੈਂਦਾ ਗਿਆ। ਕੁਝ ਵੀ ਪਹਿਲਾਂ ਵਾਂਗ ਨਹੀਂ ਸੀ ਦਿਸਦਾ। ਘਰ ਤਾਈਂ ਅਪੜਨ ਲਈ ਕਿਸੇ ਪਾਸਿਓਂ ਰਾਹ ਨਹੀਂ ਸੀ ਦਿਸਿਆ। ਇੱਧਰ ਸੰਘਣਾ ਨਰਮਾ ਸੀ। ਏਡੀ ਰੇਤਲੀ ਪੈਲੀ ਵਿੱਚ ਅਜਿਹਾ ਨਰਮਾ ਵੇਖ ਕੇ ਬੜੀ ਹੈਰਾਨੀ ਹੋਈ। ਟਿੱਬੀ ਵੀ ਉੱਤੋਂ ਜਿਵੇਂ ਕਿਸੇ ਨੇ ਕਰਾਹ ਦਿੱਤੀ ਸੀ। ਧਰਤੀ ਹੋਰ ਦੀ ਹੋਰ ਹੋਈ ਲੱਗਦੀ ਸੀ। ਖੱਬੇ ਪਾਸੇ ਮੁੜ ਕੇ ਖਾਲ ਵੇਖਿਆ, ਪਰ ਇੱਕ ਵੱਟ ਦਾ ਸੰਨ ਥਿਆ ਗਿਆ। ਵਿੱਚੋਂ ਦੀ ਲੰਘ ਕੇ ਵੱਟ ਉੱਤੋਂ ਦੀ ਹੁੰਦਾ ਜਦੋਂ ਘਰ ਦੇ ਕੋਲ ਪਹੁੰਚਿਆ ਤਾਂ ਸੱਚ ਨਹੀਂ ਆਇਆ ਕਿ ਉਹ ਘਰ ਸੀ ਜਿੱਥੇ ਉਹਦੀ ਜਵਾਨੀ ਪਰਵਾਨ ਚੜੀ ਸੀ, ਜਿੱਥੇ ਉਹ ਪਰਿਵਾਰ ਦਾ ਮੋਹਰੀ ਬਣ ਕੇ ਕਈ ਵਾਰੀ ਕਬੀਲਦਾਰੀ ਸਾਂਭਦਾ ਰਿਹਾ ਸੀ। ਵਿਹੜੇ ਦੀ ਕੰਧ ਢਹਿ ਕੇ ਮਸਾਂ ਲੱਕ ਤਾਈਂ ਰਹਿ ਗਈ ਸੀ। 1-2 ਥਾਵਾਂ ਤੋਂ ਤਾਂ ਉਹ ਲਾਂਘ ਭਰ ਕੇ ਟੱਪੀ ਜਾ ਸਕਦੀ ਸੀ। ਕੰਧ ਦੇ ਨਾਲ ਘਾਹ ਫੂਸ ਉੱਗਰ ਆਇਆ ਸੀ। ਨੀਵਾਂ ਹੋ ਕੇ ਹੱਥ ਮਾਰਿਆ ਤਾਂ ਭੁੰਜੇ ਪਈ ਕਿਸੇ ਮੋੜੀ ਦਾ ਕੰਡਾ ਵੱਜ ਗਿਆ। ਪੀੜ ਨਾਲ ਅੱਖਾਂ 'ਚੋਂ ਪਾਣੀ ਸਿਮ ਆਇਆ। ਕੰਡੇ ਦੀ ਇੰਨੀ ਪੀੜ, ਕੋਈ ਸਮਝ ਨਹੀਂ ਆਈ। ਮਗਰਲੀ ਸਬਾਤ ਦੇ ਐਨ ਨਾਲੋਂ ਕੰਧ ਬਿਲਕੁਲ ਡਿੱਗ ਪਈ ਸੀ। ਉੱਥੋਂ ਦੀ ਟੱਪ ਕੇ ਅੰਦਰ ਲੰਘ ਗਿਆ। ਵਿਹੜੇ 'ਚ ਘਾਹ ਝਾੜ ਬਰੂਟ ਉਗਰੇ ਹੋਏ ਸਨ। ਥਾਂ-ਥਾਂ ਕਿੱਕਰਾਂ ਬੇਰੀਆਂ ਦੇ ਝਾਫੇ ਪਏ ਸਨ, ਜਿਵੇਂ ਬੱਕਰੀਆਂ ਵਾਲੇ ਇੱਥੇ ਲਿਆ ਕੇ ਜੜਾਂ ਨੂੰ ਲਾਂਗੀ ਚਾਰਦੇ ਰਹੇ ਹੋਣ। ਕੰਧ ਦੇ ਨਾਲ-ਨਾਲ ਬਣਾਈ ਖੁਰਲੀ ਸਾਰੀ ਢਹਿ ਗਈ ਸੀ। ਵਿਹੜੇ ਵਾਲੇ ਬੂਹੇ ਦੇ 2 ਤਖਤੇ ਲਾਏ ਹੋਏ ਸਨ। ਚੁਗਾਠ ਵੀ ਇੱਕ ਪਾਸਿਓਂ ਟੇਢੀ ਹੋਈ ਲੱਗਦੀ ਸੀ। ਉਤਲੀਆਂ ਇੱਟਾਂ ਸਾਰੀਆਂ ਡਿੱਗ ਪਈਆਂ ਸਨ। ਕਾਲਾ-ਕਾਲਾ ਬੂਹਾ ਦਿਓ ਦੇ ਅੱਡੇ ਹੋਏ ਮੂੰਹ ਵਾਂਗ ਭਿਆਨਕ ਜਾਪਿਆ।
ਕਦੇ ਇਸੇ ਬੂਹੇ ਵਿੱਚੋਂ ਦੀ ਉਹ ਚੁੱਲ੍ਹੇ ਮੂਹਰੇ ਬੈਠਾ ਨੀਵੀਆਂ ਪੈਲੀਆਂ ਵਿਚਲੀ ਮਖਮਲੀ ਹਰੇਵਾਈ ਨੂੰ ਮੁੱਠੀ ਦੀ ਦੂਰਬੀਨ ਬਣਾ ਕੇ ਵੇਖਦਾ ਹੁੰਦਾ ਸੀ। ਇਹ ਉਹਦੇ ਲਈ ਕਲਪਿਆ ਅਤ ਸੁਹਾਣਾ ਦ੍ਰਿਸ਼ ਹੁੰਦਾ ਸੀ। ਸੱਜੇ ਪਾਸੇ ਦੀ ਕੰਧ ਨਾਲ ਰੋਟੀ ਟੁੱਕ ਵਾਲੇ ਬਣਾਏ ਥਾਂ ਤੇ ਜਿਹੜਾ ਪਿੱਛੋਂ ਉਹਨਾਂ ਛੱਤ ਵੀ ਲਿਆ ਸੀ, ਕਿਤੇ ਨਾਂ ਨਿਸ਼ਾਨ ਨਹੀਂ ਸੀ। ਦੋਹਾਂ ਕੋਠੜੀਆਂ ਦੇ ਬੂਹੇ ਜ਼ਰੂਰ ਬੰਦ ਸਨ। ਦੋਹਾਂ ਨੂੰ ਵੱਡੇ ਵੱਡੇ ਜੰਦਰੇ ਵੀ ਵੱਜੇ ਹੋਏ ਸਨ, ਪਰ ਕੰਧਾਂ ਉੱਤੋਂ ਲਿਓੜ ਡਿੱਗ ਹੇਠੋਂ ਇੱਟਾਂ ਨਿਕਲ ਆਈਆਂ ਸਨ। ਉੱਤੋਂ ਬਨੇਰੇ ਵੀ ਢਹਿ ਗਏ ਲੱਗਦੇ ਸਨ। ਖੱਬੇ ਪਾਸੇ ਲੱਕੜ ਦੇ ਪਰਨਾਲੇ ਦੀ ਥਾਂ ਗਿੱਠਕੂ ਦਾ ਕੋਈ ਟੀਨ ਦਾ ਟੁੰਡ ਜਿਹਾ ਲੱਗਿਆ ਹੋਇਆ ਸੀ ਤੇ ਘਰ ਦਾ ਇਹ ਹਾਲ ਵੇਖਣ ਮਗਰੋਂ ਉਹਦੀ ਜਿਵੇਂ ਧਾਹ ਨਿਕਲਣ ਲੱਗੀ। ਕਈ ਵਾਰੀ ਇਸ ਘਰ ਦੇ ਸੁਪਨੇ ਆਉਂਦੇ ਰਹੇ ਸਨ। ਹਰ ਦੂਜੀ ਤੀਜੀ ਰਾਤ ਕੋਈ ਸੁਪਨਾ ਜਿਹਾ ਆਉਂਦਾ ਕਿ ਉਹ ਇਸੇ ਘਰ ਨੂੰ ਅਗਲਾ ਸਾਰਾ ਦਿਨ ਚਿਤਵਦਾ ਰਹਿੰਦਾ, ਆਪਣੇ ਨਾਲ ਦਿਆਂ ਕੋਲੇ ਦੀਆਂ ਗੱਲਾਂ ਕਰਦਾ ਰਹਿੰਦਾ। ਕਦੇ ਚੇਤਾ ਵੀ ਨਹੀਂ ਸੀ ਕਿ ਮਗਰੋਂ ਉਸੇ ਘਰ ਦੀ ਇਹ ਹਾਲਤ ਹੋ ਗਈ ਹੋਏਗੀ। ਫਿਰ ਚਾਰ ਚੁਫੇਰੇ ਕਾਲੀ ਬੋਲੀ ਹਨੇਰੀ ਵਾਂਗ ਧੁੰਦ ਜਿਹੀ ਖਿਲਰੀ ਤੇ ਸਭੋ ਕੁਝ ਦਿਸਣੋਂ ਹਟ ਗਿਆ। ਮਿੱਟੀਓਂ ਸਖਣੀ ਨੰਗੀਆਂ ਇੱਟਾਂ ਵਾਲੀ ਕੰਧ ਨਾਲ ਮੋਢਾ ਲਾ ਕੇ ਉਹ ਕਿੰਨਾ ਚਿਰ ਖੜੋਤਾ ਰਿਹਾ। ਕੰਨਾਂ 'ਚ ਸਾਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਤੇ ਪਿੰਡਾ ਇਉਂ ਮੱਚਣ ਲੱਗ ਪਿਆ ਜਿਵੇਂ ਕਿਸੇ ਨੇ ਸਿਰ 'ਚ ਭੁੱਬਲ ਦਾ ਬੱਠਲ ਪਾ ਦਿੱਤਾ ਹੋਵੇ। ਖਾਸੇ ਚਿਰ ਪਿੱਛੋਂ ਮਹਿਸੂਸ ਹੋਇਆ ਜਿਵੇਂ ਉੱਥੇ ਖੜੋਤਿਆਂ ਕਿਸੇ ਨੇ ਉਹਨੂੰ ਵੇਖ ਲਿਆ ਹੋਵੇ ਤੇ ਉਬੜਵਾਈ ਕੰਧ ਟੱਪ ਕੇ ਬਾਹਰ ਆ ਗਿਆ। ਪਿੰਡ 'ਚ ਸੱਚੀ ਖਾਸਾ ਰੌਲਾ ਜਿਹਾ ਪਿਆ ਹੋਇਆ ਸੀ। ਤਿੱਖੇ ਬੋਲ, ਘੱਗੀਆਂ ਆਵਾਜ਼ਾਂ, ਤੂੰ ਮੈਂ ਦਾ ਦੱਬਵਾਂ ਸ਼ੋਰ ਸੁਣਾਈ ਦਿੰਦਾ ਸੀ। ਕਈ ਆਵਾਜ਼ਾਂ ਜਾਣੀਆਂ ਪਛਾਣੀਆਂ ਵੀ ਲੱਗਦੀਆਂ ਸਨ। ਕਾਲੇ ਪੈਰੀ ਨਰਮੇ ਦੀ ਉਸ ਵੱਟ ਉੱਤੋਂ ਦੀ ਹੋ ਕੇ ਮੁੜਦਿਆਂ ਉਹ ਮਾਨਾਂ ਵਾਲੀ ਗਲੀ ਵੱਲ ਤੁਰ ਪਿਆ। ਪਰ ਗਲੀ ਤੋਂ ਪਹਿਲਾਂ ਨਿਹਾਲੇ ਸੌਣੀ ਦੇ ਵਿਹੜੇ 'ਚ ਮੱਚਦੀ ਅੱਗ ਦੇ ਭਾਂਬੜ ਵੇਖ ਕੇ ਕੁਝ ਤਰਹਿੰਦਿਆਂ ਖੜੋ ਗਿਆ। ਅੰਦਰੋਂ ਆਉਂਦਾ ਚਾਨਣ ਗਲੀ 'ਚ ਪੈਂਦਾ ਸੀ। ਦਰਵਾਜ਼ੇ 'ਚ ਕੋਈ ਮੁੰਡਾ ਵਿਹੜੇ 'ਚ ਫਿਰਦੀ ਆਪਣੀ ਮਾਂ ਨਾਲ ਉੱਚੀ ਖੈਬੜਦਾ ਪਸ਼ੂਆਂ ਨੂੰ ਬੰਨ੍ਹਦਾ ਖੋਲਦਾ ਫਿਰਦਾ ਸੀ। ਵਿਹੜੇ 'ਚੋਂ ਨਿਹਾਲੇ ਸੌਣੀ ਦੀ ਘਰ ਵਾਲੀ ਪਰਸਿੰਨੀ ਹਿਰਖ ਨਾਲ ਰਿੱਝਦੀ ਮੁੰਡੇ ਨੂੰ ਮੰਦਾ ਚੰਗਾ ਬੋਲਦੀ ਫਿਰਦੀ ਸੀ। ਆ ਲੈਣ ਦੇ ਤੇਰੇ ਪਤੰਦਰ ਨੂੰ, ਦੱਸੂ ਨਾ ਬਈ ਕੀ ਬਚਨ ਬੋਲਦਾ। ਵੇ ਲੋੜਾ ਆ ਗਿਆ, ਤੁਸੀਂ ਜੰਮ ਮੁੱਕੇ ਨਹੀਂ, ਹੁਣੇ ਮੇਰਾ ਝਾਟਾ ਖੋਣ ਨੂੰ ਆਉਨੇ ਹੋ। ਗਾਹਾਂ ਨੂੰ ਤੁਸੀਂ ਸਾਨੂੰ ਕੀ ਪੱਟ ਦੇ ਭੰਗੂੜੇ ਝੁਟਾਓਗੇ ਹੈਂ? ਤੂੰ ਹੁਣੇ ਜਾ ਕੇ ਦੱਸਿਆ ਖਾਂ ਉਹਨੂੰ। ਮੁੰਡਾ ਉਹਦੇ ਨਾਲੋਂ ਵੀ ਤੇਜ਼ ਆਵਾਜ਼ 'ਚ ਜਵਾਬ ਦੇ ਰਿਹਾ ਸੀ। ਉਹ ਜਾਣੀ ਦੀ ਮੇਰੇ ਤੇ ਥਾਣੇਦਾਰ ਲੱਗਿਆ। ਬਹੁਤਾ ਆਕੜੋਂਗੇ ਮੈਂ ਜਾ ਕੇ ਭਰਤੀ ਹੋ ਜੂ, ਨਾਲੇ ਸਾਰਾ ਦਿਨ ਚੰਮ ਪਟਾਈਦਾ, ਅਜੇ ਇਹਨਾਂ ਦੇ ਨੱਕ ਹੇਠ ਹੀ ਨਹੀਂ ਕੁਛ ਆਉਂਦਾ। ਭਰਤੀ ਵਾਲੇ ਤਾਂ ਤੈਨੂੰ ਹੀ ਡੀਕਦੇ ਆ, ਨਾਲੇ ਉੱਥੇ ਜਾ ਕੇ ਸਿੱਧਾ ਲਪਟੈਣ ਲੱਗੇਗਾ। ਵੇਖੀ ਤਾਂ ਸਹੀ, ਤੇਰੇ ਵਰਗੇ ਲੱਥ ਤੰਦੂਰਾਂ ਵਾਲਿਆਂ ਦੀਆਂ ਬਾਟੀਆਂ ਮਾਂਜਦੇ ਹੁੰਦੇ ਆ ਮੇਲਿਆਂ 'ਚ, ਵੱਡੇ ਨਰੜਿਆਂ ਵਾਲੇ। ਚੇਤੇ ਤੇ ਜ਼ੋਰ ਪਾ ਕੇ ਉਹ ਸੋਚਿਆ ਕਿ ਨਿਹਾਲੇ ਦਾ ਇਹ ਕਿਹੜਾ ਮੁੰਡਾ ਸੀ, ਪਰ ਆਵਾਜ਼ ਪਛਾਣੀ ਨਹੀਂ ਗਈ। ਫਿਰ ਖਿਆਲ ਆਇਆ ਕਿ 12-13 ਵਰ੍ਹੇ ਪਹਿਲਾਂ ਜਦੋਂ ਨਿਹਾਲੇ ਕੇ ਘਰ ਛੱਡ ਕੇ ਅੰਦਰਲੇ ਘਰ ਗਏ ਸਨ ਤਾਂ ਉਦੋਂ ਉਹਨਾਂ ਦਾ ਨਿੱਕਾ ਮੁੰਡਾ 5-6 ਵਰ੍ਹਿਆਂ ਦਾ ਸੀ। ਉਹਨੂੰ ਭੀਟੀ ਕਹਿੰਦੇ ਹੁੰਦੇ ਸੀ, ਸ਼ਾਇਦ ਉਹ ਹੋਵੇ। ਗੋਬਲੀਆਂ ਗੱਲਾਂ ਵਾਲਾ ਧੁੱਤਰ ਜਿਹਾ ਬੜੀ ਚੌੜ ਕਰਦਾ ਹੁੰਦਾ ਸੀ ਤੇ ਜਦੋਂ ਆਲਿਆਂ ਭੋਲਿਆਂ ਵਾਲੀ ਆਉਂਦੀ ਤਾਂ ਘੁੱਗੂ ਲੈ ਕੇ ਹਰੇਕ ਦੇ ਕੰਨ 'ਚ ਲਿਆ ਕੇ ਵਜਾਉਂਦਾ ਫਿਰਦਾ ਤੇ ਜਦੋਂ ਅਗਲਾ ਡਰ ਜਾਂਦਾ ਤਾਂ ਖਿੜਖੜਾ ਕੇ ਇੰਨਾ ਉੱਚੀ ਹੱਸਦਾ ਕਿ ਹੁੱਥੂ ਆਉਣ ਲੱਗ ਪੈਂਦੇ। ਉਹਨੂੰ ਨਿਹਾਲੇ ਦੇ ਸਾਰੇ ਮੁੰਡਿਆਂ 'ਚ ਉਹ ਚੰਗਾ ਲੱਗਦਾ ਸੀ ਤੇ ਉਹਦਾ ਜਿਵੇਂ ਮੱਲੋ ਮੱਲੀ ਜੀ ਕਰ ਆਇਆ ਕਿ ਚਾਚੀ ਪਰਸੀਨੀ ਨੂੰ ਮੱਥਾ ਟੇਕ ਜਾਏ। ਖਿਆਲ ਆਇਆ ਕਿ ਉਹਨੂੰ ਵਹਿੰਦਿਆਂ ਸਾਰ ਕਿਵੇਂ ਉਹਦੀ ਇਹ ਮੱਕੀ ਦੇ ਦਾਣਿਆਂ ਵਾਂਗ ਭੁੱਜਦੀ ਆਵਾਜ਼ ਇੱਕਦਮ ਮੱਖਣੀ ਵਰਗੀ ਕੂਲੀ ਹੋ ਜਾਏਗੀ। ਇਹ ਸੋਚ ਕੇ ਚਾਚੀ ਦਾ ਬੜਾ ਮੋਹ ਆਇਆ। ਉਹ ਜਿਵੇਂ ਆਪਣਾ ਰੌਂ ਬਦਲ ਸਕਦੀ ਸੀ ਉਵੇਂ ਕੋਈ ਹੋਰ ਬਦਲਦੀ ਹੁਣ ਤਾਂ ਹੀ ਨਹੀਂ ਸੀ ਵੇਖੀ। ਜਦੋਂ ਹਿਰਖਦੀ ਤਾਂ ਛਤਣੀ ਜਾ ਚੜ੍ਹਦੀ, ਪਰ ਜੇ ਕੋਈ ਅਜਿਹੇ ਵੇਲੇ ਹੱਸ ਕੇ ਬੁਲਾ ਲੈਂਦਾ, ਕੋਈ ਗੁਆਂਢੀ ਘਰ ਆ ਜਾਂਦਾ ਤਾਂ ਨਾਲ ਦੀ ਨਾਲ ਫੁੱਲ ਵਾਂਗ ਖਿੜ ਜਾਂਦੀ। ਫਿਰ ਉਦੋਂ ਹੀ ਹੱਸ ਗੱਲਾਂ ਕਰਦਿਆਂ ਕਹੀ ਮਿੱਠੀ ਬੋਲਦੀ, ਕਿੰਨੀ ਨਿਮਾਣੀ ਜਿਹੀ ਹੋ ਕੇ ਅਧੀਨਗੀ ਨਾਲ ਘਰ ਆਏ ਦੀ ਆਓ ਭਗਤ ਕਰਦੀ। ਕਈ ਲੋਕਾਂ ਨੂੰ ਤਾਂ ਸੱਚੀ ਮੋਮੋ ਠੱਗਣੀ ਲੱਗਣ ਲੱਗ ਪੈਂਦੀ ਤੇ ਇਸੇ ਗੱਲੋਂ ਤੀਵੀਆਂ ਨੇ ਉਹਦਾ ਇਹ ਨਾਂ ਪਕਾਇਆ ਸੀ। ਪਰ ਬਚਪਨ ਤੋਂ ਲੈ ਕੇ ਉਹਦੇ ਦੋਏ ਰੂਪ ਹਰ ਰੌਣ 'ਚ ਉਸ ਵੇਖੇ ਸਨ ਤੇ ਆਪਣੀ ਮਾਂ ਤੋਂ ਬਿਨਾਂ ਜੇ ਕਿਸੇ ਤੀਵੀਂ ਦਾ ਉਹਨੂੰ ਮੋਹ ਆਉਂਦਾ ਸੀ ਤਾਂ ਚਾਚੀ ਪਰਸਿੰਨੀ ਹੀ ਸੀ। ਗਲੀ ਵੜਦਿਆਂ ਸਾਰ ਕੰਬਲ ਦਾ ਮੰਡਾਸਾ ਜਿਹਾ ਮਾਰ ਕੇ ਮੋਦਨ ਨੇ ਮੂੰਹ ਸਿਰ ਫੇਰ ਵਲੇਟ ਲਿਆ, ਪਰ ਅੱਗ ਦਾ ਚਾਨਣ ਹੋਰ ਤੇਜ਼ ਹੋ ਗਿਆ ਸੀ। ਉਹ ਨੀਵੀਂ ਪਾ ਕੇ ਭੱਜ ਕੇ ਲੰਘ ਜਾਣਾ ਚਾਹੁੰਦਾ ਸੀ, ਪਰ ਲੰਘਿਆ ਨਹੀਂ ਗਿਆ। ਐਨ ਬੂਹੇ ਦੇ ਸਾਹਮਣੇ ਆ ਕੇ ਸਗੋਂ ਗੌਰ ਨਾਲ ਅੰਦਰ ਝਾਕਿਆ। ਚਾਚੀ ਪਰਸੀਨੀ ਆਪਣੀ ਭਾਰੀ ਦੇਹ ਨੂੰ ਬੋਚਦੀ ਇੱਕ ਮੰਜਾ ਚੁੱਕ ਕੇ ਪਿਛਲੀ ਸਬਾਤ ਵੱਲ ਜਾਂਦੀ ਸੀ। ਆਵਾਜ਼ ਹੁਣ ਘੱਟ ਕੜਕਵੀਂ ਸੀ, ਪਰ ਮੁੰਡੇ ਨੂੰ ਉਹ ਝਿੜਕਣੋਂ ਅਜੇ ਵੀ ਨਹੀਂ ਸੀ ਹਟੀ। ਦਰਵਾਜ਼ੇ ਵਿੱਚੋਂ ਇੱਕ ਗਭਰੀਟ ਟੋਕਰਾ ਚੁੱਕੀ ਅੰਦਰੋਂ ਨਿਕਲ ਕੇ ਬੁੜਬੁੜ ਕਰਦਾ ਸਾਹਮਣੇ ਵਾਲੇ ਰੱਤੂ ਬਿਸ਼ਨੇ ਕੇ ਘਰ ਵੱਲ ਤੁਰ ਚੱਲਿਆ ਸੀ।
ਉਹਨਾਂ ਦੇ ਸੱਜਣ ਵਰਗਾ। ਮੁੰਡੇ ਨੇ ਸਰਸਰੀ ਨਿਗਾਹ ਉਸ ਵੱਲ ਵੇਖਿਆ ਤੇ ਰਤੂ ਬਿਸ਼ਨੇ ਕੇ ਅੰਦਰ ਜਾ ਵੜਿਆ। ਗਾਂ ਸਾਰੀ ਗਲੀ 'ਚ ਹਨੇਰ ਗੁਬਾਰ ਹੀ ਸੀ। ਦੋਹੀਂ ਪਾਸੀ ਘਰਾਂ ਦੇ ਬੂਹੇ ਬੰਦ ਸਨ। ਕਿਸੇ ਅੰਦਰੋਂ ਤਖਤਿਆਂ ਦੀਆਂ ਵਿਰਲਾਂ ਵਿੱਚੋਂ ਦੀ ਚਾਨਣ ਦਿਸਦਾ ਸੀ, ਪਰ ਬਹੁਤੇ ਲੋਕ ਰੋਟੀ ਟੁੱਕ ਖਾ ਕੇ ਸੌਂ ਗਏ ਸਨ। ਗਲੀ ਉਵੇਂ ਨੰਤੂ ਕੇ ਬੂਹੇ ਅੱਗੋਂ ਆ ਕੇ ਤਾਂ ਚੜ੍ਹਦੀ ਤੇ ਧਿਆਨੇ ਕੀ ਕੰਧ ਕੋਲੋਂ ਹੇਠ ਲੈ ਜਾਂਦੀ ਸੀ। ਫਰਕ ਇੰਨਾ ਹੀ ਪਿਆ ਲੱਗਦਾ ਸੀ ਕਿ ਕਈ ਥਾਈਂ ਜਿੱਥੇ ਟੋਏ ਹੁੰਦੇ ਸਨ ਉੱਥੇ ਹੁਣ ਥਾਂ ਪੱਧਰਾ ਸੀ ਤੇ ਕਈ ਉੱਚੇ ਥਾਂ ਨੀਵੇਂ ਹੋ ਗਏ ਸਨ। ਕਿਤੇ ਟੋਏ ਵੀ ਪੈ ਗਏ ਸਨ। ਦੋਵੇਂ ਪਾਸੇ ਘਰਾਂ ਵਿੱਚੋਂ ਇੱਕੋ ਖਿਆਲੀ ਕਿਆਂ ਨੇ ਨਵਾਂ ਵੱਡਾ ਦਰਵਾਜ਼ਾ ਛੱਤਿਆ ਸੀ ਤੇ ਨਾਲ ਪੱਕੀ ਬੈਠਕ ਪਾਈ ਸੀ। ਬਾਕੀ ਸਭ ਘਰਾਂ ਦੀਆਂ ਕੰਧਾਂ, ਤਖਤੇ, ਕੱਚੀਆਂ ਥੜੀਆਂ ਉਵੇਂ ਦੀਆਂ ਉਵੇਂ ਸਨ। ਗਲੀ ਦੇ ਮੋੜ ਉੱਤੇ ਦੀਪਨ ਕੇ ਘਰ ਦੀ ਥੜੀ ਤੇ ਖੂੰਜੇ ਜਿਹੜੀ ਮੋਟੇ ਵਲੇ ਦੀ ਥੰਮੀ ਗੱਡੀ ਹੁੰਦੀ ਸੀ ਉਹ ਵੀ ਉਵੇਂ ਖੜੀ ਸੀ। ਕੋਈ ਗੱਡਾ ਵੱਜਣ ਨਾਲ ਰਤਾ ਲੇਦੀ ਜ਼ਰੂਰ ਗਈ ਸੀ। ਫਿਰ ਗਲੀ ਦਾ ਮੋੜ ਮੁੜਨ ਲੱਗਿਆ ਉਹਦੀ ਨਿਗਾਹ ਸਾਹਮਣੇ ਧਿਆਨੇ ਮੋੜ ਦੇ ਘਰ ਤੇ ਜਾ ਪਈ। ਘਰ ਦਾ ਰੰਗ ਰੂਪ ਹੀ ਬਦਲਿਆ ਹੋਇਆ ਸੀ। ਤਿੱਖੀ ਡਾਟ ਵਾਲੇ ਵੱਡੇ ਬੂਹੇ ਦੀ ਥਾਂ ਲੈਂਟਰ ਵਾਲਾ ਚੌਰਸ ਬੂਹਾ ਸੀ ਤੇ ਦਰਵਾਜ਼ੇ ਦੇ ਦੋਵੇਂ ਪਾਸੇ ਲੋਹੇ ਦੇ ਕਿੱਲਾਂ ਵਾਲੀਆਂ ਤਾਕੀਆਂ ਵਾਲੀਆਂ ਦੋ ਬੈਠਕਾਂ। ਦਰਵਾਜ਼ੇ ਤੇ ਖੱਬੀ ਬੈਠਕ ਉੱਤੇ ਬੜਾ ਲੰਮਾ ਚੁਬਾਰਾ ਪਾਇਆ ਸੀ ਤੇ ਇਹਦੇ ਕੋਲੋਂ ਦੀ ਲੰਘਦਿਆਂ ਨੂੰ ਬੜਾ ਉਪਰਾ ਲੱਗਿਆ। ਪਰ ਦੋ ਘਰ ਟੱਪ ਕੇ ਦੋਵੇਂ ਉਪਰਾ ਲੱਗਣ ਲੱਗ ਪਿਆ। ਆਪ ਉਹਨਾਂ ਨੇ ਸਾਰੇ ਪਿੰਡ 'ਚ ਸਿਰ ਕੱਢਵਾਂ ਘਰ ਪਾ ਲਿਆ ਹੋਇਆ ਸੀ। ਛਿਪਦੇ ਚੰਨ ਦੀ ਘਸਮੈਲੀ ਜੀ ਚਾਨਣੀ 'ਚ ਕਲੀ ਦੇ ਨਾਲ ਹਿਰਮਚੀ ਵੀ ਲਿਸ਼ ਕਰਦੀ ਸੀ। ਵੱਡੀ ਕਿੰਗਰਿਆਂ ਵਾਲੀ ਡਾਟ ਤੇ ਪਾਸੀਂ ਕਈ ਮੂਰਤਾਂ ਬਣੀਆਂ ਹੋਈਆਂ ਸਨ। ਨਾਲ ਲਗਵਾ ਜਿਹੜਾ ਤੇਲੀਆਂ ਦਾ ਸੁੰਨਾ ਵਾੜਾ ਹੁੰਦਾ ਸੀ ਉੱਥੇ ਵੀ ਪੱਕਾ ਘਰ ਬਣਿਆ ਹੋਇਆ ਸੀ। ਉਹਨਾਂ ਨੇ ਹੀ ਪਾਇਆ ਹੋਣਾ, ਉਸ ਅੰਦਾਜ਼ਾ ਲਾ ਲਿਆ, ਕਿਉਂਕਿ 5-6 ਵਰੇ ਤਾਂ ਉਹਨਾਂ ਕਿਸੇ ਹੋਰ ਨੂੰ ਰੋਕਣ ਹੀ ਨਹੀਂ ਸੀ ਦਿੱਤਾ। ਇੱਕ ਪਾਕਿਸਤਾਨੀ ਰੋੜੇ ਪਾਕਿਸਤਾਨ ਬਣਨ ਤੋਂ ਕੁਝ ਚਿਰ ਪਿੱਛੋਂ ਆ ਕੇ ਇੱਥੇ ਰਹੇ ਸਨ, ਪਰ ਮਹੀਨਿਆਂ ਅੰਦਰ ਉਹਨਾਂ ਨੇ ਉਹਨਾਂ ਨੂੰ ਗਾਲਾਂ ਕੱਢ ਕੇ ਡਰਾਵੇ ਦੇ ਕੇ ਮੰਡੀ ਭਜਾਤਾ ਸੀ। ਫਿਰ ਅਫਸਰਾਂ ਤੇ ਪੁਲਿਸ ਨਾਲ ਰਲਾ ਕੇ ਇਹਦੇ ਤੇ ਕਬਜ਼ਾ ਕਰਨ ਦੀਆਂ ਵਿਉਂਤਾਂ ਬਣਾਉਂਦੇ ਫਿਰਦੇ ਸਨ ਤੇ ਉਸ ਪਿੱਛੋਂ ਇਹੋ ਗੱਲ ਬਣ ਗਈ ਹੋਣੀ ਹੈ। ਤੇ ਉਹਦੇ ਕਾਲਜੇ 'ਚੋਂ ਹੱਥ ਲੰਮੀ ਲਾਟ ਨਿਕਲ ਗਈ। ਵੈਰੀ ਦੀ ਇਸ ਅਟਾਰੀ ਦੀ ਝਲਕ ਸਹਾਰੀ ਨਹੀਂ ਗਈ। ਦੰਦ ਪੀ ਕੇ ਚਿੱਤ 'ਚ ਇੱਕ ਗਾਲ ਕੱਢੀ ਤੇ ਧੌਣ ਸਿੱਧੀ ਕਰਕੇ ਕਰਾਰ ਨਾਲ ਤੁਰਦਿਆਂ ਨਵੇਂ ਕਿੰਗਰਿਆਂ ਵਾਲੀ ਉੱਚੇ ਡਾਟ ਵਾਲੀ ਬੂਹੇ ਵੱਲ ਮੂੰਹ ਕਰਕੇ ਥੁੱਕਦਿਆਂ ਗਾਹ ਤੁਰ ਪਿਆ। ਗਲੀ ਇੱਕੋ ਸੀ। ਇਸੇ ਗਲੀ ਦੇ ਅਗਲੇ ਸਿਰੇ ਤੇ ਉਹਨਾਂ ਦਾ ਆਪਣਾ ਘਰ ਸੀ, ਪਰ ਗੁਆਂਢੀਆਂ ਦੇ ਤਿੰਨੇ ਚਾਰੇ ਬੂਹੇ ਲੰਘ ਕੇ ਜਦੋਂ ਆਪਣੇ ਘਰ ਅੱਗੇ ਜਾ ਖੜੋਤਾ ਤਾਂ ਘਰ ਦੀ ਬਦਲੀ ਹਾਲਤ ਵੇਖ ਕੇ ਚਿੱਤ ਕਰਾਰ 'ਚ ਹੋ ਗਿਆ। ਮੂਰਲੀ ਵਿਹੜੇ ਦੀ ਕੰਧ ਪੱਕੀ ਕਰ ਲਈ ਸੀ ਤੇ ਬਾਰ ਵੀ ਪਹਿਲਾਂ ਨਾਲੋਂ ਚੌੜਾ ਤੇ ਉੱਚਾ ਹੋ ਗਿਆ ਸੀ। ਨਿੱਕੀ ਜਿਹੀ ਪੱਕੀ ਥੜੀ ਵੀ ਵੱਜੀ ਹੋਈ ਸੀ। ਖੱਬੇ ਹੱਥ ਸਰੀਆਂ ਵਾਲੀ ਇਸ ਤਾਕੀ ਦੇ ਉੱਤੋਂ ਰੋਸ਼ਨਦਾਨ ਵੀ ਸੀ। ਇਹਦੇ ਉੱਤੇ ਜਿੱਥੇ ਬਾਪੂ ਨੇ ਕੱਚਾ ਚੁਬਾਰਾ ਪਾਉਣ ਦੀਆਂ ਸਲਾਹਾਂ ਕਰਦਿਆਂ ਹੀ ਇਹ ਘਰ ਛੱਡ ਕੇ ਟਿੱਬੀ ਵਾਲੇ ਬਾਹਰਲੇ ਘਰ ਰਿਹਾਇਸ਼ ਕਰ ਲਈ ਸੀ, ਹੁਣ ਉਸੇ ਥਾਂ ਨਿੱਕੀਆਂ ਦੋ ਖਿੜਕੀਆਂ ਵਿੱਚੋਂ ਬਾਹਰ ਕਿਰ ਰਿਹਾ ਚਾਨਣ ਦੋ ਲਿਸ਼ਕਦੀਆਂ ਅੱਖਾਂ ਵਰਗਾ ਲੱਗਦਾ ਸੀ। ਕਿੰਨਾ ਚਿਰ ਉਹ ਸਾਰੇ ਘਰ ਨੂੰ ਹੇਠੋਂ ਉੱਤੇ ਵਹਿੰਦਾ ਰਿਹਾ ਤੇ ਫਿਰ ਕਿਸੇ ਗੁੱਝੀ ਖੁਸ਼ੀ ਨਾਲ ਉਹਦੀਆਂ ਅੱਖਾਂ ਭਖਣ ਲੱਗ ਪਈਆਂ। ਹੌਲੀ ਗਾਂਹ ਹੋਇਆ ਤੇ ਕੁਝ ਚਿਰ ਖੜੋਤਾ ਵੱਡੇ ਤਖਤਿਆਂ ਨਾਲ ਘੂਰਦਾ ਰਿਹਾ। ਫਿਰ ਅਤਾ ਝੱਕਦਿਆਂ ਗੋਲ ਕੁੰਡਿਆਂ ਉੱਤੇ ਪੋਲਾ ਜਿਹਾ ਹੱਥ ਮਾਰਿਆ, ਪਰ ਅੰਦਰੋਂ ਕੋਈ ਆਵਾਜ਼ ਨਾ ਆਈ। ਹੋਰ ਬਿੰਦਕ ਠਹਿਰ ਕੇ ਦੋ ਧੱਫੇ ਜ਼ੋਰ ਨਾਲ ਮਾਰੇ ਤਾਂ ਉੱਤੋਂ ਚਬਾਰੀ ਦੀ ਤਾਕੀ ਖੋਲਦਿਆਂ ਛੋਟੇ ਨੇ ਟਾਟੀ ਆਵਾਜ਼ 'ਚ ਜਿਵੇਂ ਲਲਕਾਰਾ ਮਾਰਿਆ, ਕਿਹੜਾ ਹੈ? ਉਹਨੇ ਕੋਈ ਜਵਾਬ ਨਹੀਂ ਦਿੱਤਾ। ਰਤਾ ਪਛਾਂ ਹਟ ਕੇ ਤਾਕੀ ਵੱਲ ਝਾਕਣ ਪਿੱਛੋਂ ਮੁੜ ਨੀਵੀਂ ਪਾ ਲਈ। ਛੋਟਾ ਬਿੰਦ ਤਾਕੀ 'ਚੋਂ ਬਾਹਰ ਵਹਿੰਦਾ ਰਿਹਾ ਤੇ ਫਿਰ ਆਪੇ ਹੀ ਬੋਲ ਪਿਆ, ਬਾਈ ਹੈ ਕਿ ਆਉਣਾ ਮੈਂ? ਤੇ ਛੋਟੇ ਦੇ ਮੂੰਹੋਂ ਬਾਈ ਸ਼ਬਦ ਸੁਣਦਿਆਂ ਹੀ ਚਿੱਤ ਦਾ ਪਤਾ ਨਹੀਂ ਕੀ ਉਛਾਲਾ ਉੱਠਿਆ ਕਿ ਗੱਚ ਭਰ ਆਇਆ। ਅੱਖਾਂ ਸਿੱਲੀਆਂ ਹੋ ਗਈਆਂ। ਛੋਟੇ ਦਾ ਉਹ ਗੋਲ ਚਿਹਰਾ ਚੇਤੇ ਆ ਗਿਆ ਜਿਹੜੇ ਨੂੰ ਉਹ ਲਾਡ ਨਾਲ ਕਚਰਾ ਖਰਬੂਜਾ ਕਹਿੰਦਾ ਹੁੰਦਾ ਸੀ। ਬਾਈ ਸਤਿ ਸ੍ਰੀ ਅਕਾਲ। ਛੋਟੇ ਨੇ ਬਾਰ ਖੋਲਦਿਆਂ ਹੀ ਕੁਝ ਖਿੜ ਕੇ ਉਹਦਾ ਸਵਾਗਤ ਕੀਤਾ, ਪਰ ਮੋਦਨ ਦੇ ਮੂੰਹੋਂ ਸਾਜ਼ ਸ਼ਬਦ ਹੀ ਨਿਕਲ ਸਕਿਆ ਤੇ ਛੋਟੇ ਦਾ ਖੱਬਾ ਮੋਢਾ ਥਾਪੜਦਿਆਂ ਮਸਾਂ ਸੰਭਲ ਸਕਿਆ। ਕੀ ਗੱਲ, ਤੂੰ ਕੱਲਾ ਹੀ ਆਇਆ? ਸੱਜਣ ਬਾਈ ਨਹੀਂ ਤੇਰੇ ਨਾਲ ਆਇਆ? ਛੋਟੇ ਨੇ ਬੂਹਾ ਭੇੜਦਿਆਂ ਰਤਾ ਹੈਰਾਨੀ ਨਾਲ ਪੁੱਛਿਆ। ਉਹ ਤਾਂ ਕੱਲ ਦਾ ਮੰਡੀ ਗਿਆ, ਤੈਨੂੰ ਨਹੀਂ ਟੱਕਰਿਆ? ਮੋਦਨ ਸਿਰਫ ਸਿਰ ਹੀ ਹਿਲਾ ਸਕਿਆ ਤੇ ਫਿਰ 2 ਕਦਮ ਅਗਾਂਹ ਹੋ ਕੇ ਵਿਹੜੇ ਵਿੱਚ ਓਪਰਿਆਂ ਵਾਂਗ
ਖੜੋ ਗਿਆ। ਬੇਬੇ ਤਾਂ ਤਾਏ ਵਾਲੀ ਕੋਠੜੀ 'ਚ ਇੱਧਰ। ਛੋਟੇ ਨੇ ਬੂਹਾ ਅੜਾ ਕੇ ਹਨੇਰੇ 'ਚ ਸੱਜੇ ਪਾਸੇ ਵੱਲ ਸਿਰ ਦੀ ਸੈਨਤ ਕਰਦਿਆਂ ਕਿਹਾ ਤੇ ਕਾਹਲ ਨਾਲ ਖੱਬੇ ਪਾਸੇ ਪਰਲੇ ਖੂੰਜੇ ਛੱਤੀ ਰਸੋਈ ਵੱਲ ਮੁੜਦਿਆਂ ਬੋਲਿਆ, ਖੋ ਜਾ ਕੇਰਾਂ ਬਾਈ, ਮੈਂ ਡੱਬੀ ਚੱਕ ਲਿਆਵਾਂ। ਮੋਦਨ ਨੇ ਛੇਤੀ ਦੇਣੇ ਕੰਬਲ ਦਾ ਪੱਲਾ ਅੱਖਾਂ ਤੇ ਫੇਰਿਆ ਤੇ ਖੱਬੇ ਸੱਜੇ ਨਿਗਾਹ ਮਾਰੀ। ਖੱਬੇ ਪਾਸੇ ਵਾਲਾ ਘਰ ਦਾ ਸਾਰਾ ਹਿੱਸਾ ਢਾਹ ਕੇ ਬਣਾਇਆ ਹੋਇਆ ਸੀ। ਗਲੀ ਉਤਲੀ ਖਿੜਕੀ ਅੰਦਰਲੀ ਬੈਠਕ ਦੀ ਸੀ। ਇਹਦੇ ਨਾਲ ਇੱਕ ਲੰਮੀ ਸਬਾਤ ਮੂਰੇ ਵਰਾਂਡੇ ਦੇ ਖੂੰਜੇ 'ਚ ਰੋਟੀ ਟੁੱਕ ਵਾਲਾ ਥਾਂ ਸੀ, ਜਿੱਥੋਂ ਦੀ ਕੋਠੇ ਤੇ ਪੱਕੀਆਂ ਪੌੜੀਆਂ ਚੜ੍ਹਦੀਆਂ ਸਨ। ਪਰ ਸੱਜੇ ਪਾਸੇ ਉਹਨਾਂ ਦੇ ਔਤ ਗਏ ਤਾਏ ਬੁੱਧੇ ਦਾ ਪੁਰਾਣਾ ਘਰ ਸੀ। ਉਰਲੇ ਕੱਚੇ ਵਰਾਂਡੇ 'ਚ ਪਸ਼ੂ ਖੜੋਤੇ ਸਨ ਤੇ ਗਾਂ ਗੁਫਾ ਵਾਂਗ ਡੂੰਗੀ ਸਬਾਤ ਦੇ ਮੂਹਰੇ ਵਾਧੂ ਛਤਾ ਦਾ ਕਾਲਾ ਕਾਲਾ ਦਿਓ ਦੇ ਅੱਡੇ ਹੋਏ ਮੂੰਹ ਵਰਗਾ ਕੱਚਾ ਵਰਾਂਡਾ ਜਿਹਾ ਬੜਾ ਹੀ ਡਰਾਉਣਾ ਲੱਗ ਰਿਹਾ ਸੀ। ਆ ਜਾ ਬਾਈ, ਛੋਟੇ ਨੇ ਉਸ ਡਰਾਉਣੇ ਮੂੰਹ ਵੱਲ ਜਾਂਦਿਆਂ ਦੂਰੋਂ ਹੀ ਕਿਹਾ ਤੇ ਡੱਬੀ ਦੀ ਸੀਖ ਬਾਲਦਿਆਂ ਕੱਚੇ ਭੋਰੇ ਵਰਗੇ ਵਰਾਂਡੇ ਦੀਆਂ 2 ਪੌੜੀਆਂ ਉਤਰ ਕੇ ਗਾਂਹ ਲੰਘ ਗਿਆ। ਉਸ ਗੁਫਾ ਵਰਗੀ ਕੋਠੜੀ ਦਾ ਬੂਹਾ ਖੜਕਾ ਕੇ ਬੇਬੇ ਨੂੰ ਆਵਾਜ਼ਾਂ ਮਾਰੀਆਂ ਤਾਂ ਖਾਸੇ ਚਿਰ ਪਿੱਛੋਂ ਅੰਦਰੋਂ ਜਿਹੜੀ ਆਵਾਜ਼ ਆਈ ਉਹ ਮੋਦਨ ਤੋਂ ਪਛਾਣੀ ਨਹੀਂ ਗਈ। ਬੂਹਾ ਖੋਲਿਆ ਤੇ ਛੋਟੇ ਨੇ ਉਸੇ ਵੇਲੇ ਸੀਖ ਬਾਲ ਕੇ ਅੰਦਰ ਵੜਦਿਆਂ ਰਤਾ ਕਰਾਰ ਨਾਲ ਬੇਬੇ ਨੂੰ ਖਬਰ ਦਿੱਤੀ, ਵੱਡਾ ਬਾਈ ਆਇਆ ਬੇਬੇ। ਹੈਂ? ਬੇਬੇ ਐਂ ਬੋਲੀ ਜਿਵੇਂ ਉਹਨੂੰ ਛੋਟੇ ਦੀ ਗੱਲ ਸੁਣੀ ਜਾਂ ਸਮਝ ਨਾ ਆਈ ਹੋਵੇ। ਫਿਰ ਅਚਾਨਕ ਬੋਲੀ, ਕੌਣ? ਮੋਦਨ ਕਿੱਥੇ ਹੈ? ਮੋਦਨ ਹੁਣ ਤਾਈਂ ਹੌਲੀ ਹੌਲੀ ਤੁਰਦਾ ਬੂਹੇ ਕੋਲ ਆ ਗਿਆ ਸੀ। ਛੋਟੇ ਨੇ ਮਿੱਟੀ ਦੇ ਤੇਲ ਦਾ ਦੀਵਾ ਸਾਹਮਣੇ ਆਲੇ ਵਿੱਚ ਜਗਾ ਦਿੱਤਾ ਸੀ ਤੇ ਉਹਨੂੰ ਅਜੇ ਤਾਈਂ ਬੂਹੇ 'ਚ ਡੌਰ ਭੌਰੀ ਜਿਹੀ ਖੜੋਤੀ ਬੇਬੇ ਦੀ ਜਿਵੇਂ ਉੱਕਾ ਪਛਾਣ ਨਹੀਂ ਸੀ ਆ ਰਹੀ। ਉਹ ਵੀ ਬਾਹਰ ਵਹਿੰਦੇ ਆਏ ਉਹ ਝਾਕੀ ਜਾਂਦੀ ਸੀ ਜਿਵੇਂ ਨੇਰੀ ਰਾਤ 'ਚ ਰਾਹ ਭੁੱਲ ਗਈ ਹੋਵੇ। ਵੇ ਕਿੱਥੇ ਐ ਛੋਟਿਆ, ਮੋਦਨ ਕਿੱਥੇ ਐ? ਮੱਥਾ ਟੇਕਦਾ ਬੇਬੇ। ਮੋਦਨ ਦੇ ਮੂੰਹ ਜਿਵੇਂ ਸੰਗ ਦੀਆਂ ਰਗਾਂ ਚੀਰ ਕੇ ਸ਼ਬਦ ਨਿਕਲੇ ਹੋਣ ਤੇ ਉਹਦਾ ਗੱਚ ਭਰ ਆਇਆ। ਵੇ ਕਿੱਥੇ ਆ ਤੂੰ? ਇੱਧਰ ਹੋ, ਮੈਂ ਤੇਰਾ ਸਿਰ ਪਲੋਸਾਂ। ਮੈਨੂੰ ਤਾਂ ਅੰਨੀ ਨੂੰ ਦਿਨੇ ਨਹੀਂ ਦੀਂਦਾ। ਆ ਬੁੱਥ ਬਣੀ ਬੈਠੀ ਐ, ਇੱਧਰ ਆ। ਤੇ ਅੰਨਿਆਂ ਵਾਂਗ ਸੱਜਾ ਹੱਥ ਮਾਰਦਿਆਂ ਤੇ ਖੱਬੇ ਨਾਲ ਤਖਤੇ ਦਾ ਸਹਾਰਾ ਲਈ ਬੇਬੇ ਜਿਵੇਂ ਹਰਫਲ ਗਈ। ਮੋਦਨ ਨੇੜੇ ਹੋਇਆ ਤਾਂ ਉਹਨੇ ਟੋਹ ਕੇ ਪਹਿਲਾਂ 2 ਹੱਥਾਂ ਨਾਲ ਸਿਰ ਪਲੋਸਿਆ, ਮੱਥਾ ਟੋਹਦਿਆਂ ਮੋਢੇ ਤੇ ਪਿੱਠ ਥਾਪੜਦਿਆਂ ਮੁੜ ਫੇਰ ਸਿਰ ਪਲੋਸਦਿਆਂ ਬੋਲੀ ਗਈ, ਤੂੰ ਤਾਂ ਮੋਦਨ ਮੈਨੂੰ ਕੈ ਵਰੇ ਅਟਕਾਈ ਬੈਠਾ ਰਿਹਾ ਹੈ। ਹੁਣ ਮੇਰੀ ਕੋਈ ਜੂਨ ਹੈ ਬੁੜੀ ਦੀ? ਪਰ ਦੇਖ ਲੈ, ਮੈਂ ਮੌਤ ਨੂੰ ਪਰੇ ਢਾਈ ਰੱਖਿਆ। ਚੰਗਾ ਹੋਇਆ ਤੂੰ ਆ ਗਿਆ, ਮੇਰੀ ਹੁਣ ਗਤੀ ਹੋ ਜੂ, ਸੌਖੀ ਤੁਰ ਜੂ। ਪਤਾ ਨਹੀਂ ਕੀ ਕੁਝ ਉਹ ਬੋਲਦੀ ਰਹੀ ਤੇ ਮੋਦਨ ਸਿਲ ਪੱਥਰ ਜਿਹਾ ਹੋਇਆ ਉਹਦੇ ਸਾਹਮਣੇ ਖੜੋਤਾ ਰਿਹਾ। ਚੰਗਾ ਬਾਈ, ਮੈਂ ਰੋਟੀ ਪਕਵਾ ਲਿਆਵਾਂ, ਤੂੰ ਬੈਠ। ਛੋਟਾ ਇਹ ਕਹਿ ਕੇ ਕਾਹਲ ਨਾਲ ਬਾਹਰ ਨਿਕਲ ਗਿਆ। ਰਹਿਣ ਦੇ, ਮੈਂ ਰਾਹ 'ਚ ਖਾ ਲਈ ਸੀ। ਮੋਦਨ ਕਹਿਣਾ ਚਾਹੁੰਦਿਆਂ ਵੀ ਨਹੀਂ ਕਹਿ ਸਕਿਆ, ਪਰ ਉਹਨੇ ਚਿੱਤ 'ਚ ਸਾਰਾ ਇਉਂ ਬੋਲ ਦਿੱਤਾ ਕਿ ਉਹਨੂੰ ਅੱਗੋਂ ਦਿੱਤਾ ਛੋਟੇ ਦਾ ਜਵਾਬ ਵੀ ਸੁਣਿਆ। ਖਾ ਕਿੱਥੇ ਆਇਆ? ਆ ਬਹਿ ਜਾ, ਮੇਰੇ ਕੋਲ ਬਹਿ ਜਾ। ਉਹਨੂੰ ਬਾਹੋਂ ਫੜ ਕੇ ਆਪਣੇ ਮੰਜੇ ਵੱਲ ਲਿਜਾਂਦੀ ਬੇਬੇ ਬੋਲੀ ਤੇ ਫਿਰ ਉਹਦਾ ਮੋਢਾ ਪਿੱਠ ਥਾਪੜਦੀ ਮੰਜੇ ਤੱਕ ਤੁਰੀ ਆਈ। ਨੇੜੇ ਆ ਕੇ ਮੰਜਾ ਟੋਣ ਲਈ ਇੱਧਰ ਉੱਧਰ ਹੱਥ ਮਾਰਨ ਲੱਗੀ ਤਾਂ ਮੋਦਨ ਨੇ ਉਹਨੂੰ ਮੋਢਿਆਂ ਤੋਂ ਫੜ ਕੇ ਸਿਰਹਾਣੇ ਵੱਲ ਬਿਠਾਤਾ ਤੇ ਆਪ ਪੁਆਂਦੀ ਬਹਿ ਗਿਆ। ਛੋਟਾ ਗਿਆ? ਬੇਬੇ ਨੇ ਬਹਿੰਦੀਆਂ ਹੀ ਪੁੱਛਿਆ ਤੇ ਫਿਰ ਬਿਨਾਂ ਜਵਾਬ ਉਡੀਕਦਿਆਂ ਬੋਲਣ ਲੱਗ ਪਈ। ਮੈਂ ਤਾਂ ਪੁੱਤ ਮੋਦਨਾ ਹੁਣ ਘੜੀਆਂ ਗਿਣ ਜੂਨ ਕੱਟਦੀਆਂ। ਹੁਣ ਮੇਰਾ ਕੋਈ ਹਾਲ ਹੈ ਪੁੱਤ? ਮੈਨੂੰ ਤਾਂ ਫੁੱਟੀ ਤੌੜੀ ਆਗੂ ਸਿੱਟ ਛੱਡਿਆ। ਤੇ ਅੰਤਲੇ ਸ਼ਬਦ ਗੁੱਝੀ ਤਰ੍ਹਾਂ ਬੜੀ ਧੀਮੀ ਆਵਾਜ਼ 'ਚ ਬੋਲਦਿਆਂ ਉਹ ਫਿੱਸ ਪਈ। ਕਿੰਨਾ ਚਿਰ ਸਿਰ ਦੇ ਮੈਲੇ ਲੀੜੇ ਨਾਲ ਅੱਖਾਂ ਪੂੰਝਦੀ ਚੁੱਪ ਕਰੀ ਰਹੀ, ਪਰ ਫਿਰ ਨਿਆਣਿਆਂ ਵਾਂਗ ਜਿਉਂ ਫਰਿਆਦਾਂ ਲਾਉਣ ਲੱਗੀ, ਕਿੰਨਾ ਹੀ ਚਿਰ ਨਹੀਂ ਹਟੀ। ਇਹਨਾਂ ਨੇ ਤਾਂ ਪੁੱਤ ਮੈਨੂੰ ਚੂੜੀ ਚਮਿਆਰੀ ਬਣਾ ਛੱਡਿਆ। ਕੋਈ ਬਾਤ ਕਿਹੜਾ ਪੁੱਛਦਾ ਹੈ? ਉਹ ਵੱਡੀ ਤਾਂ ਉਹੀ ਸਾਰਾ ਦਿਨ ਦੁਰ ਕਰਦੀ ਰਹਿੰਦੀ ਹੈ ਤੇ ਇਹ ਹੈ ਚੁਬਾਰੇ ਉਤਲੀ। ਇਹ ਤੋਂ ਆਪਦੇ ਪੇਕਿਆਂ ਦੀ ਆਕੜ ਹੀ ਨਹੀਂ ਚੱਕੀ ਦੀ। ਹੁਣ ਦੇਖੀ ਜਾਨਾ ਨਾ ਮੇਰਾ ਕੀ ਹਾਲ ਹੈ। ਤੈਨੂੰ ਉਡੀਕਦੀ ਨੂੰ ਕਿੰਨੇ ਵਰੇ ਹੋ ਗਏ, ਅੱਖਾਂ ਵੀ ਰਹਿ ਗਈਆਂ, ਦੇਹ ਵੀ ਹਾਰ ਗਈ, ਪਰ ਤੂੰ ਤਾਂ ਐਨ ਉਸ ਵੇਲੇ ਆਇਆ ਜਦੋਂ ਜਮਾ ਕਾਸੇ ਜੋਗੀ ਨਹੀਂ ਰਹੀ। ਹੁਣ ਮੈਥੋਂ ਜਦੋਂ ਆਪਦੇ ਨੈਣ ਪ੍ਰਾਣ ਨਹੀਂ ਸਾਂਭੇ ਜਾਂਦੇ। ਨੈਣ ਪ੍ਰਾਣ ਕੀ, ਮੈਨੂੰ ਤਾਂ ਹੁਣ ਤੇਰਾ ਬੈਠੇ ਦਾ ਮੂੰਹ ਵੀ ਨਹੀਂ ਦੀਂਦਾ। ਲੈ, ਇੰਨਾ ਕਚੇਰੀ ਬੋਲਦਿਆਂ 3-4 ਵਾਰੀ ਉਹਦੀ ਆਵਾਜ਼ ਉਹ ਰੋਣ ਹਾਕੀ ਹੋ ਗਈ। ਅੱਖਾਂ 'ਚੋਂ ਪਾਣੀ ਵੀ ਸਿਮ ਆਇਆ ਤੇ ਉਹਦੇ ਅਟਕ ਕੇ ਹੌਲੀ ਹੌਲੀ ਸ਼ਬਦ ਬੋਲੇ, ਪਰ ਇਸ ਪਿੱਛੋਂ ਆਪੇ ਹੀ ਆਵਾਜ਼ ਫਿਰ ਤਕੜੀ ਹੋ ਗਈ। ਤੂੰ ਤਾਂ ਪੁੱਤ ਮਾੜਾ ਹੀ ਬਲਾ ਹੋਇਆ ਪਿਆ। ਉਹਨੇ ਗਾਂਹ ਹੁੰਦਿਆਂ ਟੋਟਾ ਕੇ ਮਦਨ ਦੇ ਮੋਢੇ ਤੇ ਧੌਣ ਤੇ ਹੱਥ ਫੇਰਦਿਆਂ ਕਿਹਾ, ਲੈ ਤੂੰ ਤਾਂ ਜਾਣੀ ਅੱਗੇ ਵਾਲਾ ਮੋਦਨ ਹੀ ਨਹੀਂ ਰਿਹਾ। ਆਹੋ ਪੁੱਤ, ਉੱਥੇ ਜਮਦੂਤਾਂ ਦੇ ਬਸ ਪਏ ਬੰਦੇ 'ਚ ਕੀ ਰਹਿੰਦਾ ਹੈ?
ਮੈਨੂੰ ਤਾਂ ਛੋਟੇ ਨੇ ਦੱਸਿਆ ਸੀ, ਅਖੇ ਬੇਬੇ ਉੱਥੇ ਬੰਦਿਆਂ ਤੋਂ ਕੋਲੂ ਗੜਾਉਂਦੇ ਐ। ਲੈ ਹੁਣ ਜਮਦੂਤਾਂ ਨਾਲੋਂ ਘੱਟ ਐ, ਜਾਏ ਖਾਣੇ। ਅੱਛਾ ਪੁੱਤ, ਦਸੌਟਾ ਕੱਟਣਾ ਸੀ, ਕੱਟਿਆ ਗਿਆ। ਚੰਗਾ ਹੋਇਆ ਤੂੰ ਆ ਗਿਆ। ਹੁਣ ਮੇਰੀ ਸਿੜੀ ਨੂੰ ਮੋਢਾ ਲਾਏਗਾ, ਘੜੀ ਭੰਨੇਗਾ, ਗਤੀ ਹੋ ਜੂ, ਨਹੀਂ ਤਾਂ ਪਈ ਨਰਕਾਂ 'ਚ ਭਟਕਦੀ ਫਿਰਦੀ। ਚੰਗਾ ਹੋਇਆ, ਧੰਨ ਭਾਗ ਤੂੰ ਹੀ ਐ ਦਾਤਿਆ। ਤੇ ਤੂੰ ਹੀ ਕਹਿੰਦੇ ਆ ਬੇਬੇ ਨੇ ਲੰਮਾ ਹੌਕਾ ਭਰਿਆ ਤਾਂ ਉਹਦਾ ਸਾਹ ਚੜਿਆ ਹੋਇਆ ਸੀ। ਫੇਰ ਖੰਘ ਆਈ। ਉਹ ਕਿੰਨਾ ਚਿਰ ਪਲਚੀ ਰਹੀ, ਪਰ ਮੋਦਨ ਦਾ ਧਿਆਨ ਉਸ ਵੱਲ ਨਹੀਂ ਸੀ। ਉਸ ਹਨੇਰੇ ਜਿਹੇ ਭੋਰੇ ਵਰਗੇ ਕੋਠੜੇ ਦੀਆਂ ਕੰਧਾਂ ਤੇ ਛੱਤ ਵੱਲ ਹੀ ਝਾਕੀ ਜਾਂਦਾ ਸੀ ਤੇ ਚਾਨਚੱਕ ਉਹਨੂੰ ਆਪਣੀ ਤਾਈ ਦਾ ਚੇਤਾ ਆਇਆ, ਜਦੋਂ ਅੱਧੀ ਰਾਤੋਂ ਘਰੋਂ ਰੁੱਸ ਕੇ ਉਹਦੇ ਨਾਲ ਆ ਪੈਂਦਾ ਹੁੰਦਾ ਸੀ ਤੇ ਤਾਈ ਦੇ ਗਦਰਾਏ ਚਿੱਟੇ ਚਿੱਟੇ ਪਿੰਡੇ 'ਚੋਂ ਮਾਂ ਦੇ ਦੁੱਧ ਵਰਗੀ ਨਿੱਘੀ ਮਹਿਕ ਆਉਂਦੀ ਹੁੰਦੀ। ਇਸ ਮਹਿਕ ਦੀ ਘੂਕੀ ਨਾਲ ਰਜਾਈ 'ਚ ਵੜਨ ਸਾਰ ਨੀਂਦ ਆ ਜਾਂਦੀ। ਕਿੰਨੇ ਵਾਰੀ ਉਹ ਸਿਰਫ ਇਸੇ ਮਹਿਕ ਸਦਕਾ ਹੀ ਬੇਬੇ ਨਾਲ ਲੜ ਕੇ ਇੱਧਰ ਭੱਜ ਆਉਂਦਾ ਹੁੰਦਾ। ਤਾਈ ਉਹਨੂੰ ਰਜਾਈ 'ਚ ਲੁਕਾ ਕੇ ਹਿੱਕ ਨਾਲ ਘੁੱਟ ਲੈਂਦੀ, ਇੰਨੀਆਂ ਮਿੱਠੀਆਂ ਗੱਲਾਂ ਕਰਦੀ, ਇੰਨੀਆਂ ਚੰਗੀਆਂ ਬਾਤਾਂ ਸੁਣਾਉਂਦੀ ਤੇ ਇਹ ਸਭ ਯਾਦ ਕਰਦਿਆਂ ਹੁਣ ਐਵੇਂ ਮਨ ਉਛਲ ਪਿਆ। 5 ਵਰਿਆਂ ਦੀ ਮਰੀ ਖਪੀ ਤਾਈ ਦਾ ਉਹਨੂੰ ਇੰਨਾ ਮੋਹ ਆਇਆ ਕਿ ਮੱਲੋ ਮੱਲੀ ਅੱਖਾਂ ਸਿੱਲੀਆਂ ਹੋ ਗਈਆਂ। ਪਰ ਫਿਰ ਉਹ ਆਪਣੇ ਅੜਬ ਤਾਏ ਬਾਰੇ, ਉਹਦੇ ਸਦਕਾ, ਉਹਦੀ ਇੱਕ ਔਤ ਦੀ ਢੇਰੀ ਸਦਕਾ, ਉਹਨਾਂ ਨੂੰ ਪਏ ਮਾਮਲਿਆਂ ਬਾਰੇ ਵਹਿਣਾਂ 'ਚ ਪਿਆ ਰਿਹਾ ਤੇ ਅਖੀਰ ਇਸ ਘੋਰੇ ਨੂੰ ਇਉਂ ਵੇਖਣ ਲੱਗ ਪਿਆ ਜਿਵੇਂ ਉਹਨੂੰ ਮੁੜ ਜੇਲ੍ਹ ਦੀ ਕੋਠੜੀ 'ਚ ਡੱਕ ਦਿੱਤਾ ਹੋਵੇ। ਇਹ ਘੋਰਾ ਜੇਲ੍ਹ ਕੋਠੜੀ ਨਾਲੋਂ ਵਧੇਰੇ ਸਾਹ ਘੁੱਟੂ ਲੱਗਿਆ। ਛੱਤ ਵੱਲ ਨਿਗਾਹ ਮਾਰੀ ਤਾਂ ਵਿੰਗ ਤੜਿੰਗੇ ਸ਼ਤੀਰ, ਘੁਣਦੀਆਂ ਖਾਧੀਆਂ ਕੜੀਆਂ ਤੇ 7 ਥਾਵਾਂ ਤੋਂ ਟੇਢੀ ਹੋਈ ਗੰਢਲ ਅਣਘੜ ਲਟੈਨ ਉੱਕਾ ਨੀਵੇਂ ਹੋ ਗਏ ਦਿਸੇ। ਹੈਰਾਨੀ ਹੋਈ ਕਿ ਉਹ ਇਸ ਹੇਠੋਂ ਲੰਘ ਕੇ ਮੰਜੇ ਤੇ ਕਿਵੇਂ ਆ ਬੈਠਾ ਸੀ। ਬੂਆ ਵੀ ਨਿਆਣਿਆਂ ਦੇ ਲੰਘਣ ਜੋਗਾ ਹੀ ਸੀ। ਬੰਦੇ ਨੂੰ ਤਾਂ ਜਿਵੇਂ ਗੋਡਿਆਂ ਭਾਰ ਅੰਦਰ ਆਉਣਾ ਪੈਂਦਾ ਸੀ। ਅਗਲੇ ਪਾਸੇ ਇੰਨਾ ਕੁ ਪਾਇਆ ਛਤਾ ਘੋਰੇ ਨਾਲ ਹੱਥ ਕੁ ਉੱਚਾ ਸੀ ਤੇ ਉਦੋਂ ਗਾਂ ਵਿਹੜਾ 2.5 ਹੱਥ ਉਸ ਨਾਲੋਂ ਵੀ ਉੱਚਾ। ਇਉਂ ਇਹ ਘੋਰਾ ਵਿਹੜੇ ਨਾਲੋਂ 2.5-3 ਹੱਥ ਨੀਵਾਂ ਸੀ ਤੇ ਨਿੱਕਾ ਹੁੰਦਾ ਮਾਦੇ ਬੇਲੀ ਦੀ ਘੋੜੀ ਬਣਾ ਕੇ ਇਹਦੇ ਵਿਹੜੇ ਤੋਂ 3 ਕੁ ਹੱਥ ਉੱਚੀ ਛੱਤ ਉੱਤੇ ਮੌਜ ਨਾਲ ਹੀ ਚੜ ਜਾਂਦਾ ਹੁੰਦਾ ਸੀ। ਅੰਦਰ ਕੋਈ ਸਮਾਨ ਨਹੀਂ ਸੀ, ਪਰ ਇਸ ਖੂੰਜੇ ਤਾਈਂ ਤਾਂ ਬੁੱਢ ਪੁਰਾਣਾ ਨਿੱਕਾ ਜਿਹਾ ਬੈਠਵਾਂ ਸੰਦੂਕ ਉਵੇਂ ਪਿਆ ਸੀ। ਜਦੋਂ ਦੀ ਉਹਨੂੰ ਸੁਰਤ ਸੀ ਇੱਥੇ ਹੀ ਪਿਆ ਹੋਇਆ ਸੀ ਤੇ ਇਹਦੇ ਪਾਵਿਆਂ ਦੇ ਆਸੀ-ਪਾਸੀ ਤਲੀ ਦੀ ਪੁਰਾਣੀ ਮਿੱਟੀ ਜੰਮੀ ਹੋਈ ਸੀ। ਗੰਢਲ ਕੰਧਾਂ ਉੱਤੇ ਲਿਓੜ ਲੱਥੇ ਹੋਏ ਸਨ। ਕਿਸੇ ਨੇ ਜਿਵੇਂ ਵਰਿਆਂ ਤੋਂ ਮਿੱਟੀ ਨਹੀਂ ਸੀ ਲਾਈ, ਪੋਚਾ ਤਾਂ ਕੀ ਫੇਰਨਾ ਸੀ। ਕੜੀਆਂ ਸ਼ਤੀਰਾਂ ਦੀਆਂ ਵਿੱਥਾਂ 'ਚ ਚਿੜੀਆਂ ਦੇ ਆਲਣਿਆਂ ਦੇ ਧਾਗੇ, ਰੱਸੀਆਂ ਦੇ ਫੂਸ ਪਲਾਂ ਥਾਂ-ਥਾਂ ਤੇ ਲਮਕ ਰਿਹਾ ਸੀ। ਜਦੋਂ ਦਾ ਉਹ ਵੇਖਣ ਲੱਗਿਆ ਸੀ, ਕਿੰਨੀਆਂ ਹੀ ਚਾਮਚੜਿਕਾਂ ਅੰਦਰ ਆ ਕੇ ਸ਼ਤੀਰਾਂ ਦੇ ਸੰਨਾਂ 'ਚ ਵੜੀਆਂ ਤੇ ਕਿੰਨੀਆਂ ਹੀ ਬਾਹਰ ਨਿਕਲੀਆਂ ਸਨ। ਹੇਠੋਂ ਥਾਂ ਜਿਵੇਂ ਸਲਾਬਿਆ ਹੋਇਆ ਸੀ। ਜਦੋਂ ਮੀਂਹ ਪੈਂਦੇ ਜੇ ਵਾਛੜ ਇੱਧਰਲੀ ਹੋ ਜਾਂਦੀ ਤਾਂ ਉਹ ਘੋਰਾ ਪਾਣੀ ਨਾਲ ਭਰ ਜਾਂਦਾ ਹੁੰਦਾ। ਤਾਈ ਨੇ ਬੂਹੇ ਦੇ ਕੋਲ ਕਰਕੇ ਇੱਕ ਟੋਆ ਪੁੱਟਿਆ ਹੁੰਦਾ ਸੀ। ਉਸ 'ਚ ਇਕੱਠਾ ਹੋਇਆ ਪਾਣੀ ਉਹ ਨਾਲੋਂ ਨਾਲ ਕੱਢਦੀ ਰਹਿੰਦੀ। ਪਰ ਹੁਣ ਉਹ ਟੋਆ ਨਹੀਂ ਸੀ। ਵਿਹੜੇ 'ਚ ਇਹਦੇ ਛਤਾ ਮੂਹਰੇ ਤਾਈ ਦੀ ਬਣਾਈ ਉੱਚੀ ਵੱਟ ਵੀ ਢਹਿ ਗਈ ਸੀ ਤੇ ਉਹਨੂੰ ਉਂਝ ਹੀ ਪਤਾ ਨਹੀਂ ਕਿਵੇਂ ਖਿਆਲ ਆਇਆ ਸੀ ਕਿ ਬੇਬੇ ਦੀਆਂ ਗੱਲਾਂ ਦਾ ਧਿਆਨ ਕੀਤੇ ਬਿਨਾਂ ਪੁੱਛਿਆ, ਬੇਬੇ ਮੀਂਹ ਮੂੰਹ ਪਿਆ ਸੀ ਇੱਥੇ? ਹਾਂ ਪੁੱਤ, ਦੀਵਾਲੀ ਤੋਂ 8-7 ਦਿਨ ਪਹਿਲਾਂ ਪਿਆ ਸੀ ਕਣੀਆਂ, ਪਰ ਕੁਛ ਨਹੀਂ, ਐਵੇਂ ਛੜਕਾ ਛੰਭਾਈ ਸੀ, ਐਡਾ ਬਾਹਲਾ ਨਹੀਂ ਪਿਆ। ਮੋਦਨ ਦੇ ਚਿੱਤੋਂ ਪਤਾ ਨਹੀਂ ਕੀ ਵਿਰਾਗ ਜਿਹਾ ਉੱਠਿਆ ਕਿ ਉਹਦਾ ਹੌਕਾ ਨਿਕਲ ਗਿਆ। ਫਿਰ ਕੱਤੇ ਦੀ ਧੂੜੋ ਧੂੜ ਹੋਈ ਰੁੱਤ ਵਿੱਚ ਪਈਆਂ ਉਹਨਾਂ 4 ਕਣੀਆਂ ਦਾ ਖਿਆਲ ਕੀਤਾ ਜਿਹੜੀਆਂ ਨਾਲ ਟਿੱਬੀ ਦੇ ਰੇਤੇ ਵਿੱਚੋਂ ਅਜਿਹੀ ਮਹਿਕ ਉੱਠਦੀ ਕਿ ਮੋਦਨ ਦਾ ਚਿੱਤ ਕਾਹਲਾ ਪੈ ਜਾਂਦਾ ਤੇ ਕਹੀ ਚੁੱਕ ਕੇ ਖੇਤ ਤੋਂ ਭੱਜ ਲੈਂਦਾ। ਚਾਹੇ ਖੇਤ ਕੁਝ ਕਰਨ ਵਾਲਾ ਹੁੰਦਾ ਜਾਂ ਨਾ, ਰਾਤ ਹੁੰਦੀ ਤਾਂ ਉਹਨੂੰ ਦਿਨ ਮਸਾਂ ਚੜ੍ਹਦਾ। ਖੇਤ ਜਾ ਕੇ ਜਿਹੜਾ ਵੀ ਵਾਹਣ ਉਹਨੇ ਹਾੜੀ ਲਾਈ ਵਾਹ ਕੇ ਸੁਹਾ ਕੇ ਰੱਖਿਆ ਹੁੰਦਾ, ਉਹਦੀਆਂ ਵੱਟਾਂ ਤੇ ਐਵੇਂ ਹੀ ਤੁਰਿਆ ਫਿਰਦਾ। ਕਈ ਵਾਰ ਤਾਂ ਜਦੋਂ ਕੋਈ ਖਾਲ ਵੀ ਘੜਨ ਵਾਲਾ ਨਹੀਂ ਸੀ ਹੁੰਦਾ ਤਾਂ ਉਹ ਵੱਟਾਂ ਉੱਤੇ ਖੜੋਤੇ ਖੱਬਲ ਨੂੰ ਹੀ ਟੱਕ ਮਾਰਦਾ ਫਿਰਦਾ, ਲਿਲਕਾਂ ਛੱਡ ਕਲੀਆਂ ਲਾਉਂਦਾ ਰਹਿੰਦਾ। ਤੇ ਇਹਨਾਂ ਵਹਿਣਾਂ ਵਿੱਚ ਪੈ ਕੇ ਉਹਦਾ ਚਿੱਤ ਕਾਹਲਾ ਪੈ ਗਿਆ। ਬੇਬੇ ਅਜੇ ਵੀ ਆਪ ਮੁਹਾਰੀ ਮੀਂਹ ਦੀਆਂ ਚੰਗੀ ਹੋਈ ਸੌਣੀ ਦੀ ਫਸਲ ਦੀਆਂ ਪਿੰਡ ਦੇ ਲੋਕਾਂ ਦੀਆਂ ਗੱਲਾਂ ਦੱਸੀ ਜਾਂਦੀ ਸੀ। ਬੇਬੇ ਆਪਾਂ ਜੇ ਬਾਹਰਲੇ ਘਰੇ ਚੱਲ ਵੜੀਏ। ਪਤਾ ਨਹੀਂ ਕੀ ਸੋਚ ਕੇ ਮੋਦਨ ਨੇ ਕਿਹਾ ਕਿ ਇਸ ਵਾਰ ਬੇਬੇ ਠਠੰਬਰ ਗਈ। ਉਹ ਆਪ ਵੀ ਇਸ ਗੱਲ ਉੱਤੇ ਪਿੱਛੋਂ ਹੈਰਾਨ ਜਿਹਾ ਹੋਇਆ। ਕਮਲਾ ਨਾ ਸਿਆਣਾ, ਬੇਬੇ ਨੇ ਰਤਾ ਰੋਸ ਵਾਲੇ ਰੌਂ 'ਚ ਕਿਹਾ। ਉੱਥੇ ਹੁਣ ਕੀ ਆ, ਥੇ ਤਾਂ ਬਣਿਆ ਪਿਆ। 7 ਸਾਲ ਹੋ ਗਏ, ਮੈਂ ਤਾਂ ਜਾ ਕੇ ਦੇਖਿਆ ਵੀ ਨਹੀਂ। ਢਹਿ ਤਾਂ ਉਦੋਂ ਹੀ ਗਿਆ ਸੀ, ਹੁਣ ਉੱਥੇ ਕੀ ਰਿਹਾ ਹੋਣਾ। ਨਾਲੇ ਉੱਥੇ ਆਪਾਂ ਦੋਹਾਂ ਮਾਂ ਪੁੱਤਾਂ ਨੂੰ ਗੁੱਲੀਆਂ ਕੌਣ ਥੱਪ ਕੇ ਦੇਊ ਪੁੱਤ। ਮੋਦਨ ਬੇਬੇ ਦੀ ਡੂੰਘੀ ਗੱਲ ਸੁਣ ਕੇ ਮੁਸਕਰਾ ਪਿਆ। ਹੋਰ ਕੋਈ ਗੱਲ ਉਹਨੇ ਨਾ ਛੇੜੀ।
ਛੋਟਾ ਰੋਟੀ ਲੈ ਆਇਆ। ਥਾਲ, ਕੌਲੀਆਂ, ਗਲਾਸ, ਸਾਰੇ ਭਾਂਡੇ ਨਵੇਂ ਨਕੋਰ ਸੀ। ਇੱਕ ਕੌਲੀ 'ਚ ਦੇਸੀ ਖੰਡ 'ਚ ਤੋਰੀ ਘਿਓ ਪਾਇਆ ਹੋਇਆ ਸੀ ਤੇ ਦੂਜੀ 'ਚ ਭੋਰਾ ਮੋਠਾਂ ਦੀ ਦਾਲ ਸੀ। ਆ ਬਈ ਲੈ ਜਾ, ਮੋਦਨ ਨੇ ਖੰਡ ਵਾਲੀ ਕੌਲੀ ਚੁੱਕ ਕੇ ਮੋੜਦਿਆਂ ਕਿਹਾ। ਬਾਈ ਦਾਲ ਹੋਰ ਹੈ ਨਹੀਂ ਸੀ ਤਾਂ ਲਿਆਂਦੀ ਆ, ਇਹ ਤਾਂ ਖਾ ਲੈ, ਛੋਟੇ ਨੇ ਕਿਹਾ ਤੇ ਉਹਨੇ ਪੈਰੀ ਮੁੜਦਾ ਬੋਲਿਆ, ਤੂੰ ਖਾ, ਮੈਂ ਤੇਰਾ ਬਿਸਤਰਾ ਵਿਛਾਵਾਂ ਬੈਠਕ 'ਚ। ਪਰ ਮੋਦਨ ਨੇ ਉਹਨੂੰ ਉਦੋਂ ਹੀ ਆਵਾਜ਼ ਮਾਰ ਕੇ ਮੋੜ ਲਿਆ, ਐਂ ਕਰ, ਮੇਰਾ ਮੰਜਾ ਬਿਸਤਰਾ ਇੱਥੇ ਹੀ ਲਿਆ ਦੇ। ਉੱਥੇ ਕਿੱਥੇ? ਐਵੇਂ ਤੇ ਗਾਂ ਉਹ ਕੁਝ ਨਹੀਂ ਕਹਿ ਸਕਿਆ। ਕਿਉਂ, ਉੱਥੇ ਕੀ ਆ? ਛੋਟਾ ਕੁਝ ਹੈਰਾਨ ਸੀ। ਕੋਈ ਨਹੀਂ ਪੁੱਤ, ਤੂੰ ਉੱਥੇ ਪੈ ਜਾ, ਇੱਥੇ ਕਾਹਨੂੰ ਔਖਾ ਹੁੰਦਾ, ਬੇਬੇ ਨੇ ਵੀ ਕਿਹਾ। ਪਰ ਮੋਦਨ ਨੂੰ ਹੈਰਾਨੀ ਹੋਈ ਕਿ ਬੇਬੇ ਨੂੰ ਛੱਡ ਕੇ ਉਹ ਬੈਠਕ 'ਚ ਕਿਵੇਂ ਪੈ ਜਾਏ ਤੇ ਬੇਬੇ ਇਹ ਗੱਲ ਕਿਉਂ ਕਹਿੰਦੀ ਸੀ। ਤੂੰ ਇੱਥੋਂ ਚੱਕ ਲਿਆ ਮੰਜਾ ਬਸ, ਤੂੰ ਇੱਥੇ ਚੱਕ ਲਿਆ ਮੰਜਾ ਬਸ, ਉਹਨੇ ਆਪਣੇ ਉਸ ਪੁਰਾਣੇ ਲਹਿਜੇ 'ਚ ਕਿਹਾ ਜਿਹੜਾ ਛੋਟੇ ਨੂੰ ਅਜੇ ਤਾਈਂ ਵੀ ਯਾਦ ਸੀ। ਉਹ ਭਾਵੇਂ ਉਹਦੇ ਜੇਲ੍ਹ ਜਾਣ ਵੇਲੇ 12-13 ਵਰ੍ਹਿਆਂ ਦਾ ਹੀ ਸੀ, ਪਰ ਉਹਨੂੰ ਬਾਈ ਦੇ ਸੁਭਾਅ ਦਾ ਚੰਗੀ ਤਰ੍ਹਾਂ ਪਤਾ ਸੀ। ਹੁਣ ਵੀ ਸਭ ਕੁਝ ਚੇਤੇ ਸੀ। ਜਦੋਂ ਇੰਜ ਕਰੜੀ ਆਵਾਜ਼ 'ਚ ਕੋਈ ਗੱਲ ਕਹਿੰਦਾ ਤਾਂ ਅੱਗੋਂ ਕੋਈ ਵੀ ਜਵਾਬ ਨਹੀਂ ਸੀ ਦੇ ਸਕਦਾ। ਜੋ ਕਹਿੰਦਾ ਉਹ ਕਰਦਾ ਸੀ। ਛੋਟਾ ਚੰਗਾ, ਜਿਵੇਂ ਤੇਰੀ ਮਰਜ਼ੀ ਬਾਈ, ਕਹਿ ਕੇ ਮੰਜਾ ਲੈਣ ਤੁਰ ਗਿਆ। ਮੋਦਨ ਨੇ ਥਾਲ ਪੱਟਾਂ ਤੇ ਧਰ ਲਿਆ। ਕੁਝ ਚਿਰ ਪਿੱਛੋਂ ਦੋਏ ਭਰਾ ਇੱਕੋ ਮੰਜੇ ਤੇ ਬੈਠੇ ਕਬੀਲਦਾਰੀ ਦੀਆਂ ਗੱਲਾਂ 'ਚ ਰੁੱਝ ਗਏ। ਛੋਟੇ ਨੇ ਉਹਨੂੰ ਪਿਛਲੇ 5-7 ਸਾਲਾਂ 'ਚ ਘਰ ਦੇ ਪਿੰਡ 'ਚ ਵਾਪਰੀਆਂ ਨਿੱਕੀਆਂ-ਮੋਟੀਆਂ ਘਟਨਾਵਾਂ ਦੀਆਂ ਗੱਲਾਂ ਵੀ ਸੁਣਾਤੀਆਂ। ਮੋਦਨ ਉਹ ਤੋਂ ਭਾਂਤ-ਭਾਂਤ ਦੇ ਸਵਾਲ ਪੁੱਛਦਾ ਰਿਹਾ। ਜਦੋਂ ਕੋਈ ਪੁਰਾਣੀ ਗੱਲ ਦਾ ਜ਼ਿਕਰ ਛਿੜਦਾ ਤਾਂ ਬੇਬੇ ਵੀ ਆਪਣੀ ਕਥਾ ਛੋ ਲੈਂਦੀ, ਪਰ ਸ਼ੁਰੂ ਕਰਕੇ ਵਿੱਚੋਂ ਛੱਡਦਿਆਂ ਸਿਰ ਹਿਲਾਉਂਦੀ ਉਹਨਾਂ ਦੀ ਹਾਂ 'ਚ ਹਾਂ ਮਿਲਾਉਣ ਲੱਗ ਪੈਂਦੀ। ਰਾਤ ਦਾ ਤੀਜਾ ਪਹਿਰ ਹੋ ਚੱਲਿਆ ਸੀ, ਪਰ ਅਜੇ ਤਾਈਂ ਨਾ ਛੋਟੇ ਦਾ ਉੱਠਣ ਨੂੰ ਜੀ ਕਰਦਾ ਸੀ, ਨਾ ਮੋਦਨ ਨੂੰ ਨੀਂਦ ਆਉਂਦੀ ਸੀ। ਚੰਗਾ, ਫਿਰ ਤੂੰ ਸੌਂ ਹੁਣ ਚੱਲ ਕੇ, ਬਹੁਤ ਕਵੇਲਾ ਹੋ ਗਿਆ, ਤੜਕੇ ਕੰਮ ਧੰਦਾ ਵੀ ਕਰਨਾ ਹੋਊ, ਮੋਦਨ ਨੇ ਕਿਹਾ। ਨਹੀਂ, ਬਜਾਈ ਦਾ ਕੰਮ ਤਾਂ ਮੁੱਕਿਆ ਪਿਆ ਸਾਰਾ। ਹੁਣ ਤਾਂ ਇੱਕ ਵੱਢ 'ਚ ਦਸੌਰੂ ਕਣਕ ਬੀਜਣ ਦੀ ਸਲਾਹ ਸੀ, ਉਹ ਅਜੇ ਦੂਰ ਨੇ। ਨਾਲੇ ਕਣਕ ਤਾਂ ਜਦੋਂ ਮਰਜ਼ੀ ਬੀਜ ਲਈਏ। ਕਹਿੰਦੇ ਜੇ ਚੜ੍ਹਦੇ ਪੋਹ ਵੀ ਬੀਜੀਏ ਤਾਂ ਵੀ ਦੂਜੇ ਦੇ ਨਾਲ ਹੀ ਹੋ ਜਾਂਦੀ ਹੈ। ਤੜਕੇ ਤਾਂ ਬਸ 2 ਕੁ ਰਹਿੰਦੀਆਂ, ਬੱਟਾਂ ਪਾਉਣ ਵਾਲੀਆਂ ਰਹਿੰਦੀਆਂ, ਦਿਨ ਚੜ੍ਹੇ ਜਾਵਾਂਗੇ। ਹੋਰ ਕੁਝ ਚਿਰ ਗੱਲਾਂ ਕਰਨ ਪਿੱਛੋਂ ਛੋਟਾ ਰਾਤ ਲਈ ਪਾਣੀ ਧਾਣੀ ਪੁੱਛ ਕੇ ਚਲਾ ਗਿਆ। ਉਹਦੀਆਂ ਗੱਲਾਂ ਨਾਲ ਮੋਦਨ ਦਾ ਚਿੱਤ ਟਿਕਾਣੇ ਆ ਗਿਆ ਸੀ, ਜਿਵੇਂ ਕਿਸੇ ਗੁੱਝੀ ਗੱਲ ਦਾ ਹੌਸਲਾ ਹੋ ਗਿਆ ਹੋਵੇ। ਪਰ ਜਦੋਂ ਦੀਵਾ ਬੁਝਾ ਕੇ ਬੂਹਾ ਬੰਦ ਕਰਕੇ ਪਿਆ ਤਾਂ ਮੁੜ ਆਪਣੀ ਕੋਠੜੀ ਯਾਦ ਆ ਗਈ। ਏਡਾ ਹੀ ਸੰਘਣਾ ਹਨੇਰਾ ਉੱਥੇ ਹੁੰਦਾ ਸੀ। ਬੇਬੇ ਨੇ ਫੇਰ ਘਰ ਦੀ ਆਪਣੀਆਂ ਬੇਮਰਿਆਦੀਆਂ ਨੂੰਹਾਂ ਦੀ ਗੱਲ ਛੇੜ ਲਈ ਤੇ ਮੋਦਨ ਦਾ ਹੁੰਗਾਰਾ ਉਡਕ ਕੇ ਬਿਨਾਂ ਹੀ ਬੋਲੀ ਗਈ। ਮੋਦਨ ਨੂੰ ਵੀ ਨੀਂਦ ਨਹੀਂ ਸੀ ਆਉਂਦੀ, ਪਰ ਬੇਬੇ ਦੀਆਂ ਗੱਲਾਂ ਵੱਲ ਉਹਦਾ ਧਿਆਨ ਨਹੀਂ ਸੀ। ਕੁੱਕੜ ਨੇ ਪਹਿਲੀ ਬਾਂਗ ਦਿੱਤੀ ਤਾਂ ਮੋਦਨ ਰਤਾ ਹੈਰਾਨ ਹੋਇਆ, ਸਿਰ ਤਾਂ ਚੁੱਕ ਕੇ ਬਿੜਕ ਲਈ। ਬੇਬੇ ਆਪੇ ਗੱਲਾਂ ਕਰਦੀ ਕਰਦੀ ਸੌਂ ਗਈ ਸੀ। ਉਹਨੇ ਵੀ ਰਜਾਈ 'ਚ ਮੂੰਹ ਦੇ ਲਿਆ, ਪਰ ਬਿਲਕੁਲ ਉਂਝ ਹੀ ਜਿਵੇਂ ਪਹਿਲੀ ਰਾਤ ਜੇਲ੍ਹ ਦੀ ਕੋਠੜੀ 'ਚ ਜਾ ਕੇ ਨੀਂਦ ਕਿਧਰੇ ਉੱਡ ਗਈ ਸੀ, ਉਵੇਂ ਅੱਜ ਵੀ ਨਹੀਂ ਸੀ ਆ ਰਹੀ। ਉਵੇਂ ਥਾਂ ਵੀ ਉਪਰਾ ਲੱਗਦਾ ਸੀ। ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਤੇ ਮਨ ਪਤਾ ਨਹੀਂ ਕਿਹੜੇ ਵਹਿਣਾਂ 'ਚ ਵਹਿ ਤੁਰਿਆ ਸੀ। ਕੁੱਕੜ ਬਾਂਗਾਂ ਤੇ ਬਾਂਗਾਂ ਦੇਈ ਜਾਂਦੇ ਸਨ। ਇਹਦੇ ਨਾਲ ਚਿੱਤ ਹੋਰ ਕਾਲਾ ਪਈ ਜਾਂਦਾ ਸੀ। ਫਿਰ ਉਹਨੂੰ ਸਲਾਬੀ ਮਿੱਟੀ ਦੀ ਮਹਿਕ ਆਉਣ ਲੱਗ ਪਈ। ਉਸੇ ਵੇਲੇ ਉੱਠ ਕੇ ਬਹਿ ਗਿਆ, ਬਿੜਕ ਲਈ। ਸ਼ਾਇਦ ਸੰਤੋਖਾ ਕਾਲੀ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਵਿੱਚ ਜਪਜੀ ਸਾਹਿਬ ਦੀਆਂ ਤੁਕਾਂ ਪੜ੍ਹਦਾ ਗਲੀ 'ਚੋਂ ਲੰਘ ਰਿਹਾ ਸੀ। ਉਹਦੇ ਖੂੰਡੇ ਦੀ ਧਮਕਾਰਿਆਂ ਸੁਣਦੀ ਸੀ, ਜਿਵੇਂ ਉਹਦੇ ਗੋਡੇ ਹੁਣਾਰੀ ਹੋ ਗਏ ਹੋਣ। ਮੋਦਨ ਨੂੰ ਪਤਾ ਨਹੀਂ ਕੀ ਸੁੱਝੀ ਕਿ ਉੱਠ ਕੇ ਕੰਬਲ ਦੀ ਬੁੱਕਲ ਮਾਰਦਿਆਂ ਮਲਕੜੇ ਚੋਰਾਂ ਵਾਂਗ ਬਾਹਰ ਨਿਕਲ ਗਿਆ। ਨੱਕ 'ਚ ਸਲਾਬੀ ਮਿੱਟੀ ਦੀ ਮਹਿਕ ਨਾਲ ਹੁੰਦੀ ਜਲੂਣ ਗਲੀ 'ਚ ਆ ਕੇ ਹੋਰ ਵੱਧ ਗਈ ਤੇ ਉਹ ਵਾਹੋਦਾਈ ਖੇਤ ਵੱਲ ਹੋ ਤੁਰਿਆ। ਅੰਗ ਦੂਸਰਾ, ਸਵੇਰ। ਪਾਲਾ ਜਿੱਦੇ ਦਾ ਜੇਲੋਂ ਆਇਆ ਸੀ, ਨਮੋਸ਼ੀ ਦਾ ਮਾਰੇ ਅੰਦਰੋਂ ਨਹੀਂ ਸੀ ਨਿਕਲਿਆ। ਹਰਕੁਰ ਸਮਝਾ ਥੱਕ ਗਈ ਸੀ, ਪਰ ਉਹਨੇ ਮੰਜੀ ਨਹੀਂ ਸੀ ਛੱਡੀ। ਜਿਸ ਕਿਸੇ ਮਿੱਤਰ ਬੇਲੀ ਜਾਂ ਮੇਲੀ ਗੇਲੀ ਨੇ ਸੁਣਿਆ, ਉਹ ਵੀ ਉਹਨੂੰ ਸਮਝਾਉਣ ਆਇਆ, ਪਰ ਉਹ ਮੁੜ ਇਹੋ ਆਖੀ ਜਾਂਦਾ ਸੀ, ਭਲਾ ਮੈਂ ਕਿਸੇ ਦਾ ਵਿਗਾੜਿਆ ਕੀ ਸੀ? ਇਹਦਾ ਜਵਾਬ ਦਿਓ ਵੀ ਮੈਂ ਉਹਨਾਂ ਦਾ ਕੀ ਚੱਕਿਆ ਚਰਾਇਆ ਸੀ। ਇਸ 1.5 ਵਰ੍ਹੇ 'ਚ ਹੀ ਉੱਕਾ ਰਹਿ ਖੜੋਤਾ ਸੀ। ਪੁਆਧ ਦੇ ਪਾਣੀ ਨਾਲ ਅਜਿਹੀ ਚੰਦਰੀ ਦਮੇ ਵਰਗੀ ਖੰਘ ਹੋ ਗਈ ਸੀ। ਸਾਰੀ ਰਾਤੀ ਖੰਘ ਦੀਆਂ ਵੱਖੀਆਂ ਪੱਟੀਆਂ ਜਾਂਦੀਆਂ। ਸਰੀਰ ਹੁਣ ਆਪਣੀ ਕਿਰਿਆ ਸਾਧਨ ਜੋਗਾ ਵੀ ਨਹੀਂ ਸੀ ਰਿਹਾ। ਆਪੇ ਉੱਠ ਕੇ ਪਾਣੀ ਦਾ ਗਲਾਸ ਵੀ ਨਹੀਂ ਸੀ ਪੀਤਾ ਜਾਂਦਾ। ਹਰਕੁਰ 10-15 ਦਿਨ ਓੜ-ਪੋੜ ਕਰਦੀ ਰਹੀ। ਰਾਧੂ ਹਕੀਮ ਤੋਂ ਵੀ ਦਵਾਈਆਂ ਲੈ ਕੇ ਦਿੱਤੀਆਂ। ਰਾਮਦਾਸੀਆਂ ਦੇ ਮੁੰਡੇ ਲੇਖੂ ਤੋਂ ਵੀ ਸੂਏ ਲਵਾਏ। ਲੇਖੂ ਹੁਣ ਇਲਾਕੇ ਦਾ ਮਸ਼ਹੂਰ ਡਾਕਟਰ ਬਣਿਆ ਹੋਇਆ ਸੀ, ਪਰ ਮੋੜ ਨਹੀਂ ਪਿਆ। ਰਾਧੂ ਕਹਿੰਦਾ ਸੀ ਪਾਣੀ ਲਾਗ ਹੋਣ ਕਰਕੇ ਉਹਦੇ ਪੇਟ 'ਚ ਛੱਲੀ ਬਣ ਗਈ ਸੀ
ਤੇ 10-15-20 ਦਿਨਾਂ ਤੇ ਅਖੀਰ ਪਾਲਾ ਜਿਵੇਂ ਪਰਨਾਲੇ ਹੇਠ ਪਏ ਲੂਣ ਦੇ ਡਲੇ ਵਾਂਗ ਖੁਰ ਗਿਆ। ਜਿਹੜਾ ਵਹਿੰਦਾ ਤਰਾਸ ਕਰ ਉੱਠਦਾ। ਲੋਕਾਂ ਕਿੰਨੇ ਦਿਨ ਪਹਿਲਾਂ ਹੀ ਭਾਖਿਆ ਕੱਢਤੀ ਸੀ ਕਿ ਇਹ ਨਹੀਂ ਭਾਈ ਹੁਣ ਬਚਦਾ। ਤੇ ਜਿੱਦੇ ਉਹ ਘਰਦਿਆਂ ਨੂੰ 1.5-2 ਮਹੀਨਾ ਦੁੱਖ ਭੁਗਤਾ ਕੇ ਆਪ ਕੀਤਾ ਭੋਗ ਕੇ ਤੁਰ ਗਿਆ ਤਾਂ ਉਹਨਾਂ ਹੀ ਭਾਖਿਆ ਕੱਢਣ ਵਾਲਿਆਂ ਨੇ ਸੱਥਰ ਤੇ ਬਹਿ ਕੇ ਉਹਦੀ ਮੌਤ ਨਾਲੋਂ ਵੱਧ ਆਪਣੀ ਭਵਿੱਖਬਾਣੀ ਦੀ ਚਰਚਾ ਕੀਤੀ। ਮੈਂ ਤਾਂ ਜਿੱਦੇ ਉਹ ਆਇਆ ਉਦੋਂ ਵੇਖ ਲਿਆ ਸੀ ਵੀ ਹੁਣ ਨਹੀਂ ਬਚਦਾ। ਮੈਂ ਆਇਆ ਇੱਕ ਦਿਨ, ਕੋਈ ਹੋ ਗਏ ਹੋਣਗੇ 8-7 ਦਿਨ। ਹਰਕੁਰ ਮੈਨੂੰ ਕਹਿੰਦੀ, ਸੰਤਿਆ 3 ਦਿਨ ਹੋ ਗਏ, ਕੁਛ ਮੂੰਹ ਤੇ ਨਹੀਂ ਧਰਿਆ, ਬਸ ਦਿਨ ਪਰ ਰਾਤ ਰੋਈ ਜਾਂਦਾ। ਮੈਂ ਜਾ ਕੇ ਪੁੱਛਿਆ, ਮੈਂ ਕਿਹਾ ਐਂ ਪਾਲਿਆ ਤੂੰ ਕਦੋਂ ਤਕੜਾ ਹੋਇਆ, ਕੁਛ ਖਾ ਪੀ, ਹੋਰ ਨਹੀਂ ਤਾਂ ਦੁੱਧ ਦੀ ਘੁੱਟੀ ਲੈ ਲਿਆ ਕਰ। ਮੈਨੂੰ ਕਹਿੰਦਾ, ਬਾਈ ਅੰਦਰ ਨਹੀਂ ਚੱਲਦਾ। ਅੰਦਰ ਕਿਵੇਂ ਚੱਲਦਾ ਜਦ ਬੰਦੇ ਨੂੰ ਕਾਲ ਦਿਖਾਈ ਦੇ ਜੇ, ਫੇਰ ਅੰਦਰ ਕਿਵੇਂ ਚੱਲੂ ਕਮਲਿਆ। ਹਾਂ ਮੈਂ ਤਾਂ ਉਦੋਂ ਹੀ ਕਹਿਤਾ ਸੀ, ਮਖਿਆ ਹਰਕੁਰੇ ਰੱਬ ਦਾਤਾ ਇਸ ਨਿੱਕੀ ਨਿੱਕੀ ਪਨੀਰੀ ਤੇ ਮਿਹਰ ਕਰੇ। ਉਹ ਹਾਲੇ ਪਾਲੇ ਤਾਂ ਉੱਠਣ ਵਾਲਾ ਨਹੀਂ। ਮੈਂ ਤਾਂ ਕਿਹਾ ਸੀ ਵੀ ਆਖੇ ਤਾਂ ਆਪਾਂ ਸ਼ਹਿਰ ਹਸਪਤਾਲ ਲੈ ਚੱਲਦੇ ਆਂ, ਗੱਡਾ ਆਪਣੇ ਹੈਗਾ ਸੁੱਖ ਨਾਲ, ਤੇ 2 ਘੰਟਿਆਂ 'ਚ ਜਾ ਪੜਾਂਗੇ, ਨਾਲੇ ਡਾਕਦਾਰ ਬਲਾ ਚੰਗਾ ਸੁਣੀਦਾ। ਓਏ ਕਮਲਿਆ ਡਾਕਦਾਰ ਕੀ ਕਰੂ, ਜਦੋਂ ਆ ਲੱਗੀ ਉਦੋਂ ਕੋਈ ਪੀਰੀ ਨਹੀਂ ਚੱਲਦੀ ਕਿਸੇ ਦੀ। ਵੇਖ ਤੂੰ ਰੌਣ ਨੇ ਪਾਵੇ ਨਾਲ ਕਾਲ ਬੰਨਿਆ ਹੋਇਆ ਸੀ, ਫਿਰ ਬਚ ਨਾ ਗਿਆ। ਜੇ ਕਾਲ ਦਾ ਕੋਈ ਹੀਲਾ ਹੋਵੇ ਤਾਂ ਫਿਰ ਰਾਜੇ ਰਾਣੇ ਤਾਂ ਮਰਨ ਹੀ ਨਾ। ਉਹਨਾਂ ਕੋਲੇ ਕਿਸੇ ਚੀਜ਼ ਦੀ ਟੋਟ ਹੁੰਦੀ ਹੈ, ਨਾ ਧਨ ਦੀ ਟੋਟ, ਨਾ ਹਕੀਮਾਂ ਦੀ ਟੋਟ, ਨਾ ਦਵਾਈ ਬੂਟੀ ਦੀ ਟੋਟ, ਭਾਵੇਂ ਚਿੜੀਆਂ ਦਾ ਦੁੱਧ ਮੰਗਾ ਲੈਣ, ਪਰ ਕਾਲ ਲੱਗੇ ਕਾਹਦੀ ਪੀਰੀ। ਇਹਦਾ ਜੀ ਕੋਈ ਚਾਰਾ ਨਹੀਂ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ। ਸਤਿਗੁਰੂ ਨੇ ਤਾਂ ਹੀ ਕਿਹਾ ਬਈ ਭਾਈ ਨਾਮ ਜਪੋ ਨਾਮ, ਇੱਕ ਸਾਤਾ ਹੋਰ, ਤੇ ਫਿਰ ਸਭ ਦਿਲ ਬਰੀਆਂ ਦੇਣ ਵਾਲੇ ਵੀ ਆਪਣੇ ਕੰਮੀ ਧੰਦੀ ਰੁੱਝ ਗਏ। ਹਰਕੁਰ ਦੇ ਚਿੱਤ 'ਚ ਜਿਹਾ ਹੌਕਾ ਬੈਠਾ ਕਿ ਉਹ ਚੜ੍ਹਦੇ ਮਾਘ ਆਪ ਵੀ ਮੰਜੇ ਤੇ ਪੈ ਗਈ। ਰੋਟੀ ਟੁੱਕ ਦੀ ਵੀ ਔਖ ਹੋ ਗਈ। ਪਰਸੀਨੀ ਆਉਂਦੀ ਤੇ ਦੋਈ ਵੇਲੇ 4 ਗੁੱਲੀਆਂ ਥੱਪ ਕੇ ਦੇ ਜਾਂਦੀ, ਪਰ ਕੋਈ ਕਿੰਨਾ ਕੁ ਚਿਰ ਕਰਦਾ। ਆਪਣੀ ਕਬੀਲਦਾਰੀ ਲੋਕਾਂ ਤੋਂ ਨਹੀਂ ਸੀ ਸੰਭਾਲੀ ਜਾਂਦੀ, ਦੂਜੇ ਦਾ ਕੋਈ ਕੀ ਕਰੇ। ਤੇ ਇਹੋ ਗੱਲ ਉਹਨੂੰ ਇੱਕ ਦਿਨ ਆਪਣੇ ਸੁਭਾਅ ਮੁਜਬ ਉਹ ਸਮਝਾਈ ਵੀ, ਦੇਖ ਹਰਕੁਰੇ, ਐਂ ਤਾਂ ਤੁਹਾਡਾ ਸਾਰਾ ਘਰ ਹੀ ਖੇ ਖਰਾਬ ਹੋ ਜੂ। ਹੁਣ ਤੂੰ ਐ ਹੌਕਾ ਖਿੱਚ ਕੇ ਨਾ ਪੈ, ਨਾਲੇ ਸੁੱਖ ਨਾਲ ਤੇਰੇ 3 ਲਾਲਾਂ ਵਰਗੇ ਪੁੱਤ ਐ, ਧੀ ਸੀ ਉਹ ਆਪਦੇ ਘਰ ਵਸਦੀ ਰਸਦੀ ਐ, ਤੈਨੂੰ ਕੋਈ ਫਿਕਰ ਕਾਹਦਾ? ਜਾਣਾ ਤੇ ਇੱਕ ਦਿਨ ਸਭ ਨਹੀਂ ਹੈ। ਕਰਮ ਉਹਦੇ ਮਾੜੇ ਜਿਹਦੇ ਭਾਗਾਂ 'ਚ ਪੁੱਤਾਂ ਦਾ ਸੁੱਖ ਹੀ ਨਹੀਂ ਸੀ ਲਿਖਿਆ। ਹੁਣ ਵੇਖ ਲਈ ਸਭ ਕੁਝ ਹੋ ਜੂ, ਤੇਰੇ ਤਾਂ 3 ਸਲੱਗ ਐ, ਵੱਡਾ ਤਾਂ ਸੁੱਖ ਨਾਲ ਸਾਰੀ ਕਬੀਲਦਾਰੀ ਸਾਂਭਦਾ। ਹੁਣ 1.5-2 ਸਾਲ ਉਹਦੇ ਮਗਰੋਂ ਇਸੇ ਨੇ ਘਰ ਸਾਂਭਿਆ ਕਿ ਹੋਰ ਕੌਣ ਸੀ ਤੇਰਾ? ਛੋਟੇ ਹੋਰ 2 ਵਰਿਆਂ ਨੂੰ ਉਹਦੀਆਂ ਬਾਹਾਂ ਬਣ ਜਾਣਗੇ, ਫਿਰ ਤੂੰ ਕਾਹਦੇ ਪਿੱਛੇ ਦਿਲਗੀਰ ਹੁੰਨੀ ਐ? ਉੱਠ ਕੇ ਮਾੜਾ ਮੋਟਾ ਹੱਥ ਪੱਲਾ ਹਿਲਾਇਆ ਕਰ। ਮੈਂ ਕੋਈ ਸਾਰੀ ਉਮਰ ਨਿਭਾ ਦੂੰ? ਨਾ ਭੈਣੇ, ਸਭ ਝੂਠ। ਮੈਂ ਖਬਰੇ ਕਿਵੇਂ ਘਰੋਂ ਭੱਜੀ ਨੱਸੀ ਆ ਕੇ ਤੇਰੇ ਜਵਾਕਾਂ ਦੀਆਂ 4 ਬਿੰਗੀਆਂ ਬੌਲੀਆਂ ਥੱਪ ਜਾਂਦੀਆਂ। ਮੈਥੋਂ ਤਾਂ ਘਰੇ ਆਪਦਾ ਹੀ ਝਾਟਾ ਨਹੀਂ ਸਾਂਭਿਆ ਜਾਂਦਾ। ਹੁਣ ਜਾਂਦੀ ਨੂੰ ਉਹ ਸਾਡੀ ਕੁੱਡਰ ਕਿੱਥੋਂ ਉਹ ਗਏ, ਘਰ ਦੀ ਸਾਡੇ ਪੱਲੇ ਪੈ ਗਈ, ਦਕੰਮਣ ਖਲਾਰੀ ਬੈਠੀ ਹੋ। ਲੋਕ ਨੂੰਹਾਂ ਲਿਆਉਂਦੇ ਆ ਵੀ ਸੁੱਖ ਦੇਣਗੇ, ਮੈਂ ਤਾਂ ਪਹਿਲੀ ਲਿਆ ਕੇ ਦੁਖੀ ਹੋਈ ਬੈਠੀ ਆ। ਕੁੜੇ ਲੋੜਾ ਨਹੀਂ, ਐਸ ਚੜ੍ਹਦੀ ਅਵਸਥਾ 'ਚ ਬੰਦਾ ਆਖੇ ਮੇਰੇ ਗੋਡੇ ਦੁਖਦੇ ਆ, ਮੈਥੋਂ ਪੱਠੇ ਨਹੀਂ ਕਤਰਾਏ ਜਾਂਦੇ, ਮੇਰੇ ਨਥੂਰ ਪਾਟੇ ਐ, ਭਾਂਡੇ ਨਹੀਂ ਮਾਂਜੇ ਜਾਂਦੇ। ਵਾਹਿਗੁਰੂ ਲੋੜਾ, ਅਸੀਂ 50 ਦੀਆਂ ਹੋ ਗਈਆਂ, ਅਸੀਂ ਕੋਈ ਲੋਹੇ ਦੀਆਂ ਬਣੀਆਂ ਜਿਹੜੀਆਂ ਸਾਰਾ ਦਿਨ ਉਹਨਾਂ ਦਾ ਵੀ ਸਾਂਭੀਏ ਆਪਦਾ ਵੀ ਸਾਂਭੀਏ? ਬਸ ਨਹੀਂ ਭੈਣੇ, ਇਹਨਾਂ ਦਾ ਕੀ ਸੁੱਖ ਤੱਕਾਂਗੇ, ਰੱਬ ਆਪਦੇ ਨੈਣ ਪ੍ਰਾਣ ਤੁਰਦੇ ਰੱਖੇ। ਪਰਸੀਨੀ ਕਦੇ ਆਪਣੀ ਤੇ ਕਦੇ ਹਰਕੁਰ ਦੀ ਕਬੀਲਦਾਰੀ ਦੀਆਂ ਗੱਲਾਂ ਸੁਣਾ ਕੇ 5-7 ਦਿਨਾਂ 'ਚ ਸੱਚੀ ਉਹਦਾ ਦਿਲ ਧਰਾ ਗਈ। ਮੋਦਨ ਨੇ ਮੰਡੀਓਂ ਡਾਕਟਰ ਨੂੰ ਸਾਰੀ ਹਾਲਤ ਦੱਸ ਕੇ ਦਵਾਈ ਵੀ ਲਿਆਂਦੀ। ਇੱਕ ਗਾੜੇ ਦਾਖੀ ਰੰਗ ਦੇ ਸ਼ਹਿਦ ਜਿਹੇ ਦੀ ਸ਼ੀਸ਼ੀ ਤੇ ਕੁਝ ਰੰਗ ਬਿਰੰਗੀਆਂ ਗੋਲੀਆਂ। ਹਰਕੁਰ ਨੇ ਆਪ ਵੀ ਮਨ ਨੂੰ ਸਮਝਾਇਆ, ਮਨਾ ਐ ਪਿਆ ਕਦੋਂ ਐਡੀ ਪਹਾੜ ਜਿੱਡੀ ਕਬੀਲਦਾਰੀ ਕਿਉਂਟੀ ਗਈ, ਤੇ ਅੱਜ ਹੋਰ ਭਲਕ ਹੋਰ ਉੱਠ ਕੇ ਤੁਰਨ ਫਿਰਨ ਲੱਗ ਗਈ। ਰੁੱਤ ਵੀ ਨਿੱਘੀ ਆ ਗਈ ਸੀ ਤੇ 10-15 ਦਿਨ ਵਿੱਚ ਹੀ ਤਕੜੀ ਹੋ ਗਈ। ਫੱਗਣ ਦਾ ਮਹੀਨਾ, ਸਰਵਾਂ ਪੱਕ ਚੱਲੀਆਂ ਸੀ। ਬੰਦੇ ਨਾਲੋਂ ਵੀ ਉੱਚੀਆਂ ਸਰਵਾਂ ਨਾਲ ਦੂਰੀਆਂ ਹੋ ਕੇ ਧਰਤੀ ਨਾਲ ਲੱਗੀਆਂ ਪਈਆਂ ਸੀ। ਛੋਲਿਆਂ ਦਾ ਵੀ ਏਡਾ ਜੰਮ ਸੀ ਕਿ ਵਿੱਚੋਂ ਦੀ ਲੰਘਿਆ ਨਹੀਂ ਸੀ ਜਾਂਦਾ। ਹੋਰ ਵੀ ਸਾਰੀ ਫਸਲ ਚੰਗੀ ਸੀ, ਇਸ ਕਰਕੇ ਅਕਸਰ ਜਦੋਂ ਖੇਤ ਜਾਂਦੀ ਤਾਂ ਚਿੱਤ ਦੀ ਸਾਰੀ ਉਦਾਸੀ ਜਿਵੇਂ ਲੈ ਜਾਂਦੀ। ਮੋਦਨ ਨੂੰ ਕੰਮ ਧੰਦਾ ਬਹੁਤ ਹੁੰਦਾ ਤਾਂ ਪੱਠੇ ਦੱਥੇ ਆਪ ਲੈ ਆਉਂਦੀ।
ਮੋਦਨ ਤੇ ਸੱਜਣ ਤੋਂ ਤਾਂ ਖੇਤ ਦਾ ਕੰਮ ਹੀ ਨਹੀਂ ਸੀ ਨਿਬੜਦਾ, ਹੋਰ ਉਤਲਾ ਕੰਮ ਧੰਦਾ ਕਰਦਾ ਵੀ ਕੌਣ। ਛੋਟਾ ਪੜਨ ਚਲਿਆ ਜਾਂਦਾ, ਮਗਰੋਂ ਘਰੇ ਉਹ ਕੱਲੀ ਉਰੀ ਅੰਗ ਘੁੰਮਦੀ ਫਿਰਦੀ। ਪਰ ਕਦੇ ਕਦੇ ਗੋਡਿਆਂ ਦੀਆਂ ਪੀੜਾਂ ਤੇ ਹਾਰਦੀ ਦੇ ਅਹਿਸਾਸ ਕਰਾ ਦਿੰਦੀ ਕਿ ਹੁਣ ਕੱਲੀ ਉਹ ਘਰ ਨਹੀਂ ਸੀ ਸਾਂਭ ਸਕਦੀ। ਇੱਕ ਦਿਨ ਮੋਦਨ ਕੋਲ ਗੱਲ ਤੋਰੀ, ਪੁੱਤ ਮੋਦਨ, ਹੁਣ ਆਪਾਂ ਅਗਲੇ ਅੱਸੂ ਦਾ ਜੇ ਵਿਆਹ ਲੈ ਲਈਏ। ਮੈਥੋਂ ਪੁੱਤ ਕੱਲੀ ਤੋਂ ਕੰਮ ਧੰਦਾ ਹੁੰਦਾ ਨਹੀਂ। ਬਿੰਦ ਦਾ ਬਿੰਦੋ ਚੁੱਪ ਕਰ ਗਿਆ, ਫਿਰ ਕੁਝ ਝਕਦਾ ਜਿਹਾ ਬੋਲਿਆ, ਬੇਬੇ ਅਜੇ ਕੁਛ ਚਿਰ ਤਾਂ ਪੈ ਲੈਣ ਦੇ, ਵਿਆਹ ਕਿਹੜਾ ਕਿਤੇ ਭੱਜਿਆ ਜਾਂਦਾ, ਲੋਕ ਕੀ ਕਹਿਣਗੇ। ਹਰਕੁਰ ਸਮਝ ਗਈ, ਠੀਕ ਸੀ, ਕਿਸੇ ਦਾ ਮੂੰਹ ਤਾਂ ਨਹੀਂ ਸੀ ਫੜ ਲੈਣਾ। ਕਹਿਣ ਵਾਲਿਆਂ ਨੇ ਤਾਂ ਇਹ ਵੀ ਕਹਿ ਦੇਣਾ ਕਿ ਪਿਓ ਨੂੰ ਮਰਿਆਈ ਭਾਲਦੇ ਸੀ। ਉਹਦੀ ਸਿਆਣਪ ਉਤੇ ਹਰਕੁਰ ਚਿੱਤੋਂ ਖੁਸ਼ ਹੋਈ, ਮਨ ਨੂੰ ਸਮਝਾ ਲਿਆ, ਜਿੱਥੇ ਇੰਨਾ ਚਿਰ ਨਿਕਲ ਗਿਆ ਉੱਥੇ ਵਰਾ ਹੋਰ ਸਹੀ, ਪਰ ਇਹ ਵਰਾ ਕੱਢਣਾ ਉਹਦੇ ਲਈ ਬਹੁਤ ਔਖਾ ਸੀ। ਮੋਦਨ ਨੂੰ ਮੰਗੇ ਨੂੰ ਵੀ 7 ਵਰੇ ਹੋ ਗਏ ਸੀ। ਉਦੋਂ ਮਸਾਂ 13-14 ਵਰਿਆਂ ਦਾ ਸੀ। ਉਹਦੇ ਹਾਣੀਆਂ ਦੇ 2-2 ਨਿਆਣੇ ਵੀ ਹੋ ਗਏ ਸੀ, ਪਰ ਗਰਾਗਤ ਹੀ ਅਜਿਹੀ ਪੁੱਠੀ ਸੀ ਕਿ ਉਹਦੀ ਵਾਰੀ ਨਹੀਂ ਸੀ ਆਉਣ ਚਾਹੁੰਦੀ। ਪਹਿਲਾਂ ਸ਼ਰੀਕਾਂ ਨੇ ਨਹੀਂ ਟਿਕਣ ਦਿੱਤਾ, ਘਰੋਂ ਬੇਘਰ ਕਰਕੇ ਇਸ ਰੋਹੀ ਚ ਟਿੱਬੀ ਉੱਤੇ ਲਿਆ ਬਹਾਏ, ਫਿਰ ਅਜਿਹਾ ਭਾਣਾ ਵਰਤਿਆ ਕਿ ਜਾਂਦੀ ਬਲਾਈ ਗਲ ਪੈ ਗਈ। 2 ਵਰਿਆਂ ਦੇ ਮੁਕੱਦਮੇ ਨੇ ਘਰ ਦਾ ਬਾਰ ਦੂਜੇ ਪਾਸੇ ਕਰਤਾ। ਉਸ ਪਿੱਛੋਂ ਪਾਲੇ ਨੂੰ ਕੈਦ ਹੋ ਗਈ। ਉਹ ਕੰਨ ਹੱਕੀ 1.5 ਸਾਲ ਕੈਦ ਕੱਟ ਕੇ ਆਇਆ ਤਾਂ ਜੇਲੋਂ ਆਉਂਦਾ ਹੀ ਮੰਜੇ ਤੇ ਡਿੱਗ ਪਿਆ। ਅਸੀਂ ਕੀ ਭੁੰਨ ਕੇ ਬੀਜਿਆ ਸੀ। ਹਰਕੁਰ ਕਦੇ ਕਦੇ ਤਾਂ ਇਹ ਸੋਚ ਕੇ ਬਹੁਤ ਉਦਾਸ ਹੋ ਜਾਂਦੀ। ਲੋਕ ਸੁਰਨ ਵਸਦੇ ਸਨ, ਘਰੀ ਨੂੰਹਾਂ ਪੁੱਤ ਪੋਤਰੇ ਪੜੋਤੇ ਰੰਗ ਭਾਗ ਲੱਗੇ ਹੋਏ ਸਨ, ਪਰ ਉਹਨੂੰ ਰੱਬ ਨੇ ਹੁਣ ਤਾਈਂ ਕੋਈ ਸੁੱਖ ਦਾ ਸਾਹ ਕਿਉਂ ਨਹੀਂ ਸੀ ਲੈਣ ਦਿੱਤਾ। ਸਾਰੀ ਉਮਰ ਕਿਸੇ ਦੇ ਕਰਮਾਂ ਦਾ ਕੋਈ ਸੀਰੀ ਹੈ ਹਰਕੁਰੇ। ਪਰ ਸਿੰਨੀ ਕੋਲ ਜਦੋਂ ਉਹ ਗੱਲ ਕਰ ਬਹਿੰਦੀ ਤਾਂ ਉਹ ਦਿਲ ਧਰਾਉਂਦੀ, ਅੱਗੋਂ ਆਖਦੀ, ਲੈ ਹੁਣ ਮੇਰੇ ਜੇਠ ਦੇ ਦੇਖ ਲੈ, 5 ਹੈ, 5 ਅੱਡੋ ਅੱਡੀ ਆਪਦੀ ਕਬੀਲਦਾਰੀ ਸਾਂਭੀ ਬੈਠੇ ਆ। ਜ਼ਮੀਨ ਜਾਇਦਾਦ ਦਾ ਕੋਈ ਘਾਟਾ ਨਹੀਂ, ਪੁੱਛੇ ਤੋਂ ਬਿਨਾਂ ਬਾਹਰ ਨਹੀਂ ਟੱਪਦੇ, ਭਾਵੇਂ ਹੈ ਸਾਰੀਆਂ ਅੱਡ ਵਿੱਡ। ਜੇ ਸੋਚੀਏ ਤਾਂ ਉਹਨਾਂ ਨੇ ਸੱਸ ਸਹੁਰੇ ਤੋਂ ਲੈਣਾ ਕੀ ਆ, ਪਰ ਆਪਦੇ ਕਰਮ ਹੈ। ਕੋਈ ਆਈ ਦੁੱਧ ਦਾ ਛੰਨਾ ਦੇਗੀ, ਕੋਈ ਆਈ ਧੋ ਕੇ ਕੱਪੜੇ ਫੜਾ ਗਈ, ਕੋਈ ਬੈਠਿਆਂ ਨੂੰ ਥਾਲ ਪਰੋਸ ਕੇ ਦੇਗੀ। ਹੁਣ ਤੂੰ ਦੇਖ ਲੈ, ਮੇਰੇ ਵਾਲੀ ਜਠਾਣੀ ਕੋਈ ਤੀਵੀਆਂ ਚੋਂ ਤੀਵੀਂ ਹੈ, ਪਲੰਗ ਤੋਂ ਪੈਰ ਨਹੀਂ ਲਾਉਂਦੀ, ਬਣੀ ਬੈਠੀ ਹੈ ਕਿ ਰਾਣੀ ਤੇਰੇ ਸਾਹਮਣੇ। ਤੇ ਇੱਥੇ ਅਸੀਂ ਇੱਕ ਲਿਆਂਦੀ ਸੀ, ਉਹਨੂੰ ਵੀ ਆਦ ਦੀ ਰੋਗਣ ਨੂੰ ਆਪ ਬਾਹੋਂ ਫੜ ਕੇ ਬਾਹਰ ਲਿਜਾਣਾ ਪੈਂਦਾ। ਖੇਤ ਬੰਨੇ ਦੀ ਤਾਂ ਗੱਲ ਹੀ ਛੱਡ, ਕਿਸੇ ਦੇ ਕਰਮ ਖੋਹ ਲਿਆਈਏ। ਹੁਣ ਐਵੇਂ ਨਾ ਝੋਰਾ ਕਰਿਆ ਕਰ, ਇਹ ਤਾਂ ਭੈਣੇ ਜਿਹਾ ਬੀਜਿਆ ਤਿਹਾ ਵੱਢਣਾ, ਕਿਸੇ ਦੇ ਕੁਛ ਬਸ ਹੈ। ਅਕੇ ਭੋਗ ਲੈ ਮਨਾ, ਚੁੱਪ ਕਰਕੇ ਲਿਖੀਆਂ ਲੇਖਦੀਆਂ, ਕੀ ਕਰੀਏ ਫਿਰ, ਕਿੱਧਰ ਭੱਜੀਏ। ਪਰ ਇਹ ਲੇਖਦੀਆਂ ਲਿਖੀਆਂ ਸਭ ਅਸੀਂ ਭੁਗਤਣੀਆਂ ਸੀ, ਹੋਰ ਕੋਈ ਨਹੀਂ ਸੀ ਰਿਹਾ ਭੁਗਤਣ ਵਾਲਾ। ਕਦੇ ਕਦੇ ਹਰਕੁਰ ਨੂੰ ਹਰਕ ਕੇ ਖਿਆਲ ਆਉਂਦਾ ਤਾਂ ਚਿੱਤ ਛਿੱਥਾ ਪੈ ਜਾਂਦਾ। ਕੋਈ ਮੰਦਾ ਬੋਲਦੇ, ਚੰਗਾ ਖਾਂਦੇ ਪਹਿਨਦੇ ਤੇ ਰੰਗੀ ਵਸਦੇ ਸਨ। ਉਹਨਾਂ ਕਦੇ ਕਿਸੇ ਭਲੇ ਕੰਮ ਦਾ ਨਾਂ ਵੀ ਨਹੀਂ ਸੀ ਲਿਆ, ਪਰ ਇੱਥੇ ਸਾਰੀ ਉਮਰ ਉਹਨੇ ਆਪ ਤੇ ਨਾ ਹੀ ਮਰਨ ਤਾਈਂ ਪਾਲੇ ਨੇ, ਕਦੀ ਕਿਸੇ ਨੂੰ ਓਏ ਨਹੀਂ ਸੀ ਆਖੀ। ਫੇਰ ਵੀ ਇਹ ਲਿਖੀਆਂ ਪੁੱਠੀਆਂ ਹੀ ਕਿਉਂ ਉਗੜਦੀਆਂ ਰਹੀਆਂ। ਪਰ ਸਾਰੇ ਪਾਸੇ ਪੁੱਠੀ ਕਲਮ ਡਾਢੇ ਨੇ ਸਾਡੇ ਤੇ ਵਾਹਤੀ। ਉਹਨੂੰ ਹੋਰ ਕੋਈ ਨਾ ਥਿਆਇਆ। ਉਹ ਪਰਸੀਨੀ ਨੂੰ ਇਹ ਕਹਿੰਦਿਆਂ ਫਿਸ ਪੈਂਦੀ ਤੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਣ ਲੱਗ ਪੈਂਦੀ। ਇਹ ਤਾਂ ਉਹਦੀ ਰਜਾ ਹੈ। ਫਿਰ ਬਹਿੰਦੀ ਨਹੀਂ, ਕਈ ਮੌਜਾਂ ਕਰਦੇ ਆ ਤੇ ਕਈ ਸਾਰੀ ਉਮਰ ਰੋਂਦੇ ਮਰ ਜਾਂਦੇ ਆ, ਪਰ ਕੌਣ ਇਹਨੂੰ ਆਖੂ ਵੀ ਇਹ ਉਹਨਾਂ ਕਰਿਆ ਕਰੇ। ਭਾਣੇ ਐ, ਮਿੱਠੇ ਕਰਕੇ ਮੰਨਣੇ ਪੈਂਦੇ ਆ, ਨਾ ਮੰਨਾਂਗੇ ਤਾਂ ਉਹਦੀ ਕਿਹੜਾ ਟੰਗ ਭੰਨ ਦਿਆਂਗੇ। ਭੈਣੇ ਹੈ, ਤੂੰ ਹੀ ਦੱਸ ਮੈਨੂੰ। ਪਰ ਪਤਾ ਨਹੀਂ ਕਿਉਂ ਹਰਕੁਰ ਦਾ ਅੰਦਰਲਾ ਇਹ ਗੱਲਾਂ ਕਦੇ ਨਹੀਂ ਸੀ ਮੰਨਿਆ। ਹੋਰ ਚਾਰਾ ਜਦੋਂ ਕੋਈ ਨਾ ਦਿਸਦਾ ਤਾਂ ਚਿੱਤ ਕਰੜਾ ਕਰਦਿਆਂ ਭਲੇ ਦਿਨਾਂ ਦੀ ਧੁੰਦਲੀ ਆਸ ਦੇ ਸਿਰ ਤੇ ਕੰਮ ਲੱਗ ਜਾਂਦੀ। ਹੌਕਾ ਨਿਕਲਦਾ, ਚੰਗਾ ਕਦੇ ਤਾਂ ਸੁਣੇਗਾ। ਮਦਨ ਇੱਕ ਦਿਨ ਬੜੇ ਕੁਵੇਲੇ ਰਾਤ ਨੂੰ ਉੱਠ ਕੇ ਖੇਤ ਨੂੰ ਤੁਰ ਚੱਲਿਆ ਤਾਂ ਹਰਕੁਰ ਉਹਨੂੰ ਪੁੱਛ ਬੈਠੀ, ਪੁੱਤ ਇਸ ਵੇਲੇ ਕਿੱਥੇ ਚੱਲਿਆ? ਕਦੇ ਅੱਗੇ ਨਾ ਪਿੱਛੇ, ਪਰ ਅੱਜ ਪਤਾ ਨਹੀਂ ਉਹਨੇ ਕਿਉਂ ਵਹਿਮ ਕਰ ਲਿਆ ਸੀ। ਜੁੱਤੀ ਲਾ ਕੇ ਮੁੜ ਮੰਜੇ ਤੇ ਆ ਬੈਠਾ। ਤੱਤੀ ਆਵਾਜ਼ ਚ ਬੋਲਿਆ, ਬੇਬੇ ਸਿਰ ਚਿੱਟਾ ਹੋ ਗਿਆ, ਪਰ ਮੱਤ ਅਜੇ ਨਹੀਂ ਆਈ। ਹਰਕੁਰ ਪਾਣੀਓਂ ਪਾਣੀ ਹੋ ਗਈ। ਜਵਾਨ ਪੁੱਤ ਦੇ ਮੂੰਹੋਂ ਪਹਿਲੀ ਝਿੜਕ ਉਹਨੇ ਸੁਣੀ ਸੀ। ਸਾਰੀ ਉਮਰ ਬੀਤ ਗਈ ਸੀ, ਉਹਨੇ ਕਦੇ ਪਾਲੇ ਤੋਂ ਵੀ ਮੰਦਾ ਨਹੀਂ ਸੀ ਅਖਵਾਇਆ। ਲੋਕਾਂ ਦੇ ਘਰੀ ਨਿਤ ਗਾਲ ਦੱਪੜ ਹੁੰਦੀ, ਡਾਂਗ ਸੋਟਾ ਖੜਕਦਾ, ਪਰ ਉਹਨਾਂ ਦੇ ਘਰ ਕਦੇ ਕਿਸੇ ਨੇ ਉੱਚਾ ਬੋਲ ਨਹੀਂ ਸੀ ਸੁਣਿਆ। ਚੰਗਾ ਪੁੱਤ, ਮਾਫੀ ਦੇ ਦੇ, ਮੈਂ ਭੁੱਲੀ। ਇੰਨਾ ਕਹਿ ਕੇ ਉਹ ਬਿੰਦ ਕੁ ਬਿੰਦ ਚੁੱਪ ਕਰ ਗਈ, ਪਰ ਬਹੁਤਾ ਚਿਰ ਚੁੱਪ ਨਾ ਰਿਹਾ ਗਿਆ। ਚਿੱਤ ਕਾਲਾ ਪੈਣ ਲੱਗ ਪਿਆ। ਐਂ ਤਾਂ ਪੁੱਤ ਤੇਰਾ ਪਿਓ ਵੀ ਨਹੀਂ ਸੀ ਹਰਖਿਆ ਕਦੇ, ਨਾਲੇ ਇਹਨਾਂ ਵਹਿਮਾਂ ਭਰਮਾਂ ਚ ਤਾਂ ਅਸੀਂ ਕਦੇ ਵੀ ਨਹੀਂ ਸੀ ਪਏ। ਹੁਣ ਤਾਂ ਜ਼ਮਾਨਾ ਤਾਂ ਉਹੀ ਮੰਨਣੋਂ ਹਟ ਗਿਆ ਸਭ ਕਾਸੇ ਨੂੰ, ਤੇ ਤੂੰ ਕਿਉਂ ਇਹਨਾਂ ਚ
ਇਹਨਾਂ ਸੋਚਾਂ 'ਚ ਪਿਆ। ਚਿੱਤੋਂ ਪਤਾ ਨਹੀਂ ਕੀ ਸੋਚਿਆ ਸੀ ਕਹਿਣ ਲਈ, ਪਰ ਮੂੰਹੋਂ ਹੋਰ ਕੋਈ ਮਾੜਾ ਸ਼ਬਦ ਨਹੀਂ ਬੋਲਿਆ ਗਿਆ। ਤੂੰ ਬੇਬੇ ਵੇਲਾ ਕੁ ਵੇਲਾ ਨਹੀਂ ਨਾ ਵੇਖਦੀ, ਹੋਰ ਤਾਂ ਕੋਈ ਗੱਲ ਨਹੀਂ। ਬੰਦੇ ਦਾ ਚਿੱਤ ਕਦੇ ਕਿਹੋ ਜਿਹਾ ਹੁੰਦਾ, ਕਦੇ ਕਿਹੋ ਜਿਹਾ, ਪਰ ਤੂੰ ਹਰ ਵੇਲੇ ਐਵੇਂ ਹੀ ਕਮਲੀਆਂ ਮਾਰੀ ਜਾਏਂਗੀ। ਕੀ ਐਵੇਂ ਮਾਰੀ ਜਾਂਦੀ ਆ ਪੁੱਤ ਮੈਂ? ਠੀਕ ਹੈ, ਤੁਹਾਨੂੰ ਆਪਦਾ ਆਪ ਸਾਂਭਣ ਜੋਗੇ ਜੋ ਕਰਤਾ, ਕਮਲੀ ਤਾਂ ਹੁਣ ਮੈਂ ਆਪੇ ਹੋ ਗਈ। ਮੋਦਰ ਨੂੰ ਬੇਬੇ ਦਾ ਨਿਆਣੇ ਵਰਗਾ ਨਹੋਰਾ ਸੁਣ ਕੇ ਜਿਵੇਂ ਤਰਸ ਆ ਗਿਆ। ਉਹਨੇ ਸੱਚੀ ਮਹਿਸੂਸ ਕੀਤਾ ਕਿ ਉਹ ਤੋਂ ਸਖਤ ਬੋਲਿਆ ਗਿਆ ਸੀ। ਨਮੋਸ਼ੀ ਨਾਲ ਚੁੱਪ ਕਰ ਗਿਆ। ਉਹਦੀਆਂ ਅੱਖਾਂ ਸਾਹਮਣੇ ਉਹਨਾਂ ਖਾਤਰ ਮਾਂ ਨੇ ਕੀ ਦੁੱਖ ਨਹੀਂ ਸੀ ਝੱਲੇ। ਪਾਲੇ ਤੋਂ ਪਿੱਛੋਂ ਘਰ ਸਾਂਭਣ ਲਈ ਦੇਹ ਤੋੜ ਕੇ ਬੰਦਿਆਂ ਵਾਂਗ ਘਰ ਦਾ ਖੇਤ ਦਾ ਕੰਮ ਕਰਦੀ ਰਹੀ ਸੀ, ਸਾਰੀ ਕਬੀਲਦਾਰੀ ਸਾਂਭੀ ਸੀ। ਬੇਬੇ ਐਵੇਂ ਗੱਲ ਨੂੰ ਹੋਰ ਹੀ ਪਾਸੇ ਕਿਉਂ ਲੈ ਜਾਂਦੀ ਹੁੰਨੀ ਹੈ? ਮੈਂ ਤੈਨੂੰ ਕਦੇ ਆਖਿਆ ਵੀ ਤੂੰ ਕੁਛ ਨਹੀਂ ਕੀਤਾ? ਗੱਲ ਤਾਂ ਸਮਝਿਆ ਕਰ। ਸਾਨੂੰ ਪੁੱਤ ਹੁਣ ਕਿੱਥੇ ਆ ਸਮਝ ਤਾਂ ਤੁਹਾਨੂੰ ਰਹਿ ਗਈ। ਮੋਦਨ ਸੱਚੀ ਕੁਝ ਘਬਰਾ ਗਿਆ। ਉਹਨੂੰ ਡਰ ਜਿਹਾ ਲੱਗਿਆ ਕਿ ਕਿਧਰੇ ਬਾਤ ਦਾ ਬਤੰਗੜ ਨਾ ਬਣ ਜਾਏ, ਪਰ ਬਣ ਜਾਏ ਤਾਂ ਬਣ ਜਾਏ। ਉਸ ਹਰਖ ਨਾਲ ਸੋਚਿਆ, ਜਦੋਂ ਬੰਦਾ ਐਵੇਂ ਦੁਖੀ ਹੋਈ ਜਾਵੇ ਤਾਂ ਫਿਰ ਮਰਨ ਦਿਓ ਉਹਨੂੰ ਕੁੱਤੇ ਦੀ ਮੌਤ। ਨਾਲੇ ਸਿਆਣਿਆਂ ਨੇ ਐਵੇਂ ਤਾਂ ਨਹੀਂ ਕਿਹਾ ਵੀ ਤੀਵੀਆਂ ਦੀ ਗੁੱਤ ਪਿੱਛੇ ਮੱਤ ਹੁੰਦੀ ਹੈ। ਉਹ ਭਰਿਆ ਪੀਤਾ ਉੱਠ ਕੇ ਜੁੱਤੀ ਪਾਉਂਦਿਆਂ ਬਾਹਰ ਨਿਕਲ ਗਿਆ। ਹਰਕੁਰ ਪਹਿਲਾਂ ਤਾਂ ਮੂੰਹ 'ਚ ਬੁੜਬੁੜ ਕਰੀ ਗਈ, ਫਿਰ ਉੱਚੀ ਬੋਲਦੀ ਜਿਵੇਂ ਰੋਣ ਲੱਗ ਪਈ। ਉਹਦੀ ਆਵਾਜ਼ ਸੁਣ ਕੇ ਸੱਜਣ ਜਾਗ ਪਿਆ ਤੇ ਰਜਾਈ 'ਚੋਂ ਮੂੰਹ ਕੱਢ ਕੇ ਬੋਲਿਆ, ਉਹ ਕੀ ਹੋਈ ਜਾਂਦਾ ਤੈਨੂੰ ਅੱਧੀ ਰਾਤ ਨੂੰ? ਹਰਕੁਰ ਉੱਥੇ ਹੀ ਸਾਹ ਘੁੱਟ ਗਈ। ਭੌਂ ਕੇ ਉਸ ਵੱਲ ਝਾਕਣ ਦਾ ਵੀ ਹੌਸਲਾ ਨਹੀਂ ਪਿਆ। ਨੀਂਦ ਖਰਾਬ ਹੋ ਜਾਣ ਕਰਕੇ ਸੱਜਣ ਹਰਖਿਆ 2 ਵਾਰੀ ਹੋਰ ਔਖਾ ਬੋਲਿਆ ਤੇ ਫੇਰ ਮੁੜੋ ਮੇਰੇ ਰਜਾਈ 'ਚ ਮੂੰਹ ਵਲੇਟ ਕੇ ਸੌਂ ਗਿਆ। ਹਰਕੁਰ ਉੱਠ ਕੇ ਵਿਹੜੇ 'ਚ ਆ ਗਈ। ਮੋਦਨ ਵਿਹੜੇ ਦਾ ਬੂਹਾ ਵੀ ਖੁੱਲਾ ਛੱਡ ਗਿਆ ਸੀ। ਅੰਦਰਲੀ ਸਬਾਤ ਦਾ ਬੂਹਾ ਖੜਕਾ ਕੇ ਵੇਖਿਆ, ਬੰਦ ਸੀ। ਅੰਦਰ ਮੀਣੀ ਹਰੇ ਦੀ ਰੱਜੀ ਫੁੰਕਾਰੇ ਮਾਰੀ ਜਾਂਦੀ ਸੀ। ਵਿਹੜੇ 'ਚ ਛਿਟੀਆਂ ਦਾ ਢੇਰ ਹਨੇਰੀ ਰਾਤ 'ਚ ਬੜਾ ਉਪਰਾ ਲੱਗਦਾ ਸੀ। ਵਿਹੜੇ ਵਾਲੀ ਖੁਰਲੀ ਦੇ ਕੋਲ ਸਲਰੇ ਖਿਲ ਰਹੇ ਸਨ। ਹਰਕੁਰ ਨੇ ਪਹਿਲਾਂ ਵਿਹੜੇ ਦਾ ਬੂਹਾ ਬੰਦ ਕੀਤਾ, ਫਿਰ ਸਲਰੇ ਹੁੰਝਣ ਲੱਗ ਪਈ। ਖੇਤਾਂ 'ਚ ਕੋਈ ਲੂੰਬੜ ਹੁੰਕੀ ਜਾਂਦਾ ਸੀ। ਜਦੋਂ ਰਤਾ ਰੁਕਦਾ ਤਾਂ ਸੁੰਨੀ ਰਾਤ ਦੀ ਡਰਾਉਣੀ ਸਾਂ ਜਿਵੇਂ ਚਾਰੇ ਪਾਸਿਓਂ ਮੂੰਹ ਅੱਡੀ ਖਾਣ ਨੂੰ ਆਉਂਦੀ। ਠੰਡ ਵੀ ਹੱਡਾਂ 'ਚ ਵੜਦੀ ਜਾਂਦੀ ਸੀ। 2 ਦਿਨਾਂ ਤੋਂ ਠੰਡ ਅਚਾਨਕ ਹੀ ਵੱਧ ਗਈ ਸੀ। ਸਲਰੇ ਹਾਰੀ 'ਚ ਸੁੱਟ ਕੇ ਹਰਕੁਰ ਨੇ ਬਾਹਾਂ ਸਲਾਰੀ 'ਚ ਵਲੇਟ ਲਈਆਂ ਤੇ ਕੰਧ ਉੱਤੋਂ ਦੀ ਟਿੱਬੀ ਵਾਲੀ ਕਿੱਕਰ ਦੇ ਪਰਿਵਾਰ ਵੱਲ ਵਹਿੰਦੇ ਆਪ ਮੁਹਾਰੀ ਬੋਲਣ ਲੱਗ ਪਈ। ਖਬਰੇ ਐਡੇ ਕੁ ਵੇਲੇ ਕੀ ਕਰਨ ਗਿਆ? ਅੱਜ ਪਾਣੀ ਦੀ ਵਾਰੀ ਤਾਂ ਨਹੀਂ ਸੀ? ਵਾਰੀ ਹੁੰਦੀ ਤਾਂ ਦੱਸ ਕੇ ਜਾਂਦਾ। ਨਾਲੇ ਢੋਲੂ ਤਾਂ 7 ਦਿਨ ਪਹਿਲਾਂ ਲੱਗ ਜਾਂਦਾ ਰੌਲਾ ਪਾਉਣ। ਤਾਈ ਐਤਕੀ ਰਾਤ ਦੀ ਵਾਰੀ ਹੈ, ਮਰ ਜਾਂਗੇ, ਐਤਕੀ ਨਹੀਂ ਬਚਦੇ। ਫਿਰ ਗਿਆ ਕਿੱਥੇ ਹੋਇਆ? ਕਿਤੇ ਤੇ ਉਹਨੂੰ ਲੱਗਿਆ ਜਿਵੇਂ ਪਿੰਡਾ ਬਲਣ ਲੱਗ ਪਿਆ ਹੋਵੇ। ਸਬਾਤ ਦੇ ਬੂਹੇ ਕੋਲ ਆ ਕੇ ਫੇਰ ਮੁੜ ਗਈ। ਬੇਧਿਆਨੀ ਨਾਲ ਹੀ ਅੜਾਇਆ ਵਿਹੜੇ ਦੇ ਬੂਹੇ ਦਾ ਕੁੰਡਾ ਖੋਲ ਆਈ। ਮੁੜੀ ਆਉਂਦੀ ਨੂੰ ਅੱਖਾਂ ਕੌੜੀਆਂ ਹੋਈਆਂ ਜਾਪੀਆਂ। ਜਦੋਂ ਵੇਖਿਆ ਹਾਰੀ ਵਿੱਚ ਸੁੱਟੇ ਸਲਰਿਆਂ ਕਰਕੇ ਸਾਰੇ ਵਿਹੜੇ 'ਚ ਹੀ ਧੂਆਂ ਧਾਰ ਹੋਇਆ ਪਿਆ ਸੀ। ਠੰਡ ਹੋਰ ਵੱਧ ਗਈ ਲੱਗੀ। ਅੰਦਰ ਆ ਕੇ ਰਜਾਈ 'ਚ ਬਹਿ ਗਈ, ਪਰ ਪਾਲਾ ਨਹੀਂ ਲੱਥਾ। ਕਿੰਨੇ ਚਿਰ ਪਿੱਛੋਂ ਜਦੋਂ ਕੁਝ ਨਿੱਘ ਆਉਣ ਲੱਗਿਆ ਤਾਂ ਅਚਨਚੇਤ ਹੀ ਇਉਂ ਲੱਗਿਆ ਜਿਵੇਂ ਕੋਈ ਸਬਾਤ ਦਾ ਬੂਹਾ ਖੜਕਾ ਰਿਹਾ ਹੋਵੇ। ਉਬੜਵਾਈ ਉੱਠ ਕੇ ਆਉਣੀਆਂ ਕਹਿੰਦਿਆਂ ਬੂਹੇ ਵੱਲ ਤੁਰ ਪਈ। ਕੁੰਡਾ ਖੋਲਿਆ ਤਾਂ ਬਾਹਰ ਕੋਈ ਨਹੀਂ ਸੀ। ਹਾਰੀ 'ਚ ਸੁੱਟੇ ਸਲਰੇ ਮੱਚ ਗਏ ਸਨ। ਧੂਆਂ ਐਵੇਂ ਬੇਮਲੂਮਾ ਜਿਹਾ ਨਿਕਲੀ ਜਾਂਦਾ ਸੀ। ਉਹ ਵੀ ਗੋਹਿਆਂ ਦਾ ਸੀ। ਇਹ ਸੋਚ ਕੇ ਵੀ ਹੈਰਾਨ ਹੋ ਗਈ ਕਿ ਭਲਾ ਸਲਰੇ ਰਾਤ ਨੂੰ ਹਾਰੀ 'ਚ ਕਿਉਂ ਸੁੱਟੇ ਸੀ? ਜੇ ਕੋਈ ਚੰਗਿਆੜੀ ਕਿਧਰੇ ਛਿਟੀਆਂ ਤੇ ਜਾ ਪੈਂਦੀ, ਸੋਚ ਕੇ ਝਰਨਾਹਟ ਚਿੜ ਪਈ। ਮੁੜ ਮੰਜੇ ਤੇ ਆ ਪਈ ਤਾਂ ਅੱਚ ਵੀ ਲੱਗ ਗਈ। ਜਿਉਂ ਚਿੱਤ ਵਹਿਣਾ 'ਚ ਪਿਆ, ਪਤਾ ਨਹੀਂ ਕਿੱਧਰ ਭੌਂਦਾ ਫਿਰਿਆ। ਅਗਲੀਆਂ ਪਿਛਲੀਆਂ ਸਭ ਗੱਲਾਂ ਫਰੋਲ ਮਾਰੀਆਂ ਤੇ ਅਖੀਰ ਇਸੇ ਚਿੰਤਾ ਦੇ ਕੰਢੇ ਆ ਕੇ ਸਭ ਕੁਝ ਮੁੱਕ ਗਿਆ। ਮੋਦਨ ਗਿਆ ਕਿੱਥੇ ਹੋਇਆ ਬਿਨਾਂ ਦੱਸੇ। ਉਵੇਂ ਉਸਲਵੱਟੇ ਲੈਂਦਿਆਂ ਸਾਰੀ ਰਾਤ ਬੀਤ ਗਈ। ਇੱਕ ਪਲ ਵੀ ਅੱਖ ਨਹੀਂ ਲੱਗੀ। ਮੋਦਨ ਵੀ ਨਹੀਂ ਮੁੜਿਆ। ਸੱਜਣ ਜਿਹਾ ਬੇਫਿਕਰ ਹੋ ਕੇ ਸੁੱਤਾ ਸੀ ਕਿ ਦੁਨੀਆ ਦੀ ਕੋਈ ਸੁੱਧ ਨਹੀਂ ਸੀ। ਜੀ ਕਰਦਾ ਸੀ ਉਹਨੂੰ ਜਗਾ ਕੇ ਦੱਸ ਦਵੇ, ਪਰ ਹੌਸਲਾ ਨਹੀਂ ਸੀ ਪੈਂਦਾ। ਉੱਠ ਕੇ ਬਾਹਰ ਆਈ ਤਾਂ ਵੇਖਿਆ ਪਸ਼ੂਆਂ ਨੂੰ ਪੱਠੇ ਪਾਉਣ ਨੂੰ ਕਵੇਲਾ ਹੋ ਗਿਆ ਸੀ। ਲੋਈ ਵੀ ਪਾਟ ਆਈ ਸੀ। ਉਹ ਰਾਤ, ਅਗਲਾ ਦਿਨ, ਅਗਲੀ ਰਾਤ, ਫਿਰ 2 ਦਿਨ ਤੇ 2 ਰਾਤਾਂ ਹੋਰ ਲੰਘ ਗਈਆਂ, ਪਰ ਮੋਦਨ ਨਹੀਂ ਮੁੜਿਆ। ਸੱਜਣ ਨੇ ਵੀ ਪਤਾ ਕੀਤਾ, ਕੋਈ ਉੱਗ ਸੁੱਗ ਨਹੀਂ ਮਿਲੀ। ਪਰ ਸਿੰਨੀ ਦਿਨ 'ਚ 2-2, 3-3 ਵਾਰੀ ਆ ਕੇ ਪਤਾ ਕਰਦੀ। ਰਾਤ ਨੂੰ ਵੀ ਕਵੇਲੇ ਤਾਈਂ ਬੈਠੀ ਰਹਿੰਦੀ। ਪਹਿਲਾਂ 2 ਦਿਨ ਤਾਂ ਉਹ ਹਰਕੁਰ ਦਾ ਇਹੋ ਕਹਿ ਕੇ ਦਿਲ ਧਰਾਉਂਦੀ ਰਹੀ, ਕੋਈ ਨਹੀਂ, ਉਹ ਕੋਈ ਨਿਆਣਾ ਹੈ, ਬਈ ਗਵਾਚ ਜੂਗਾ। ਕਿਤੇ ਜੀ ਕਰ ਆਇਆ ਹੋ ਹੀ ਜਾਂਦਾ ਬੰਦੇ ਦਾ ਚਿੱਤ ਕਦੇ ਆਦਾਸ। ਨਾਲੇ ਰੁੱਤ ਵੀ ਵਿਹਲੀ ਹੈ, ਭੈਣ ਕੋਲੇ ਉੱਠ ਗਿਆ ਹੋਣਾ, ਪ੍ਰਾਹੁਣੇ ਨਾਲ ਉਹਦਾ ਮੋਹ ਬਾਲਿਆ ਨਾ। ਪਰ ਤੀਜੇ ਦਿਨ ਉਹ ਵੀ ਫਿਕਰਮੰਦ ਹੋ ਗਈ। ਕੋਈ ਕੀ ਬੁੱਝੇ, ਸਿਆਣਾ ਬਿਆਣਾ ਮੁੰਡਾ ਹੈ। ਇਹ ਅੱਧੀ ਰਾਤ ਨੂੰ ਉੱਠ ਕੇ ਚੁੱਪ ਕੀਤਾ ਤੁਰ ਗਿਆ।
ਉਹਦੇ ਚਿੱਤ 'ਚ ਇਹ ਆਈ ਕੀ? ਪਰ ਅਜਿਹਾ ਚਿੰਤਾ ਫਿਕਰ ਕਿਸੇ ਕੰਮ ਨਹੀਂ ਆਇਆ। ਮੋਦਨ 5ਵੇਂ ਦਿਨ ਜਿਵੇਂ ਚੁੱਪ ਕੀਤਾ ਗਿਆ ਸੀ, ਉਵੇਂ ਉਸੇ ਵੇਲੇ ਅੱਧੀ ਰਾਤ ਨੂੰ ਮੁੜ ਆਇਆ। ਹਰ ਕੁਰਾਨੀ ਬਹਾਨੀ ਉਹ ਤੋਂ ਪੁੱਛਦੀ ਰਹੀ ਕਿ ਉਹ ਕਿੱਥੇ ਗਿਆ ਸੀ, ਪਰ ਅੱਗੋਂ ਨੇ ਕੋਈ ਰਾਹ ਨਾ ਦਿੱਤਾ। ਸੱਜਣ ਨੇ ਵੀ ਪੁੱਛਿਆ, ਬਾਈ ਮਗਰੋਂ ਕਾਨੂੰਗੋ ਆਇਆ ਫਿਰਦਾ ਸੀ, ਮੈਂ ਤਾਂ ਕਹਿਤਾ ਸੀ ਵੀ ਕੰਮ ਗਿਆ, 7 ਦਿਨਾਂ ਨੂੰ ਮੁੜੂ। ਤੂੰ ਇੰਨੇ ਦਿਨ ਰਿਹਾ ਕਿੱਥੇ? ਕੋਈ ਜ਼ਰੂਰੀ ਕੰਮ ਸੀ? ਹੋਰ ਮੈਂ ਬਿਨਾਂ ਕੰਮੋਂ ਹੀ ਸੈਲੇ ਕਰਦਾ ਤੁਰਿਆ ਫਿਰਦਾ? ਅੱਗੇ ਮੈਂ ਕਿੰਨਾ ਕੁ ਜਾਣਾ? ਲੱਗਿਆ ਭਕਾਈ ਮਾਰਨ। ਉਹਦੀ ਹਰਖਵੀਂ ਆਵਾਜ਼ ਸੁਣ ਕੇ ਸੱਜਣ ਉਸੇ ਵੇਲੇ ਛਹਿ ਗਿਆ, ਪਰ ਚਿੱਤੋਂ ਜਿਹੜਾ ਗੁੱਸਾ ਉਹਦੇ ਰੁੱਖੇ ਜਵਾਬ ਉੱਤੇ ਆਇਆ ਉਹਨੂੰ ਨਹੀਂ ਦਬਾ ਸਕਿਆ। ਇਹ ਆਪਦੇ ਆਪ ਨੂੰ ਸਮਝਦਾ ਕੀ ਹੈ? ਉਹਨੇ ਚਿੱਤ 'ਚ ਕਿਹਾ, ਪਰ ਉਤੋਂ ਮਲਵੀਂ ਜੀਭ ਨਾਲ ਬੋਲਿਆ, ਲੈ ਫਿਰ ਤੂੰ ਹਰਕਦਾ ਕਿਉਂ ਹੈ? ਮੈਂ ਤਾਂ ਪੁੱਛਿਆ ਹੀ ਹੈ, ਹੋਰ ਮੈਂ ਕੀ ਆਖਿਆ ਤੈਨੂੰ? ਤੁਸੀਂ ਪੁੱਛਦੇ ਨਹੀਂ ਨਾ, ਅੰਤਰੇ ਲੈਨੇ ਹੋ ਅੰਤਰੇ। ਤੁਹਾਡੇ ਚਿੱਤ 'ਚ ਖਬਰ ਨਹੀਂ ਮੋਦਨ ਆਪਦਾ ਘਰ ਬਣਾਉਂਦਾ ਫਿਰਦਾ, ਪਰ ਜੇ ਮੈਂ ਆਪਦਾ ਕੁਝ ਬਣਾਉਣ ਵਾਲਾ ਹੁੰਦਾ ਤਾਂ ਅੱਜ ਨੂੰ ਸਾਰਿਆਂ ਦੇ ਨਾਨਕੇ ਯਾਦ ਆ ਜਾਂਦੇ ਬਾਈਸਿਆਂ। ਕੁੜੱਤਣ ਵੱਧਦੀ ਵੇਖ ਕੇ ਹਰਕੁਰ ਨੇ ਮੋਦਨ ਨੂੰ ਟੋਕਿਆ, ਨਾ ਮੇਰਾ ਸਾਊ, ਐਂ ਕਾਦੇ ਪਿੱਛੇ ਹਰਕਣਾ? ਇਹਨੇ ਤਾਂ ਤੈਨੂੰ ਪੁੱਛਿਆ ਹੀ ਹੈ, ਜੇ ਹੁਣ ਦੋਏ ਐਂ ਬੋਲਣ ਲੱਗ ਪਏ ਤਾਂ ਕਬੀਲਦਾਰੀ ਕਿਵੇਂ ਸੰਭੋਗੇ? ਸਮਾਈ ਕਰੋ ਪੁੱਤ, ਇਹ ਫੇਰ ਵੀ ਛੋਟਾ ਹੈ, ਤੂੰ ਵੱਡਾ ਹੈ, ਹਰਖਿਆ ਨਾ ਕਰ। ਹਰਖੁਰ ਵਾਹ ਲੱਗਦਿਆਂ ਮੋਦਨ ਨਾਲ ਕਦੇ ਉੱਚੀ ਨੀਵੀਂ ਨਹੀਂ ਸੀ ਬੋਲੀ, ਕਦੇ ਉਹਨੂੰ ਝਿੜਕਿਆ ਨਹੀਂ ਸੀ, ਪਰ ਅਜ ਉਹਨੂੰ ਵੀ ਗੁੱਸਾ ਆ ਰਿਹਾ ਸੀ। ਕੀ ਹੋਇਆ ਜੇ ਇਹਨੇ ਕਬੀਲਦਾਰੀ ਸਾਂਭੀ ਸੀ? ਲੋਕਾਂ ਦੇ ਭੋਰਾ ਭਰ ਚੀਚਲੇ ਐ, ਜਿਨ੍ਹਾਂ ਨੂੰ 10-10 ਸਾਲ ਬਾਨਾ ਚੱਕੀ ਫਿਰਦਿਆਂ ਨੂੰ ਹੋ ਗਏ ਤੇ ਇਹ 2 ਸਾਲਾਂ 'ਚ ਹੀ ਔਖਾ ਹੋਇਆ ਫਿਰਦਾ। ਹਰਕੁਰ ਨੇ ਸੋਚਿਆ, ਪਰ ਉੱਤੋਂ ਕਹਿ ਕਹਾ ਕੇ ਦੋਹਾਂ ਨੂੰ ਚੁੱਪ ਕਰਾਤਾ। ਗੱਲ ਤਾਂ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ, ਪਰ ਮੂੰਹ ਸਾਰਿਆਂ ਦੇ ਵੱਟੇ ਗਏ ਸੀ। ਘਰ ਦਾ ਵਾਤਾਵਰਨ ਗਲ ਘੋਟੂ ਜਿਹਾ ਹੋ ਗਿਆ ਸੀ। ਹਰਕੁਰ ਨੇ ਨਿਮਕੀ ਨਾਲ ਅਧੀਨਗੀ ਨਾਲ ਇਸ ਵਾਤਾਵਰਨ ਨੂੰ ਮੁੜ ਸੁਖਾਵਾਂ ਕਰਨਾ ਚਾਹਿਆ, ਪਰ ਮੋਦਨ ਦਾ ਵੱਟਿਆ ਮੂੰਹ ਕਿਵੇਂ ਵੀ ਰੁੱਖ ਸਿਰ ਨਹੀਂ ਸੀ ਹੋਇਆ। ਫਿਰ ਤੀਜੇ ਦਿਨ ਆਥਣੇ ਰੋਟੀ ਖਾ ਕੇ ਉਸ ਵੇਲੇ ਮੋਦਨ ਫੇਰ ਜੁੱਤੀ ਪਾ ਕੇ ਬਾਹਰ ਨੂੰ ਤੁਰ ਚੱਲਿਆ। ਹਰਕੁਰ ਨੇ ਡਰਦਿਆਂ ਉਹਨੂੰ ਕੁਝ ਨਹੀਂ ਪੁੱਛਿਆ। ਟਿੱਬੀ ਵਾਲੀ ਕਿੱਕਰ ਕੋਲ ਆ ਕੇ ਉਹ ਚਿੱਤੀ 'ਚ ਪਿਆ ਰੁਕ ਗਿਆ। ਪਹਿਲਾਂ ਸਲਾਹ ਹੋਈ ਮੁੜ ਕੇ ਘਰੋਂ ਬਰਛਾ ਚੁੱਕ ਲਿਆਵੇ, ਪਰ ਫਿਰ ਹੌਸਲੇ ਨਾਲ ਨਰੋਈਆਂ ਪਲੰਘਾਂ ਪੁੱਟਦਾ ਖੇਤ ਵੱਲ ਤੁਰ ਪਿਆ। ਖੇਤ ਹੁਣ ਮੈਂ ਕੀ ਕਰਨਾ, ਐਵੇਂ ਸੋਚ ਫੁਰੀ ਤੇ ਰਹੀ ਵਾਲੀ ਪਈ ਕੋਲ ਅੱਪੜ ਕੇ ਪਿੰਡ ਨੂੰ ਹੀ ਮੁੜ ਪਿਆ। ਤਾਰਿਆਂ ਵੱਲ ਨਿਗਾਹ ਮਾਰੀ, ਅਜੇ ਬਹੁਤਾ ਕੁਵੇਲਾ ਨਹੀਂ ਸੀ ਹੋਇਆ। ਤਾਇਆ ਲਾਲੂ ਅਜੇ ਜਾਗਦਾ ਹੋਣਾ, ਉਹਨੇ ਸੋਚਿਆ ਤੇ ਚਿੱਤ ਟਹਿਕ ਪਿਆ, ਨਾਲੇ ਉੱਥੇ ਯਾਰ ਬਾਸ਼ ਵੀ ਹੋ ਕੋਈ। ਚੱਕਵੇਂ ਪੈਰੀਂ ਫਿਰਨੀ ਦੇ ਦੱਖਣ ਵਾਲੇ ਪਾਸਿਓਂ ਹੋ ਕੇ ਬਾਬੇ ਲੱਖੋ ਕੇ ਅਗਵਾੜ ਆ ਵੜਿਆ, ਪਰ ਦੋਹੀਂ ਪਾਸੇ ਘਰਾਂ ਦੇ ਦੀਵੇ ਬੁਝੇ ਵੇਖ ਕੇ ਉਹਦਾ ਚਿੱਤ ਢੈਲਾ ਹੋ ਗਿਆ। ਖਬਰੇ ਕੁਵੇਲਾ ਹੋਣ ਕਰਕੇ ਲਾਲੂ ਸੌਂ ਗਿਆ ਹੋਵੇ। ਵਾੜੇ ਦੇ ਖਿੜਕ ਕੋਲ ਅੱਪੜਦਿਆਂ ਹੀ ਛੱਪਰ ਹੇਠ ਤਾਏ ਦਾ ਠਾਕਾ ਸੁਣਿਆ ਤੇ ਚਿੱਤ ਦਾ ਸਾਰਾ ਭਾਰ ਜਿਹਾ ਲੈ ਗਿਆ। ਲਾਲੂ ਤਾਇਆ ਆਪਣੀ ਚੌਖੜੇ ਦੀ ਮੰਜੀ ਉੱਤੇ ਡੱਬੀਆਂ ਵਾਲੇ ਖਾਕੀ ਖੇਸ ਦੀ ਬੁੱਕਲ ਮਾਰੀ ਬੈਠਾ ਗਰਨੇ ਕੱਢੀ ਜਾਂਦਾ ਸੀ ਤੇ ਮੰਜੀ ਦੇ ਪਵਾਂਦੀ ਉਹਦੀ ਪਾਟੀ ਰਜਾਈ ਤੇ ਖੱਟੀ ਲਾਉਣ ਵਾਲਾ ਗਧੈੜਾ ਪਿਆ ਸੀ ਤੇ ਮੂਰੇ ਧੂਣੀ ਦੇ ਪਾਸੇ 2 ਮੁੰਡੇ ਬੈਠੇ ਸੀ, ਰਾਜੂ ਦਾ ਗਿਆਲਾ ਤੇ ਸੰਤੋਖੇ ਝਿੰਜਣ ਦਾ ਸ਼ੇਰੀ। ਮੋਦਨ ਨੇ ਜਦੋਂ ਗੌਰ ਨਾਲ ਸ਼ੇਰੀ ਦੀਆਂ ਕਤਰੀਆਂ ਮੁੱਛਾਂ ਤੇ ਨਰੋਏ ਗੋਲ-ਗੋਲ ਚਿਹਰੇ ਵੱਲ ਵੇਖਿਆ ਤਾਂ ਰਤਾ ਹੈਰਾਨੀ ਹੋਈ। ਉਹਨੇ ਸਰੋਂ ਫੁੱਲੀ ਪੱਗ ਕੰਨ ਤੇ ਟੌਰਾ ਛੱਡ ਕੇ ਬੰਨੀ ਹੋਈ ਸੀ ਤੇ ਡੱਬੀਆਂ ਵਾਲੇ ਗਰਮ ਧੁੱਸੇ ਹੇਠੋਂ ਦੀ ਹਰੇ ਰੰਗ ਦਾ ਨਵਾਂ ਪੌਥਾ ਜਿਵੇਂ ਟਹਿਕਦਾ ਦਿਸਦਾ। ਤਾਇਆ ਸਤਿ ਸ੍ਰੀ ਅਕਾਲ, ਮੋਦਨ ਨੇ ਖਿੜਕ ਲੰਘ ਕੇ ਛੱਪਰ ਵੱਲ ਆਉਂਦਿਆਂ ਕਿਹਾ। ਲਾਲੂ ਤਾਂ ਝਾਕਿਆ ਪਰ ਉਹਨੂੰ ਪਛਾਣ ਨਾ ਆਈ। ਕਿਹੜਾ ਹੈ ਕਹਿ ਕੇ ਉਹ ਮੋਦਨ ਵੱਲ ਤਾੜਦਾ ਰਿਹਾ, ਪਰ ਸ਼ੇਰੀ ਨੇ ਉਹਨੂੰ ਤੁਰਤ ਪਛਾਣ ਲਿਆ ਸੀ। ਆ ਓਏ ਵਰੀ ਦਿਆ ਤਿਉਰਾ, ਫੁੱਲ ਵਾਂਗ ਖੇਡਦੇ ਜੀ ਆਇਆ ਕਹਿ ਕੇ ਉਸ ਨਾਲ ਦੀ ਨਾਲ ਉਲਾਂਭਾ ਦਿੱਤਾ। ਅੱਜ ਤੇਰਾ ਕਿਵੇਂ ਇੱਧਰ ਮੂੰਹ ਹੋ ਗਿਆ ਬਾਈ ਜੀ? ਧੰਨ ਭਾਗ, ਕੀੜੀ ਦੇ ਘਰ ਭਗਵਾਨ ਨੇ ਕਿਵੇਂ ਭੁੱਲ ਕੇ ਚਰਨ ਪਾਤੇ ਬਈ। ਤਾਏ ਲਾਲੂ ਨੇ ਆਪਣੀ ਕਰੜ ਬਰੜੀਆਂ ਵਿਰਲੀਆਂ ਮੁੱਛਾਂ ਵਿੱਚੋਂ 2-3 ਬਚੇ ਹੋਏ ਦੰਦ ਕੱਢਦਿਆਂ ਕਿਹਾ ਤੇ ਖੇਸ ਨੂੰ ਬੋਚਦਿਆਂ ਮੰਜੀ ਦੇ ਸਰਾਣੇ ਵੱਲ ਖਿਸਕ ਕੇ ਬੋਲਿਆ, ਆ ਇੱਥੇ ਬੈਠ ਮੇਰੇ ਕੋਲੇ। ਪਰ ਮੋਦਨ ਚੁੱਪ-ਚੁਪੀਤਾ ਗਿਆਲੇ ਦੇ ਕੋਲ ਆ ਬੈਠਾ ਤੇ ਨਿਗਾਹਿਓਂ ਪਿਛਾਂ ਭੁਆਈ ਜਿਵੇਂ ਕੁਝ ਲੱਭਦਾ ਹੋਵੇ। ਆ ਲੈ ਬਾਈ ਸਿਆ, ਆਸਣ ਲੈ। ਤਾਏ ਦੇ ਦਰਬਾਰ 'ਚ ਸ਼ੇਰੀ ਨੇ ਇੱਕ ਇੱਟ ਚੁੱਕ ਕੇ ਫੜਾਉਂਦਿਆਂ ਰਤਾ ਹੱਸ ਕੇ ਕਿਹਾ। ਲਾਲੂ ਨੇ ਮੋਦਨ ਨੂੰ ਮੰਜੀ ਤੇ ਬੈਠਣ ਲਈ ਫੇਰ ਕਿਹਾ, ਪਰ ਉਹ ਇੱਟ ਉੱਤੇ ਹੀ ਬਹਿ ਗਿਆ। ਹੋਰ ਸੁਣਾ ਫਿਰ, ਤੇਰਾ ਕੀ ਹਾਲ ਚਾਲ ਹੈ? ਸ਼ੇਰੀ ਨੇ ਪੁੱਛਿਆ। ਚੰਗਾ ਹੈ, ਜੋ ਦਿਨ ਲੰਘੀ ਜਾਂਦਾ ਹੈ। ਅਜੇ ਦਿਨ ਹੀ ਲੰਘਦੇ ਹੈ। ਮੋਦਨ ਨੂੰ ਸ਼ੇਰੀ ਦੀ ਗੱਲ ਰਤਾ ਚੁਭੀ। ਉਹਦਾ ਇਸ਼ਾਰਾ ਸ਼ਾਇਦ ਉਹਦੇ ਪਿਓ ਦੀ ਮੌਤ ਵੱਲ ਸੀ, ਪਰ ਉਹ ਚੁੱਪ ਕਰ ਰਿਹਾ। ਹੋਰ ਬਈ ਮੋਦਿਆ ਸੁਣਾ ਫਿਰ, ਮਹਿਣ ਤਾਂ ਸਾਰਾ ਤਕੜਾ ਹੈ। ਤਾਏ ਨੇ ਗੱਲ ਹੋਰ ਪਾਸੇ ਪਾ ਲਈ। ਸਭ ਤੇਰੀ ਕਿਰਪਾ ਹੈ ਤਾਇਆ, ਕਿਰਪਾ ਉਸ ਲੀਲੀ ਛੱਤ ਵਾਲੇ ਦੀ, ਬੰਦਾ ਕੌਣ ਵਿਚਾਰਾ ਹੈ। ਲਾਲੂ ਨੇ ਆਪਣੀ ਖੋਦੀ ਦਾੜੀ ਨੂੰ ਖੁਰਕਦਿਆਂ ਖੰਗੂਰਾ ਮਾਰਿਆ।
ਮੋਦਨ ਨੂੰ ਲਾਲੂ ਦਾ ਬੋਲਿਆ ਹਰੇਕ ਸ਼ਬਦ, ਹਰੇਕ ਗੱਲ ਚੰਗੀ ਲੱਗਦੀ ਹੁੰਦੀ। ਉਹ ਹਰ ਅੱਖਰ ਨੂੰ ਇਉਂ ਘਰੋੜ ਕੇ ਦਬਾ ਦੇ ਕੇ ਜਾਂ ਲੋੜ ਅਨੁਸਾਰ ਨਰਮਾ ਕੇ ਬੋਲਦਾ ਕਿ ਜਿਹੜਾ ਵੀ ਪ੍ਰਭਾਵ ਦੂਜੇ ਤੇ ਪਾਉਣਾ ਚਾਹੁੰਦਾ ਉਹ ਪਾ ਲੈਂਦਾ। ਦਿਲ ਦਾ ਵੀ ਮਾੜਾ ਨਹੀਂ ਸੀ। ਜੈਤੋਂ ਦੇ ਅਕਾਲੀਆਂ ਦੇ ਮੋਰਚੇ ਵੇਲੇ ਜੱਥਿਆਂ ਦੇ ਨਾਲ ਜਾਂਦਾ ਰਿਹਾ ਸੀ, ਪਰ ਪਿੱਛੋਂ ਸਿੱਖੀ ਤੋਂ ਬੇਮੁਖ ਹੋ ਕੇ ਹੋਰ ਹੀ ਪਾਸੇ ਲੱਗ ਤੁਰਿਆ ਸੀ। ਵਾਹੀ ਮੁੰਡਿਆਂ ਨੇ ਸਾਂਭ ਲਈ। ਆਪਣਾ ਚੌਥਾ ਹਿੱਸਾ ਮੁੰਡਿਆਂ ਤੋਂ ਡੰਡੇ ਨਾਲ ਲੈ ਲੈਂਦਾ। ਸਾਰੇ ਚੰਗਾ ਉੱਕਰ ਵੀ ਕਰਦੇ ਸਨ। ਪੋਤੇ ਪੋਤੀਆਂ ਇੱਥੇ ਵਾੜੇ 'ਚ ਬੈਠੇ ਨੂੰ ਰੋਟੀ ਟੁੱਕਦੇ ਜਾਂਦੇ। ਯਾਰੀ ਉਹਦੀ ਗੱਭਰੂਆਂ ਨਾਲ ਸੀ। ਸਾਰਾ ਦਿਨ ਫੁੱਲਾਂ ਵਾਂਗੂ ਖਿੜਿਆ ਰਹਿੰਦਾ, ਨਾ ਕਿਸੇ ਨੂੰ ਦਲਗੀਰ ਹੋਣ ਦਿੰਦਾ, ਨਾ ਕੋਈ ਢਿੱਲੀ ਗੱਲ ਕਰਨ ਦਿੰਦਾ। ਯੋਧਿਆਂ ਦੀਆਂ ਸਾਖੀਆਂ ਸੁਣਾਉਂਦਾ ਰਹਿੰਦਾ। ਮੋਦਨ ਨੇ ਲਾਲੂ ਦੇ ਲੰਮੇ ਨੱਕ, ਡੂੰਘੀਆਂ ਬਦਾਮੀ ਸ਼ਾਹ, ਕਾਲੀਆਂ ਅੱਖਾਂ ਤੇ ਚਿਹਰੇ ਦੀਆਂ ਹੜਬਾਂ ਵੱਲ ਵੇਖਿਆ ਤੇ ਉਹਨੂੰ ਪਤਾ ਨਹੀਂ ਕਿਉਂ ਇਹ ਖਿਆਲ ਆਇਆ ਕਿ ਲਾਲੂ ਜਵਾਨੀ ਵੇਲੇ ਬੜਾ ਸੋਹਣਾ ਬਣਦਾ ਤਣਦਾ ਜਵਾਨ ਹੋਏਗਾ। ਤਾਇਆ ਚਾਹ ਧਰੀਏ ਘੁੱਟਕ? ਗਿਆਲੇ ਨੇ ਪਹਿਲਾਂ ਲਾਲੂ ਵੱਲ ਤੇ ਫਿਰ ਸ਼ੇਰੀ ਤੇ ਮੋਦਨ ਵੱਲ ਝਾਕ ਕੇ ਜਿਵੇਂ ਤਿੰਨਾਂ ਤੋਂ ਪੁੱਛਿਆ। ਆਖੇ ਬਾਬਾ ਦਾਲ 'ਚ ਘਿਓ ਪਾ ਦਿਆਂ? ਸੌਰੀਏ, ਇਹੋ ਜਿਹੇ ਕੰਮ ਪੁੱਛ ਕਰੀਦੇ ਹੁੰਦੇ ਐ। ਤੂੰ ਤਾਂ ਉਹ ਗੱਲ ਕਰਤੀ। ਲਾਲੂ ਠਾਕਾ ਮਾਰ ਕੇ ਹੱਸਿਆ। ਚਾਹ ਪਈ ਆ, ਗੁੜ ਪਿਆ, ਪਤੀਲੀ ਚੱਕ ਤੇ ਧਰ ਲੈ। ਦੁੱਧ ਸਾਨੂੰ ਪਤਾ ਸੁੱਖ ਨਾਲ ਬਥੇਰਾ ਤੁਹਾਡੇ, ਕੋਈ ਨਾ ਕੋਈ ਹਲਾਵਾ ਤੁਹਾਡੇ ਰਹਿੰਦਾ ਹੀ ਹੈ। ਲਾਲੂ ਦੀ ਗੁੱਝੀ ਗੱਲ ਤੇ ਸ਼ੇਰੀ ਉੱਚੀ ਹੱਸ ਪਿਆ। ਤਾਇਆ ਤੂੰ ਅਗਲੇ ਦੇ ਹੱਡ ਤੇ ਐਸੀ ਮਾਰਦਾ ਗੱਤਕੇ ਦੇ ਖਿਡਾਰੀਆਂ ਵਾਂਗੂ ਵੀ ਮੋਟੀ ਮੱਤ ਵਾਲੇ ਨੂੰ ਤਾਂ ਜਮਾ ਹੀ ਪਤਾ ਨਹੀਂ ਲੱਗਣ ਦਿੰਦਾ। ਚੰਗਾ, ਤੇਰੇ ਦਿਨ ਹੈ, ਕਦੇ ਸਾਡੇ ਵੀ ਆ ਜਾਣਗੇ। ਦਿਨਾਂ ਵਾਲੀ ਗੱਲ ਕਹਿ ਕੇ ਤਾਂ ਸਾਊ ਤੂੰ ਵਾਧਾ ਕਰ ਗਿਆ, ਪਰ ਗਿਆਲੇ ਦੀ ਸਾਡੇ ਨਾਲ ਹੋਰ ਸਕੀਰੀ ਹੈ। ਇਹਦੀ ਮਾਂ ਦੇ ਤੇ ਤੇਰੀ ਤਾਈ ਦੇ ਪੇਕੇ ਇੱਕੋ ਪਿੰਡ ਹੈ। ਆ ਗਈ ਸਮਝ? ਇਹਦੇ ਨਾਲ ਕਦੇ ਚੌੜ ਕਰਨ ਨੂੰ ਜੀ ਕਰ ਆਉਂਦਾ। ਆਹੋ, ਮੈਂ ਵੀ ਤਾਂ ਇਹੀ ਕਹਿਣਾ ਵੀ ਤੇਰੇ ਤੇ ਦਿਨ ਸਾਲੀਆਂ ਨੂੰ ਮਖੌਲ ਕਰਨ ਦੇ। ਗਿਆਲਾ ਇੱਟ ਦੇ ਚੁੱਲ੍ਹੇ 'ਚ ਛਿਟੀਆਂ ਲਾ ਕੇ ਪਤੀਲੀ ਧਰਨ ਲੱਗ ਪਿਆ ਸੀ। ਮੋਦਨ ਦਾ ਚਿੱਤ ਵੀ ਉਹਨਾਂ ਤਿੰਨਾਂ ਦਾ ਰੌਂ ਵੇਖ ਕੇ ਟਹਿ ਪਿਆ। ਤਾਇਆ ਤੂੰ ਜਵਾਨੀ ਵੇਲੇ ਤਾਂ ਬਲਾ ਕੌਤਕੀ ਰਿਹਾ ਹੋਏਗਾ। ਗਿਆਲਾ ਅੱਗ ਬਾਲਦਿਆਂ ਬੋਲਿਆ। ਇਹ ਤਾਂ ਤੂੰ ਘਰੋਂ ਪੁੱਛੀ, ਮੈਨੂੰ ਕੀ ਪੁੱਛਦਾ? ਘਰੋਂ ਪੁੱਛੇ ਤੋਂ ਹੀ ਪਤਾ ਲੱਗਿਆ ਕਿ। ਹੋਰ ਬਈ ਮੋਦਿਆ, ਫਸਲਬਾੜੀ ਦਾ ਕੀ ਹਾਲ ਹੈ? ਲਾਲੂ ਨੇ ਗੱਲ ਦਾ ਰੁਖ ਬਦਲਣ ਲਈ ਮੋਦਨ ਵੱਲ ਧਿਆਨ ਕੀਤਾ ਤੇ ਮੁੜ ਗਰਨਿਆਂ ਦੇ ਆਰ ਲੱਗ ਗਿਆ। ਚੰਗਾ ਹੈ ਤਾਇਆ, ਛੋਲੇ ਤਾਂ ਐਤਕੀ ਖਾਸੇ ਚੰਗੇ ਹੈ। ਭਲੀ ਹੋਈ ਭਾਈ, ਚੰਗਿਆਂ ਨਾਲ ਹੀ ਭਾ ਹੈ। ਤੇਰਾ ਪਿਓ ਭਾਈ ਬੜਾ ਸਿਆਣਾ ਬੰਦਾ ਸੀ। ਸਾਰੀ ਉਮਰ ਕਾਲੇ ਬਲਦ ਵਾਂਗੂ ਕਮਾਉਂਦਾ ਰਿਹਾ। ਗਵਾਇਆ ਇੱਕ ਮਸੂਰੀ ਪੈਸਾ ਨਹੀਂ, ਪਰ ਦੁਨੀਆ 'ਚ ਬੰਦਿਆਂ ਦੀ ਕਦਰ ਹੈ ਨਹੀਂ। ਹਾਂ, ਹੈ ਨਹੀਂ ਕਦਰ। ਲਾਲੂ ਨੇ ਸਿਰ ਹਿਲਾ ਕੇ 2-3 ਵਾਰੀ ਅਖੀਰਲੇ ਸ਼ਬਦ ਦੁਹਰਾਏ। ਕਦਰ ਤਾਂ ਤਾਇਆ ਲੁੱਚੇ ਲੰਡੇ ਦੀ ਆ ਅੱਜ ਕੱਲ। ਲੰਡਾ ਲੁੱਚਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ ਵਾਲੀ ਗੱਲ ਹੋਈ ਪਈ ਆ ਹੁਣ ਤਾਂ। ਸ਼ੇਰੀ ਨੇ ਸਿਆਣਿਆਂ ਵਾਂਗ ਹੁੰਗਾਰਾ ਭਰਿਆ। ਇਹੋ ਗੱਲ ਹੈ, ਸਿਆਣੀ ਗੱਲ ਹੈ ਤੇਰੀ। ਹੁਣ ਲੰਡਿਆਂ ਲੁੱਚਿਆਂ ਨੇ ਰਲ ਕੇ ਹੀ ਇਹਦੇ ਮੁੱਦੇ ਦੇ ਪਿਓ ਨੂੰ ਆ ਪਾਵੇ ਨੂੰ ਪਹੁੰਚਾਇਆ ਕਿ ਇਹ ਤੁਹਾਡਾ ਕੱਖ ਨਾ ਰਹੇ ਮੇਰੇ। ਤੇ ਲਾਲੂ ਨੇ ਇੱਕ ਨਰਮ ਜੀ ਗਾਲ ਕੱਢੀ ਤੇ ਮੂੰਹ ਇਉਂ ਵੱਟਿਆ ਜਿਵੇਂ ਅੱਕ ਦੇ ਲੌਂਗ ਚੱਬੇ ਹੋਣ। ਡੂੰਘੀਆਂ ਅੱਖਾਂ ਤਪਣ ਲੱਗ ਪਈਆਂ। ਗਰਨਿਆਂ ਨੂੰ ਜਰਕ ਕੇ ਭਾਂਦਾ। ਉਰੇ ਤਾਂ ਕਾਲਾ ਪਰ ਆਪਣੇ ਹੀ ਰੌਂ ਲਹਿਜੇ 'ਚ ਬੋਲੀ ਗਿਆ। ਐਸੇ ਪਾਪੀ ਲੋਕ ਸ਼ੇਰਿਆ ਕੀੜੇ ਪੈ ਮਰਦੇ ਹੁੰਦੇ। ਕਾਹਨੂੰ ਪੈਂਦੇ ਆ ਪਤਿਆਉਰਿਆਂ ਦੇ ਕੀੜੇ ਤਾਇਆ? ਵੇਖ ਲੈ, ਤੇਰੇ ਸਾਹਮਣੇ ਗੋਗੜਾਂ ਛੱਡਦੇ ਆਉਂਦੇ ਆ। ਮੇਰੇ ਮੂੰਹੋਂ ਗਾਲ ਨਿਕਲਣ ਲੱਗੀ ਸੀ। ਨਹੀਂ, ਤੂੰ ਵੇਖੀ ਤਾਂ ਸਹੀ। ਵੇਖਦਾ ਚੱਲ, ਪਾਪ ਦਾ ਬੇੜਾ ਭਰ ਕੇ ਡੁੱਬਦਾ ਹੁੰਦਾ। ਇਹਨਾਂ ਦਾ ਬੀਨਾਸ ਹੋਊ, ਬੀਨਾਸ। ਕਮਲਿਆ ਪਾਲੇ ਅਰਗੇ ਸਾਧ ਬੰਦੇ ਤੇ ਵਾਰ ਕਰਕੇ ਫੇਰੇ ਸੁਖੀ ਵਸਣਗੇ। ਖਾਂ ਕਮਲਾ, ਗੱਲਾਂ ਕੀ ਕਰਦਾ ਤੂੰ? ਤੇ ਜੇ ਇਹ ਟੁੱਕ ਦੀ ਬੁਰਕੀ ਨੂੰ ਨਾ ਤਰਸਦੇ ਤਾਂ ਤੂੰ ਮੈਨੂੰ ਲਾਲੂ ਨਾ ਆਖੇ। ਸਭ ਅੱਖੀਂ ਦੇਖ ਲਿਓ। ਹਾਂ, ਧੰਨਵਾਦ।